ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1055 ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਮਹਿਲਾ ਤੀਜਾ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 12ਵੇਂ ਸੋਲੇ ਦੇ 5 ਪੱਦਿਆਂ ਤੱਕ ਦੇ ਕੱਲ ਪਾਠ ਹੋਏ ਸਨ। ਅੱਜ ਅੱਗੋਂ ਪਾਠ ਕਰਨਾ ਹੈ। सतगुर सेवे से जन साचे, जो मर जम्मे कांच निकाचे। अगम अगोचर वे परवाह, भगत वचल अथाह है। सतगुर सेवे से जन साचे, जो मर जम्मे कांच निकाचे। अगम अगोचर वे परवाह, भगत वचल अथाह है। सतगुर सेवे, फिर अखर सेवे आया है। सतगुर सेवे, सतगुर की सेवा किस तरह करनी है। गुर कहे सो कार कमाए जियो, जो गुर क्या कवे वो काम कर लईए, ओयो सतगुरु की सेवा है। पर जो गुरु कह रहे हैं पहले उन्होंने समझ भी लईए ता वो काम करिए। गुर कहे सो कार कमाए जियो। सतगुर सेवे, देखो पहले अखर आए सतगुर सेवे, फिर आया सो जन। सतगुर की सेवा के नाल अखर जन आ रहा है। साचे तो पहले अखर जन आ रहा है। अगर सेवा करनी है तो जन बनना पैना है। ऐ नहीं कि सेवा भी करी जाइए, समझ के सेवा करते रहिए ते अहंकार विच भी बैठे रहिए। करदे अहंकार कर रहे होइए और सोचते पे होइए कि असी सेवा कर रहे हैं। दो अखर पढ़ लईए, सोचिए बहुत ज्ञान हो गया, और अहंकार दे विच ही असी कार विहार करते रहिए। गुरु साहब कह रहे नहीं, जे साचे बनना है तो पहला जन बनना पैना है। सो जन साचे, साचे तो की पावे, पवित्र हो जाना। वो सच नाल मिल के सच स्वरूप हो गए, पवित्र हो गए, मैल अंदरों धोती गई। जो मर जम्मे कांच निकाचे, कहते जो मर रहे हैं जम रहे हैं। मर जम, उन मर जम का जिक्र जदों भी आता है ना, ਅਸੀਂ ਸ਼ਾਇਦ ਸਰੀਰਿਕ ਜੰਮਣ ਤੇ ਮਰਨ ਤੇ ਚਲੇ ਜਾਂਦੇ ਆ। ਗੁਰੂ ਸਾਹਿਬ ਇੱਥੇ ਮਰ ਅੱਖਰ ਪਹਿਲੇ ਆਇਆ। ਭਾਵ ਜੋ ਆਤਮਕ ਮੌਤ ਮਰ ਰਹੇ ਹਨ, ਉਹ ਜਦੋਂ ਆਤਮਕ ਮੌਤ ਮਰੇ ਉਸੇ ਵਕਤ ਉਹਨਾਂ ਦਾ ਨਵੀਂ ਜੂਨ ਵਿੱਚ ਉਹਨਾਂ ਦਾ ਜਨਮ ਹੋ ਗਿਆ। ਜੋ ਮਰ ਜੰਮੇ ਕਾਂਚ ਨਿਕਾਚੇ, ਉਹ ਕੱਚੇ ਕਮਜ਼ੋਰ ਆਤਮਕ ਜੀਵਨ ਵਾਲੇ ਹਨ, ਜਲਦੀ ਡਾਵਾਂ ਡੋਲ ਹੋਣ ਵਾਲੇ ਹਨ। ਕਾਂਚ ਨਿਕਾਚੇ ਤੋਂ ਕੀ ਭਾਵ ਹੈ? ਕੱਚ ਪਕਾਈ ਉੱਥੇ ਪਾਈ। ਉੱਥੇ ਵੀ ਅਸੀਂ ਭੁਲੇਖਾ ਖਾਂਦੇ ਹਾਂ, ਸ਼ਾਇਦ ਦਰਗਾਹ ਵਿੱਚ ਜਾ ਕੇ ਸਾਨੂੰ ਕੱਚਿਆਂ ਜਾਂ ਪੱਕਿਆਂ ਸਾਨੂੰ ਦੱਸਿਆ ਜਾਏਗਾ। ਕੱਚ ਪਕਾਈ ਉੱਥੇ ਪਾਈ ਤਾਂ ਵੀ ਭਾਵੇਂ ਜਦੋਂ ਸੱਚ ਦੀ ਦਰਗਾਹ ਤੇ ਜਦੋਂ ਸੁਰਤ ਟਿਕਦੀ ਏ ਤੇ ਅਸੀਂ ਕੱਚਿਆਂ ਜਾਂ ਪੱਕਿਆਂ ਉੱਥੇ ਪਤਾ ਲੱਗ ਜਾਂਦਾ ਹੈ। ਭਾਵ ਜਿਹੜੇ ਵਿਚਾਰ ਮਨ ਵਿੱਚ ਚੱਲ ਰਹੇ ਹਨ, ਜਿਸ ਤਰ੍ਹਾਂ ਸੱਚ ਅੰਦਰ ਵਸੀ ਜਾਂਦਾ ਹੈ ਨਾ, ਸੁਰਤ ਜਦੋਂ ਸਾਡੀ ਉਸ ਸੱਚ ਨਾਲ ਜੁੜਨਾ ਸ਼ੁਰੂ ਹੁੰਦੀ ਹੈ ਤੇ ਆਪਣੇ ਆਪ ਸਾਡੇ ਅੰਦਰੋਂ ਹੀ ਇੰਜ ਸਮਝਣਾ ਕਰੀਏ ਕਿ ਸੱਚ ਦਾ ਗਿਆਨ ਅੰਦਰੋਂ ਹੀ ਪ੍ਰਗਟ ਹੋਣ ਲੱਗ ਪੈਂਦਾ ਹੈ ਤੇ ਅੰਦਰੋਂ ਹੀ ਪਰਖ ਹੋ ਜਾਂਦੀ ਹੈ ਕਿਹੜੇ ਵਿਚਾਰ ਕੱਚੇ ਹਨ, ਕਿਹੜੇ ਕੰਮ ਕੱਚੇ ਹਨ ਤੇ ਕਿਹੜੇ ਵਿਚਾਰ ਪੱਕੇ ਹਨ, ਕਿਹੜੇ ਕੰਮ ਪੱਕੇ ਹਨ। ਤੇ ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਜੋ ਮਰ ਜੰਮੇ ਕਾਂਚ ਨਿਕਾਚੇ, ਉਹ ਕੱਚੇ ਦੇ ਕੱਚੇ ਹਨ, ਉਹ जल्दी डावाडोल होने वाले हैं। विकारा ने प्रभाव पाया, डावाडोल हो गए। कभी काम ने, कभी क्रोध ने, कभी लोभ मोह अहंकार ने, जो डावाडोल बहुत जल्दी हो जाते हैं क्योंकि कमजोर आत्मक जीवन वाले हैं। अजे उन्होंने सदैव वाला आत्मक जीवन की प्राप्ति नहीं हुई। अगम अगोचर वे परवाह, भगत वचल अथाह है। अगम अगोचर, अगम एड़ा जमा गम, गम मतलब जितने तक गमता है, पहले भी अखर आ चुके हैं, जितने तक साड़ी गमता नहीं है। गम तो पाओ असी जितने तक पहुंच सकते हैं, और अगम तो पाओ जितने तक असी नहीं पहुंच सकते। अगोचर है, ज्ञान इंद्रियां का विषय नहीं, ज्ञान इंद्रियां के राही भी परमात्मा नू असी नहीं प्राप्त कर सकते। वो परमात्मा जो अगम है, जो अगोचर है, वो वे प्रवाह है। ਹੁਣ ਬੇਪਰਵਾਹ ਅੱਖਰ ਨਾ ਕਈ ਵਾਰੀ ਆ ਰਿਹਾ। ਬੇਪਰਵਾਹ ਅੱਖਰ ਦੇ ਅਰਥ ਵੀ ਕਈ ਬਣਦੇ ਹਨ। ਇੱਕ ਅਰਥ ਨਹੀਂ ਹੈ ਬੇਪਰਵਾਹ ਅੱਖਰ ਦਾ। ਮੀਤ ਹਮਾਰਾ
ਵੇ ਪ੍ਰਵਾਹ, ਉੱਥੇ ਜਿਹੜਾ ਸ਼ਬਦ ਪੜਨਾ ਕਰੀਏ ਨਾ, ਮੀਤ ਹਮਾਰਾ ਵੇ ਪ੍ਰਵਾਹ, ਉੱਥੇ ਅਰਥ ਬਣਦਾ ਹੈ ਕਿ ਮੁਹਤਾਜ ਨਹੀਂ ਹੈ। ਉਹ ਪ੍ਰਮਾਤਮਾ ਵੇ ਪ੍ਰਵਾਹ ਹੈ, ਉਹ ਕਿਸੇ ਦਾ ਮੁਹਤਾਜ ਨਹੀਂ ਹੈ। ਫਿਰ ਅੱਖਰ ਆਂਦਾ ਹੈ ਆਪੇ ਕਰਤਾ ਕਰ ਕਰ ਵੇਖੇ ਸਾਚਾ ਵੇ ਪ੍ਰਵਾਹ ਹੈ। ਕਰ ਵੇਖੇ, ਕਰ ਵੀ ਰਿਹਾ, ਵੇਖੇ ਤੋਂ ਪਾਵੇ ਸੰਭਾਲਣਾ ਵੀ ਕਰ ਰਿਹਾ। ਉੱਥੇ ਵੇ ਪ੍ਰਵਾਹ ਦੇ ਅਰਥ ਬਣ ਰਹੇ ਨੇ ਕਿ ਲਾਪਰਵਾਹ ਨਹੀਂ ਹੈ। ਆਪੇ ਕਰਤਾ ਕਰ ਕਰ ਵੇਖੇ ਸਾਚਾ ਵੇ ਪ੍ਰਵਾਹ ਹੈ। ਫਿਰ ਅੱਗੇ ਆਂਦਾ, ਅਸੀਂ ਅਜੇ ਕੱਲ ਹੀ 2-4 ਦਿਨ ਪਹਿਲੇ ਪਾਠ ਕੀਤਾ ਅੰਕ ਨੰਬਰ 1054 ਤੇ, ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜਿਉ ਵੇ ਪ੍ਰਵਾਹ ਹੈ। ਹੁਣ ਵੇ ਪ੍ਰਵਾਹ ਜਮ ਜਿਹੜਾ ਹੈ, ਵਿਕਾਰ ਰੂਪ ਜਮ, ਦੂਰੋਂ ਹੀ ਦੌੜ ਜਾਂਦੇ ਹਨ। ਅਫਰਿਓ ਜਮ ਜ਼ਿਕਰ ਆਇਆ, ਆਕੜੇ ਹੋਏ ਜਮ ਜੋ ਅਟਲ ਹਨ, ਉਹ ਦੂਰੋਂ ਹੀ ਦੌੜ ਜਾਂਦੇ ਹਨ। ਇਸ ਤੋਂ ਜਿਹੜਾ ਅਰਥ ਸਮਝ ਆਉਂਦਾ ਹੈ ਉਹ ਇਹ ਸਮਝ ਆਉਂਦਾ ਹੈ ਕਿ ਪਰਮਾਤਮਾ ਦੇ ਹੁਕਮ ਵਿੱਚ ਸਾਰੇ ਬੰਝੇ ਹੋਏ ਹੈਗੇ। ਪਰਮਾਤਮਾ ਸਭ ਕੁਝ ਕਰਦੇ ਹੋਏ ਵੀ ਕੁਝ ਨਹੀਂ ਕਰ ਰਿਹਾ, ਤੇ ਕੁਝ ਨਹੀਂ ਕਰਦੇ ਹੋਏ ਵੀ ਸਭ ਕੁਝ ਕਰ ਰਿਹਾ। ਉਹਨੇ ਇੱਕ ਸਿਸਟਮ ਬਣਾਇਆ ਹੋਇਆ ਹੈ, ਜਿਸ ਸਿਸਟਮ ਦੇ ਆਧਾਰ ਤੇ ਸਾਰੇ ਕਾਰ ਵਿਹਾਰ ਹੋ ਰਹੇ ਹਨ। ਤੇ ਬੇਪਰਵਾਹ ਅੱਖਰ ਬੜਾ ਖੂਬਸੂਰਤ ਅੱਖਰ ਹੈ। ਫਿਰ ਗੁਰੂ ਸਾਹਿਬ ਇੱਕ ਥਾਂ ਤੇ ਹੋਰ ਕਈ ਜਗ੍ਹਾ ਤੇ ਇਸਤੇਮਾਲ ਕਰਦੇ ਨੇ, ਜਿਸ ਨਾਮ ਹਿਰਦੇ ਸੋ ਵੇ ਪ੍ਰਵਾਹ। ਜਿਹਦੇ ਹਿਰਦੇ ਵਿੱਚ ਨਾਮ ਵਸਦਾ ਉਹ ਮਨੁੱਖ ਵੀ ਵੇ ਪ੍ਰਵਾਹ ਹੋ ਜਾਂਦਾ ਹੈ। ਉਸ ਮਨੁੱਖ ਦਾ ਹਿਰਦਾ ਵੀ ਵੇ ਪ੍ਰਵਾਹ ਹੋ ਜਾਂਦਾ ਹੈ। ਪਾਓ ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਰਹਿੰਦੀ, ਉਹ ਵਿਕਾਰਾਂ ਤੋਂ ਉਪਰਾਮ ਉੱਠ ਜਾਂਦਾ ਹੈ। ਇੱਥੇ ਵੀ ਗੁਰੂ ਸਾਹਿਬ ਸਮਝਾਣਾ ਕਰ ਰਹੇ ਨੇ, ਅਗਮ ਅਗੋਚਰ ਵੇ ਪ੍ਰਵਾਹ ਭਗਤ ਵਛਲ। ਭਗਤ ਦੇ ਤੱਤੇ ਨੂੰ ਸਿਆਰੀਏ, ਭਗਤੀ ਦਾ ਜ਼ਿਕਰ ਹੈ। ਵਛਲ ਤੋਂ ਭਾਵ ਹੈ ਪਿਆਰ ਕਰਨ ਵਾਲਾ, ਭਗਤੀ ਨੂੰ ਪਿਆਰ ਕਰਨ ਵਾਲਾ। ਭਗਤ ਵਛਲ ਅਥਾਹ ਹੈ, ਅਥਾਹ ਤੋਂ ਭਾਵ ਹੈ ਡੂੰਘਾ। ਅਥਾਹ ਜਿਸ ਦੀ ਡੂੰਘਾਈ ਪਤਾ ਲੱਗ ਸਕੇ ਕਿੰਨੀ ਡੂੰਘਾਈ ਹੈ, ਔਰ ਅਥਾਹ ਤੋਂ ਭਾਵ ਹੈ ਜਿਹਦੀ ਡੂੰਘਾਈ ਨਾ ਮਾਪੀ ਜਾ ਸਕੇ। ਉਹ ਗੁਣਾ ਕਰਕੇ ਅਥਾਹ ਹੈ, ਉਹ ਹਰ ਤਰੀਕੇ ਦੇ ਨਾਲ ਸਮਰੱਥਾ ਕਰਕੇ ਅਥਾਹ ਹੈ। ਉਹ ਪਰਮਾਤਮਾ ਜੋ ਅਥਾਹ ਹੈ, ਉਹ ਭਗਤੀ ਨੂੰ ਪਿਆਰ ਕਰਦਾ ਹੈ, ਸੱਚ ਨੂੰ ਪਿਆਰ ਕਰਦਾ ਹੈ। ਹੋਰ ਸਤਿਗੁਰ ਸੇਵੇ ਸੇ ਜਨ ਸਾਚੇ। ਜਿਹੜੇ ਸਤਿਗੁਰ ਦੀ ਕਈ ਗੱਲ ਕਰਦੇ ਮੰਨਦੇ ਹਨ, ਉਹ ਵੀ ਸੱਚੇ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ। ਜੀ ਅਰਵਿੰਦਰ ਜੀ। ਇੱਥੇ ਸ਼ਬਦ ਆਂਦਾ ਕੋਈ ਸਤਿਗੁਰੂ ਸੇਵਨ ਸੇਵ ਹੈ, ਸਤਿਗੁਰੂ ਸੇਵ ਹੈ ਸੇ ਜਨ ਸਾਚੇ। ਅਸੀਂ ਕੁਝ ਆਮ ਤੌਰ ਤੇ ਲਾਈਨ ਕੋਡ ਕਰਨੇ में भी नानक सच ਧਿਆਇਨ सच जो मर जमै सो कच नी कच। सतगुरु सेवे इत्थे कहंदे ने सतगुरु सेवे से जन साचे जो मर जमै काचन काचे। इत्थे लाइन कहंदे नानक सच ਧਿਆਇਨ सच। इत्थे पहली लाइन की कहंदी, अच्छा सतगुरु की सेवा की है, कहंदा हर की सेवा चाकरी सच्चा शब्द प्यार। दूजा शब्द सी बई सतगुरु गुर की सेवा शब्द विचार। जिन्हां ने गुरु की सेवा की है ना, ਉਹ ਬੰਦੇ ਸੁਚੱਜੇ ਜੀਵਨ ਵਾਲੇ ਬਣ ਜਾਂਦੇ ਨੇ। ਇੱਥੇ ਅੰਦਰ ਲਾਈਨ ਪਹਿਲੀ ਲਾਈਨ ਅੰਦਰ ਲਾਈਨ ਅੰਦਰ ਸਤਿਗੁਰੂ ਸੇਵੇਂ ਸੇ ਜਨ ਸਾਚੇ। ਦੂਜੀ ਲਾਈਨ ਕਹਿੰਦੇ ਨਾਨਕ ਸੱਚ ਤੇ ਆਇਨ। ਬਈ ਇੱਥੇ ਕਹਿੰਦੇ ਸਤਿਗੁਰੂ ਸੇਵੇਂ, ਇੱਥੇ ਕਹਿੰਦੇ ਨੇ ਸੱਚ ਤੇ ਆਇਨ। ਸਤਿਗੁਰੂ ਦੀ ਸੇਵਾ ਹੀ, ਉਹਦੇ ਸਿਧਾਂਤਾਂ ਨੂੰ ਚੇਤੇ ਰੱਖਣਾ ਹੀ ਸਤਿਗੁਰੂ ਦੀ ਸੇਵਾ ਕਰਨੀ ਹੈ। ਹੁਣ ਅੱਛਾ ਸੱਚ ਜੀਵਨ ਤੇ ਇੱਕ ਸੱਚਾ ਜੀਵਨ ਤੇ ਕੱਚਾ ਜੀਵਨ। ਹੁਣ ਸੱਚਾ ਜੀਵਨ ਕਿਹੜਾ ਤੇ ਕੱਚਾ ਜੀਵਨ ਕਿਹੜਾ ਹੈ? ਇੱਕ ਜਿਹੜੇ ਫਰੀਦ ਸਾਹਿਬ ਦੇ ਸ਼ਲੋਕ ਆਉਂਦੇ ਨੇ, ਕਹਿੰਦੇ ਰੱਤੇ ਸੇ ਜੇ ਮੁਖ ਨਾ ਮੋੜਨ ਜਿਨੀ ਸਿੰਝਾਤਾ ਸਾਈਂ। ਅੱਗੇ ਕਹਿੰਦੇ ਨੇ ਝਾੜ ਝਾੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੂੰ ਇਹ ਪਿਆਰ ਵਾਲੀ ਖੇਡ ਖੇਡਣ ਦਾ ਤਰੀਕਾ ਨਹੀਂ ਆਇਆ ਨਾ, ਉਹ ਡਾਵਾਂਡੋਲ ਹੋ ਜਾਂਦੇ ਨੇ। ਜਿਕਨ ਜਿਕਨ ਉਹਨਾਂ ਦੇ ਪ੍ਰੈਸ਼ਰ ਵੱਧਦਾ ਨਾ, ਸਮਾਜਿਕ ਪ੍ਰੈਸ਼ਰ ਵੱਧਦਾ ਹੈ ਉਹਨਾਂ ਦੇ ਉੱਤੇ, ਤੇ ਉਹ ਕਹਿੰਦੇ ਵੀ ਉਹ ਕਹਿੰਦਾ ਰੱਤੇ ਸੇ ਜੋ ਮੁਖ ਨਾ ਮੋੜਨ। ਉਹ ਕਿਸੇ ਐਡਵਰਸਿਟੀਜ਼ ਦੇ ਮੂੰਹ ਦੇ ਉੱਤੇ ਵੀ ਸਿਧਾਂਤਾਂ ਨੂੰ ਨਹੀਂ ਛੱਡਦੇ। ਜੇ ਸਾਡੇ ਘਰ ਵਿਆਹ ਆ ਗਿਆ ਤੇ ਇੱਕ ਮਹੀਨੇ ਵਾਸਤੇ ਅਸੀਂ ਸਿਧਾਂਤ ਛੱਡ ਦਿੱਤੇ ਜੀ, ਜਾਂ ਵੀ ਕੋਈ ਕਿਸੇ ਕਹਿ ਲਓ ਕੋਈ ਜਗ੍ਹਾ ਨਹੀਂ ਮਿਲੇਗੀ, ਜਾਂ ਤਾਂ ਅਸੀਂ ਸਿਧਾਂਤ ਛੱਡ ਦਿੰਦੇ ਹਾਂ ਵੀ ਅੱਛਾ ਕਿਸੇ ਬੰਦੇ ਦਾ ਸਾਥ ਛੱਡ ਦਿੰਦੇ ਹਾਂ। ਕਿਉਂ? ਕਿਉਂਕਿ ਹੁਣ ਓਲਡਾ ਹੈ ਨਾ, ਹੁਣ ਉਹ ਤਕਲੀਫਾਂ ਵਿੱਚ ਹੈ। ਸਿਧਾਂਤਕ ਉਹ ਗੱਲ ਸਹੀ ਪਿਆ ਕਰਦਾ ਹੈ, ਲੇਕਿਨ ਅੱਜ ਕਿਉਂਕਿ ਉਹਦੇ ਬਹੁਤ ਜ਼ਿਆਦਾ ਦੁਸ਼ਮਣ ਹੋ ਗਏ ਨੇ, ਤੇ ਕਰਕੇ ਅਸੀਂ ਉਹਦਾ ਸਾਥ ਛੱਡ ਦਿੰਦੇ ਹਾਂ। ਗੁਰੂ ਕਹਿੰਦੇ ਨੇ ਰੱਤੇ ਸੇ, ਉਹਨਾਂ ਨੂੰ ਹੀ ਰੱਤਿਆ ਹੋਇਆ ਮੰਨਣਾ ਚਾਹੀਦਾ। ਕਿਹਨਾਂ ਨੂੰ? ਕਹਿੰਦਾ ਜੇ ਮੁਖ ਨਾ ਮੋੜਨ, ਜਿਹੜੇ ਸਿਧਾਂਤ ਤੋਂ ਸਿਧਾਂਤਵਾਦੀਆਂ ਤੋਂ ਆਪਣਾ ਮੂੰਹ ਨਹੀਂ ਮੋੜਦੇ,
रत्ते से जे मुख ना मोड़न, कहंदा जिन्नी समझाता साईं, साईं ਨੂੰ ਪਛਾਣ ਲਿੱਤਾ। ਸਾਈਂ ਦੀ ਪਛਾਣ ਕਿਵੇਂ ਹੋਏਗੀ? ਕੋਈ ਸਤਿਗੁਰੂ ਸੇਵਾ। ਉਹਦੇ ਉਲਟ ਕੀ ਕਹਿੰਦੇ ਨੇ, ਝੜ ਝੜ ਪਾਉਂਦੇ ਕੱਚੇ ਬਿਰਹੀ। ਜਿਹੜੇ ਕੱਚੇ ਨੇ ਨਾ, ਉਹ ਜਿਹੜੇ ਅਜੇ ਪੱਕੇ ਨਹੀਂ ਹੋਏ ਹੋਏ, ਉਹ ਐਡਵਰਸਿਟੀਜ਼ ਦੇ ਮੂੰਹ ਅੰਦਰ ਨਾ ਛੱਡ ਦਿੰਦੇ ਨੇ, ਸਿਧਾਂਤ ਛੱਡ ਦਿੰਦੇ ਨੇ ਵੀ ਉਹ ਕੋਈ ਔਖਾ ਸਮਾਂ ਆਇਆ, ਛੱਡ ਦਿੱਤਾ, ਬੰਦੇ ਦਾ ਸਾਥ ਛੱਡ ਦਿੱਤਾ, ਸਿਧਾਂਤ ਦਾ ਸਾਥ ਛੱਡ ਦਿੱਤਾ। ਕਹਿੰਦੇ ਝੜ ਝੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਨੂੰ ਇਹ ਪਿਆਰ ਵਾਲੀ ਖੇਡ ਖੇਡਣ ਦਾ ਹਜੇ ਤਰੀਕਾ ਨਹੀਂ ਆਇਆ ਨਾ, ਜਾਚ ਨਹੀਂ ਆਈ, ਉਹ ਕਹਿੰਦੇ ਨੂੰ ਛੱਡ ਦਿੰਦੇ ਨੇ, ਉਹ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੰਦੇ ਨੇ। ਇੱਕ ਕਬੀਰ ਸਾਹਿਬ ਦੇ ਸ਼ਲੋਕਾਂ ਅੰਦਰ ਵਿੱਚ ਇੱਕ ਸ਼ਲੋਕ ਆਉਂਦਾ ਹੈ, ਕਹਿੰਦਾ ਕਬੀਰ ਕਹਿੰਦਾ ਫਲ ਲਾਗੇ ਫਲਨ, ਪਾਕਨ ਲਾਗੇ ਆਂਬ। ਨਾ ਜਿਹੜਾ ਫਲ ਹੈ ਨਾ, ਉਹਦੇ ਕੋ ਅਸੀਂ ਕੀ ਪਏ ਕਰਨੇ, ਅਸੀਂ ਰੋਜ਼ ਇਹ 1.5 ਮਹੀਨੇ 2 ਮਹੀਨੇ ਤੋਂ ਕੀ ਕਰਨੇ ਪਏ ਆ, ਅਸੀਂ ਇੱਕ ਵਿਚਾਰਧਾਰਾ ਨੂੰ ਸਾਡੇ ਵਿੱਚ ਜੁੜ ਕਰਨੇ ਪਏ ਆ। ਸਾਡੇ ਵਿੱਚ ਵੀ ਇਹ ਕਹਿੰਦੇ ਵੀ ਉਹ ਭਗਤੀ ਦਾ ਫਲ ਲੱਗਣਾ ਸੀ ਤੈਨੂੰ, ਵੀ ਸੰਸਾਰ ਬਿਰਖ ਕੋ ਦੋਏ ਫਲ ਲਾਏ, ਵੀ ਸਾਡੇ ਵਿੱਚ ਵੀ ਇਹ ਗੁਰਮਤ ਦਾ ਫਲ ਲੱਗਣਾ ਸੀ ਸਾਡੇ ਵਿੱਚ। ਗੁਰੂ ਕੀ ਕਹਿੰਦਾ, ਕਹਿੰਦਾ ਲੱਗਦਾ ਵੀ ਹੈ, ਜਿਵੇਂ ਸੰਗਤ ਕਰੋਗੇ ਨਾ, ਕਹਿੰਦਾ ਫਲ ਲਾਗੇ ਫਲਨ, ਫਲ ਜਿਹੜਾ ਪਕਣਾ ਸ਼ੁਰੂ ਹੋ ਗਿਆ। ਕਹਿੰਦਾ ਪਾਕਨ ਲਾਗੇ ਆਂਬ, ਅੰਬ ਦਾ ਜਿਹੜਾ ਫਲ ਹੈ ਨਾ, ਉਹ ਪਕਣਾ ਸ਼ੁਰੂ ਹੋ ਗਿਆ। ਲੇਕਿਨ ਅੱਗੇ ਇੱਕ ਬੜਾ ਪਿਆਰਾ ਜਿਹਾ ਸਿਧਾਂਤ ਦਿੰਦੇ ਨੇ, ਕਹਿੰਦੇ ਨੇ ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਈ ਕਾਂਬ। ਜਿਹੜੇ ਕੰਬ ਕਿਤੇ ਗਿਰ ਜਾਣਗੇ ਨਾ, ਜਿਹੜੇ ਆਪਣੇ ਟਹਿਨੀਆਂ ਤੇ ਟਿੱਕੇ ਨਹੀਂ ਰਹਿਣਗੇ, ਵਿੱਚ ਕਿ ਨਾਰਮਲੀ ਆਮ ਤੌਰ ਤੇ ਦੇਖਦੇ ਆ ਵੀ ਜਦੋਂ ਆਮ ਨੂੰ ਬੁਰ ਲੱਗਦਾ ਹੈ, ਨਾਰਮਲੀ ਉਹ ਦਿਨ ਹੁੰਦੇ ਨੇ ਵੀ ਮਾਰਚ ਫੈਬਰੂਰੀ ਮਾਰਚ ਦੇ ਆਸ-ਪਾਸ ਉਹਨੂੰ ਬੁਰ ਲੱਗਦਾ ਹੈ, ਤੇ ਮਾਰਚ ਅਪ੍ਰੈਲ ਦੇ ਆਸ-ਪਾਸ ਜਿਹੜਾ ਨਾ ਉਹ ਫਲ ਜਿਹੜਾ ਬਾਜ਼ਾਰ ਵਿੱਚ ਆ ਜਾਂਦਾ ਹੈ। ਉਹਨਾਂ ਦਿਨਾਂ ਅੰਦਰ ਹੀ ਹਵਾਵਾਂ ਵੀ ਬਹੁਤ ਤੇਜ਼ ਚੱਲਦੀਆਂ ਨੇ, ਜਿਹੜੇ ਪ੍ਰੀ ਮੌਨਸੂਨ ਸ਼ਾਵਰਸ ਵਗੈਰਾ ਪੈਂਦੇ ਨੇ ਨਾ, ਉਹਨਾਂ ਦਿਨਾਂ ਅੰਦਰ ਹੀ ਪੈਂਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਫਲ ਲਾਗੇ ਫਲਨ, ਪਾਕਨ ਲਾਗੇ ਆਂਬ। ਜਦੋਂ ਚੱਲਣਾ ਤੇ ਸ਼ੁਰੂ ਹੋ ਗਿਆ, ਮੈਂ ਆਪਣੀ ਹਾਲਤ ਕਵਾਂ ਵੀ ਉਹ ਕਹਿੰਦੇ ਫਲ ਲਾਗੇ ਫਲਨ ਪਾਕਨ ਲੱਗ, ਕਹਿੰਦੇ ਜਾਏ ਪਹੁੰਚੇ ਖਸਮ ਕੋ, ਤੂੰ ਰੱਬ ਨੂੰ ਪ੍ਰਵਾਨ ਕਦੋਂ ਹੋਏਗਾ? ਤੂੰ ਚੱਲਣਾ, ਤੂੰ ਮਨ ਤੇ ਬਣਾ ਲਿੱਤਾ ਗੁਰਮਤ ਵਾਲੇ ਪਾਸੇ ਦਾ, ਤੈਨੂੰ ਹੁਣ ਸਿਧਾਂਤ ਅੱਛੇ ਵੀ ਲੱਗਦੇ ਨੇ, ਲੇਕਿਨ ਤੂੰ ਆਪਣੇ ਵਿਆਹਾਂ ਦੇ ਖਰਚਾ ਕਦੋਂ ਘੱਟ ਕਰੇਗਾ? ਤੂੰ ਕਦੋਂ ਇਹ ਕਰਮ ਕਾਂਡੀ ਜੀਵਨ ਉਹਨੂੰ ਤਿਆਗ ਕਦੋਂ ਕਰੇਗਾ? ਕਹਿੰਦਾ ਫਲ ਲਾਗੇ ਫਲਨ ਪਾਕਨ ਲਾਗੇ ਆਮ, ਕਹਿੰਦਾ ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਈ ਕਾਂਬ। ਜੋ ਕੰਮ ਕੇ, ਜੋ ਸਮਾਜਿਕ ਡਰ, ਇਹਦੇ ਅਸਰ ਜਿਹੜੇ ਬੰਦੇ ਕੰਮ ਕੇ ਗਿਰ ਜਾਂਦੇ ਨੇ ਨਾ, ਗੁਰੂ ਉਹਨਾਂ ਨੂੰ ਕੱਚਾ ਕਹਿੰਦਾ ਪਿਆ। ਵੀ ਕੋਈ ਕਹਿੰਦਾ ਵੀ ਸਤਿਗੁਰੂ ਸੇਵਨ ਸਟੇਜਨ ਸਾਚੇ, ਵੀ ਉਹ ਪੱਕੇ ਜੀਵਨ ਵਾਲੇ ਹੋ ਜਾਂਦੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀ ਹੈ, ਵੀ ਹਰ ਕੀ ਸੇਵਾ ਚਾਕਰੀ, ਸੱਚਾ ਸ਼ਬਦ ਵੀ ਪਿਆਰ, ਗੁਰ ਕੀ ਸੇਵਾ ਸ਼ਬਦ ਵਿਚਾਰ। ਐਸੇ ਬੰਦੇ ਇੱਕ ਦ੍ਰਿੜ ਜੀਵਨ ਵਾਲੇ, ਦ੍ਰਿੜ ਵਿਸ਼ਵਾਸ ਵਾਲੇ, ਉਹ ਜਦੋਂ ਕੋਈ ਭਾਜੜ ਬਣ ਜਾਂਦੀ ਹੈ, ਕੋਈ ਐਸਾ ਸਮਾਂ ਆ ਜਾਂਦਾ ਹੈ ਨਾ, ਉਹ ਸਿਧਾਂਤ ਨੂੰ ਤਿਲਾਂਜਲੀ ਨਹੀਂ ਦਿੰਦੇ। ਉਹ ਜਿਨ੍ਹਾਂ ਸਿਧਾਂਤਾਂ ਦੇ ਖਲੋਤੇ ਹੋਏ ਨਾ, ਕਹਿੰਦਾ ਹਮ ਕਾਹੂ ਕੀ ਕਾਣਾ ਨਾ ਕੜਤੇ ਆਪਣੇ ਗੁਰ ਪ੍ਰਸਾਦੇ, ਉਹ ਬੇਪਰਵਾਹ ਹੁੰਦੇ ਨੇ, ਉਹ ਸਿਧਾਂਤਾਂ ਦੇ ਉੱਤੇ ਟਿੱਕੇ ਹੋਏ ਹੁੰਦੇ ਨੇ। ਕਹਿੰਦੇ ਉਸ ਤੋਂ ਉਲਟ ਜਿਹੜੇ ਕੱਚੇ ਹੁੰਦੇ ਨੇ ਨਾ, ਕਹਿੰਦਾ ਜੋ ਮਰ ਜੰਮੇ ਸੁਖ, ਇੱਥੇ ਪਹਿਲਾਂ ਕਿ ਨਾਨਕ ਸੱਚ ਤੇ ਆਏ ਨੇ, ਸੱਚ ਜਿਨ੍ਹਾਂ ਨੇ ਸੱਚ ਧਿਆਨ ਨਾਲ ਦਬਾਅ ਆਪਣੇ ਧਿਆਨ ਵਿੱਚ ਰੱਖਣਾ, ਜਿਨ੍ਹਾਂ ਨੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਿਆ, ਉਹ ਸੱਚੇ ਸੁੱਚੇ ਜੀਵਨ ਵਾਲੇ ਨੇ। ਕਹਿੰਦਾ ਜੋ ਮਰ ਜੰਮੇ, ਜੋ ਘੜੀ ਜੰਮ ਮਰ ਪੈਂਦੇ ਨੇ, ਆਉਂਦੇ ਨੇ ਗੁਰਦੁਆਰੇ, ਆਉਂਦੇ ਨੇ, ਵਿਚਾਰ ਵੀ ਸੁਣਦੇ ਨੇ, ਅੱਛੀ ਵੀ ਲੱਗਦੀ ਹੈ, ਪੈਦਾ ਹੋ ਜਾਂਦੇ ਨੇ। ਫਿਰ ਜਿਵੇਂ ਕੋਈ ਥੋੜਾ ਲਾਲਚ ਆ ਗਿਆ, ਕਿਸੇ ਕਾਮ ਦੇ ਅਧੀਨ ਹੋ ਗਏ, ਕੋਈ ਗੁੱਸਾ ਆ ਗਿਆ, ਉਹ ਕਹਿੰਦੇ ਜੋ ਮਰ ਜੰਮੇ, ਉਹ ਘੜੀ ਜੰਮਦੇ ਮਰਦੇ ਰਹਿੰਦੇ ਨੇ, ਉਹ ਵਿਕਾਰਾਂ ਦੇ ਹੱਥੋਂ ਘੜੀ ਜੰਮਦੇ ਮਰਦੇ ਰਹਿੰਦੇ ਨੇ। ਉਹ ਕੱਚੇ ਨੇ, ਉਹ ਕੱਚੇ ਜੀਵਨ ਵਾਲੇ ਨੇ, ਉਹਨਾਂ ਦਾ ਜੀਵਨ ਪੱਕਾ ਨਹੀਂ ਹੋਇਆ। ਅਗਮ ਅਗੋਚਰ ਵੇ ਪ੍ਰਵਾਹ, ਇਹ ਸਾਰੇ ਰੱਬ ਦੇ ਐਡਜੈਕਟਿਵਸ, ਰੱਬ ਦੇ ਗੁਣ ਕਹਿ ਲਓ। ਉਹ ਰੱਬ ਜਿਹੜਾ ਅਗਮ ਹੈ, ਅਸੀਂ ਬਹੁਤ ਵਾਰ ਵਿਚਾਰ ਚੁੱਕੇ ਹਾਂ, ਰੱਬ ਅਗਮ ਹੈ, ਅਗੋਚਰ ਹੈ, ਵੇ ਪ੍ਰਵਾਹ ਹੈ। ਜਿਹਨੇ ਬਿਲਕੁਲ ਸਹੀ ਕਿਹਾ ਗਿਆ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆ ਰਹੀ ਹੈ। ਪਾਓ ਇੱਥੇ ਨਾਰਮਲੀ ਬੰਦਾ ਅਸੀਂ ਕਈ ਵਾਰ ਸਿਰਫ ਜੇ ਕੰਨੀ ਪਾਠ ਸੁਣਾਂਗੇ, ਹੋਰ ਜੇ ਸ਼ਬਦ ਨੂੰ ਨਾ ਵੇਖਾਂਗੇ ਨਾ, ਸਾਡਾ ਪਹਿਲਾ ਧਿਆਨ ਭਗਤ ਵਛਲ ਤੋਂ ਸਾਡਾ, ਕਿਉਂਕਿ ਭਗਤ ਵਛਲ ਵੀ ਵਰਡ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਪਾਓ ਭਗਤਾਂ ਨੂੰ ਪਿਆਰ ਕਰਨ ਵਾਲਾ। ਤੇ ਜੇ ਅਸੀਂ ਕਈ ਵਾਰ ਨਾ, ਅਸੀਂ ਗੁਰਦੁਆਰੇ ਬੈਠੇ ਹੁੰਦੇ ਹਾਂ, ਲੋਕਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ, ਤੇ ਕਈ ਵਾਰ ਸਕਰੀਨ ਤੇ ਸ਼ਬਦ ਵੀ ਚੱਲਦਾ ਹੁੰਦਾ, ਤੁਸੀਂ ਅੱਖਾਂ ਬੰਦ ਕਰਕੇ ਤੁਸੀਂ ਗੁਰੂ ਦੇ ਸ਼ਬਦ ਦੀ ਸਾਰ ਲੈ ਹੀ ਨਹੀਂ ਸਕਦੇ। ਹੁਣ ਭਗਤ ਦੇ ਤੱਤੇ ਨੂੰ ਜਦੋਂ ਸਿਹਾਰੀ ਆ ਰਹੀ ਹੈ, ਤਾਂ ਵੀ ਵਰਡ ਭਗਤ ਹੀ ਉਚਾਰਨ ਕੀਤਾ ਜਾ ਰਿਹਾ। ਜੋ ਭਗਤ ਦਾ ਤੱਤਾ ਮੁਕਤਾ ਹੈ, ਤਾਂ ਵੀ ਉਹਦਾ ਉਚਾਰਨ ਭਗਤ ਕੀਤਾ ਜਾ ਰਿਹਾ। ਜੇ ਤੁਸੀਂ ਇਹ ਸ਼ਬਦ ਦੀ ਬਣਤਰ ਨਹੀਂ ਦੇਖੋਗੇ ਨਾ, ਤੇ ਗੁਰੂ ਸਾਨੂੰ ਡਿਲੀਵਰ ਕੀ ਕਰਨਾ ਚਾਹੁੰਦਾ ਸੀ, ਉਹ ਸਾਨੂੰ ਪੂਰਨ ਤੌਰ ਤੇ ਮਿਲੇਗਾ ਨਹੀਂ। ਤਾਂ ਅੱਖਾਂ ਬੰਦ ਕਰਨ ਵਾਲਾ, ਕਿਉਂਕਿ ਇਹ ਕਲਾਸਰੂਮ ਹੈ, ਇਹ ਕੋਈ ਮੈਡੀਟੇਸ਼ਨ ਸੈਂਟਰ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਤੁਸੀਂ ਕਿਸੇ ਚੀਜ਼ ਦਾ ਧਿਆਨ ਲਗਾ ਕੇ ਬੈਠੇ ਹੋਏ ਹੋ। ਇਹ ਤੇ ਕਲਾਸਰੂਮ ਹੈ,
ਤੁਹਾਨੂੰ ਉਹਦੇ ਇੱਕ ਇੱਕ ਵਰਡ ਦੀ ਬਣਤਰ ਵੀ ਤੁਹਾਨੂੰ ਉਹ ਕੁਝ ਨਾ ਕੁਝ ਮੈਸੇਜ ਦੇ ਕੇ ਜਾਂਦੀ ਵੀ ਹੈ। ਭਗਤ ਵਚਲ ਪਾਓ ਜਿਹੜੀ ਭਗਤੀ ਹੈ ਨਾ, ਉਹ ਰੱਬ ਭਗਤੀ ਨੂੰ ਪਿਆਰ ਕਰਦਾ ਹੈ, ਕਿਉਂਕਿ ਭਗਤੀ ਹੈ ਕੀ ਸੱਚਾ ਸੁੱਚਾ ਜੀਵਨ। ਉਹ ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਰੱਬ ਕਿਹਨੂੰ ਪਿਆਰ ਕਰਦਾ ਹੈ? ਰੱਬ ਸੱਚੇ ਸੁੱਚੇ ਜੀਵਨ ਨੂੰ, ਭਗਤੀ ਵਾਲੇ ਜੀਵਨ ਨੂੰ, ਗੁਣ ਭਰਪੂਰ ਜੀਵਨ ਨੂੰ ਪਿਆਰ ਕਰਦਾ ਹੈ। ਉਹ ਪਰਮਾਤਮਾ ਜੋ ਅਥਾਹ ਹੈ, ਇਹ ਅਗਮ ਅਗੋਚਰ ਵੇ ਪ੍ਰਵਾਹ ਅਥਾਹ ਜਿਹੜਾ ਹੈ, ਇਹ ਸਾਰੇ ਰੱਬ ਦੇ ਐਡਜੈਕਟਿਵ ਜਿਹੜੇ ਨੇ ਨਾ ਵੀ ਉਹ ਅੰਦਰ ਕੁਝ ਚਾਲ ਵੀ ਇੱਕਨ ਚਲਦੀ ਪਈ ਹੈ। ਕਹਿੰਦੇ ਵੀ ਭਗਤ ਵਛਲ ਅਥਾਹ ਹੈ, ਇਸ ਤੋਂ ਪਹਿਲਾਂ ਸੀ ਬਈ ਦਿੰਦਾ ਸਾਸ ਗਿਰਾਹਾ ਹੈ, ਉਸ ਤੋਂ ਪਹਿਲਾਂ ਸੀ ਬਈ ਦਿੰਦਾ ਰਜਕ ਸੰਵਾਹਾ ਹੈ, ਵੀ ਇਹ ਸਭ ਰੱਬ ਜਿਹੜੇ ਨੇ ਉਹ ਚੱਲੀ ਜਾਂਦੇ ਪਏ। ਹਾਂਜੀ ਵੀਰ हाँ जी वीर जी, विद्री भैन जी ने ज्वाइन किया है। विद्री भैन जी, आप जी नाल दे नाल विचार देना चाहोगे? अपनी ऑडियो ऑन करके प्लीज मनु थोड़ा जा लेट मी लिसन रिप्लाई कर दिया जे विचार दे। माफी चाहना, समझ नहीं आया। हाँ जी, आफ्टर सम टाइम लेट मी लिसन। ओके भैन जी, अपना भूपिंदर वीर जी ने ज्वाइन किया जी। भूपिंदर वीर जी, आप विचार दे रहे हो? हाँ जी, बाजी खालसा जी फतेह। एक मिनट, सॉरी, कल दी एबसेंस की भी मैं माफी मंगदा। मदर ढिले ने ते विचों भी मैं उठदा रहांगा। आई एम सॉरी। जिहड़ा अज तुहाडा चल रहा जी, आवाज आ रही है। आवाज आ रही है? जी जी, वॉइस क्लियर है। सुधीर जी अपना नेटवर्क चेक करो जी। भूपिंदर जी प्लीज कैरी ऑन। सतगुर सेवै से जन साचे। असी ना अपने ते टुका के जदों एप्लीकेबल मीनिंग समझते हैं तो सानू ज़्यादा समझ आता है। हुणे असी बाहर किसी मनुख ते लेबल नहीं लगा सकते हाँ, ते असी अपने बारे लगा के समझ रहे हाँ। जे मेरा मन आते मेरे मन के अनेका ख्याल और मेरे मन के जितने ऑर्गन्स ने, ये सारे भी सच्चे हो सकते हैं जेकर मेरा मन सब तो पहला सतगुर की मत नूं लै लवे। अच्छा, खेड की वापरदी है? सतगुर की मत लैके मेरा मन गुण कह गुणी समावने उहदे नाल मर्ज हो जाता है। जदों उहदे नाल मर्ज हो गया तो मन की पाया तो कोई रही नहीं। सो मन रूपी बूंद समुंदर समा गई। हुणे समुंदर ही बोल रहा है। मीन्स मन समुंदर बन गया। मीन्स मन ने निज कर अंतरात्मे जिन्हों कॉन्शियस विच वसदा रब कहते हैं, ओदी मत लैके उथे खजाने का जदों शाह बन गया। पिछे असी परसों डिस्कस किया सी कि को नानक जिस मस्तक लेख लिखाए सो एक खजाना लिया रलाए, वो इस खजाने का सो पातशाह शाह पात साहिब बन जाता है। वो पातशाह बन गया। इत्थे इस अवस्था विच वो सतगुर बन गया। मन ही सतगुर बन गया क्योंकि मन मर्ज हो चुका है। जदों मन सतगुर बन जाता है ना, तब मन दे सारे अंग भी फिर इनू जदों फॉलो करन लग पैंदे ने, उन्होंने कहते हैं सतगुर सेवै से जन साचे। सो सारा कुछ उहदा अंदर दा सच्चा हो गया। ते उहदा जदों अंदरला सच्चा हो गया, परसों मैं डिस्कस किया सी पब्बर तू हरियाला कमला चनवान कह दुखड़े सड़े होए काली होई आ देवरी नानक मैं तन भंग। वो जिहड़ा अंदरों बाहरों सारे ऑर्गन्स ट्यून्ड नहीं सी, उन्होंने भंग कहते हैं, डिस्टर्बड कहते हैं, डिस्टर्बड अनस्टेबल परसनैलिटी कहते हैं। सो जदों वो सुखमनी सुख अमृत प्रभ नाम भगत जना के मन विश्राम, वो विश्राम जदों मन टिक गया ना,
फिर ਇਹ ਸਾਰੇ ਵੀ ਟਿਊਨਡ ਹੋ ਜਾਂਦੇ ਨੇ। ਹੁਣ ਜਦੋਂ ਸਾਰੇ ਟਿਊਨਡ ਹੋ ਗਏ ਨੇ, ਸਾਰੇ ਸੱਚੇ ਹੋ ਗਏ ਨੇ, ਸਾਰੇ ऑर्गन्स, सारे अंग अंग, सारे रोम रोम, साढ़े जितने अंग ने ना, जितने रोम रोम ने, इस सारे दे पिछे ना असंख्य थॉट प्रोसेस ने। मेरी अखां कई किस्मां नाल देखदियां ने, मेरे कान कई किस्मां नाल सुनदे ने, मेरी जबान तो लैके मेरे सारे रोम रोम है ना, इन्हां नूं असंख्य कहंदे ने। ये सारे ना असंख्य तरीकिਆਂ ਨਾਲ ਵੀ ਸੋਚਦੇ ਨੇ। ਉਹ ਸਾਰੇ ਤਰੀਕਿਆਂ ਦਾ ਈਚ ਤਰੀਕੇ ਨੂੰ ਅਸੀਂ ਸ਼ਾਹ ਕਹਿ ਲਈਏ। ਇੱਕ ਸ਼ਾਹ ਕੋਲ ਇੱਕ ਖਜ਼ਾਨਾ ਹੈ, ਇਹ ਸਾਰੇ ਸ਼ਾਹਾਂ ਕੋਲ ਜਿਹੜਾ ਖਜ਼ਾਨਾ ਉਹਦਾ ਜਿਹੜਾ ਮਾਲਕ ਬਣ ਗਿਆ ਉਹਨੂੰ ਪਾਤਸ਼ਾਹ ਕਹਿੰਦੇ ਨੇ। ਸ਼ਾਹਾਂ ਪਾਤਸ਼ਾਹ, ਹਰ ਘਰ ਦਾ ਇਹ ਪਾਤਸ਼ਾਹ ਬਣ ਗਿਆ जिदा हर खजाने दा वो मालिक है, क्योंकि उन्हें सतगुरु दी मत लै ली, टिक गया जिस जल निधि कारण तुम जगाए सो अमृत गुर पाही जियो। जल निधि मतलब ए सारियां वास्ते निध खजाना लैण तू आया, छोड़ो वेश भेख चतुराई दुबदा ए फल नहीं जियो। मन रे थिर रहो मत कत जाई जियो, बाहर ढूंढत बहुत दुख पावे, घर अमृत घट माही जी। वो जो ही घर दा अमृत पींदा है ना, अंदर वसदे रब जी दा, वो मर्ज हो गया, वो सतगुर बन गया। जो मर जम है काचन काचे, हुण मेरे जेड़े जेड़े ख्याल मैनू आत्मक मौत मारदे ने, वो सारे ख्याल कच्चे ने, उन्हां बारे मैनू समझना है। तां अल्टीमेटली मन उन्हां सारियां बारे समझ चुका होया है। इस अवस्था च आके अगम गोचर बेप्रवाह, वो बेप्रवाह हो गया, ਉਹਦੇ ਸਾਰੇ अंग भी बेप्रवाह हो गए, सारे ट्यून्ड हो गए ने ना। पहला परवाह किहदी करदे सी, उस दिन ਅਸੀਂ समझा सी परवाह करनी पैंदी है जम दी। मानो मैं जम मतलब मानो मैं वाइसिस, मानो मैं ईवल थॉट्स ਨੂੰ फॉलो करदा हाँ, ਤਾਂ ਉਹਨਾਂ ਦੀ परवाह करदा ना। ਜਦੋਂ मैं उन्होंने परवाह छोड़ दी, मैं भी मेरे ईच थॉट प्रोसेस, मेरी सारी सृष्टि, मेरी सारी प्रजा, मैं मेरा मन इस सृष्टि का राजा है, यदि सारी प्रजा भी बेपरवाह हो गई। देखो जिस राजे दी प्रजा विच कोई गड़बड़ करे, कोई बगावत करे, कोई लड़ाइयां करे, कोई सरकारी राजे का कानून ना मन्ने, तो वो राजा बेपरवाह नहीं हो सकता। वो राजे नूं मुश्किल पै गई, दिन रात की नींदर ओदी बेचैन हो गई कि सारे नूं ट्यून्ड किवें करां। हुण जदों वो आ बेपरवाह हो के इस ताकत नूं, विजडम दी ताकत नूं वरतदा है कि जमा दी मैं परवाह नहीं करदा, सारे अंग भी ओदे, सारी प्रजा भी हुण बेपरवाह हो गई। हुण प्रजा भी बगावत नहीं करती है। बगावत मीनस वाइसिस नूं, जम नूं फॉलो नहीं करती है, ईवल थॉट्स नूं फॉलो नहीं करती है। भगत वत्सल अथाहा है, ਇਹਦੇ ਚ ਨਾ ਅਸੀਂ ਭਗਤ ਅਵਸਥਾ ਨੂੰ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਮੈਂ ਬਹੁਤ ਨਿੱਕਾ ਜਿਹਾ ਸਾਂਗਾ ਕਿ ਜਦੋਂ ਮੇਰਾ ਹਾਰਟ ਮੇਰੇ ਬੋਡੀ ਦੇ ਸਾਰੇ ਅੰਗਾਂ ਨੂੰ ਬਲੱਡ ਟ੍ਰਾਂਸਮਿਟ ਕਰਦਾ ਹੈ ਤਾਂ ਮੈਂ ਜੀਵਤ ਰਹਿੰਦਾ ਹਾਂ। ਇਹ ਹੈ ਮੇਰੀ ਫਿਜ਼ੀਕਲ ਬੋਡੀ ਦਾ ਮੈਡੀਕਲ ਸਿਸਟਮ, ਕੁਦਰਤ ਦਾ ਨਿਯਮ। लेकिन भगत अवस्था विच जदों मेरा मन अंतर आत्मे वसदे, कॉन्शियस विच वसदे, गॉड जी रब जी दा सतगुर दा सुनिया लै लैंदा है, तां फिर अपने सारे अंगां नूं भी वंडदा है वही विजडम। उस अवस्था नूं भगत कहंदे ने। हुण इहदे च एक बड़ी प्यारी गल आई है, एक टर्म बड़ी प्यारी है, वत्सल। वत्सल की हुंदा है? वत्सल लफज जिथों ओरिजिन आया ना, गां दा वच्छा। गां दुध देंदी है जदों ओदा वच्छा ओदा दुध पींदा है। गां इतनी पैशनेट होंदी है कि मैं बचपन च देखिया सी, असीं गौरमेंट कॉलोनी च रहिंदे सी, उन्हां गां दा वच्छा लैके आंदे सी साडे सामने, वो गां नूं
ਚੁੰਗਾਉਂਦਾ ਸੀ, ਥੋੜੀ ਦੇਰ ਚੁੰਗਾਉਂਦਾ ਸੀ, ਉਹਦੀ ਰੱਸੀ ਖਿੱਚ ਲੈਂਦਾ ਸੀ, ਫਿਰ ਦੁੱਧ ਕੱਢਣਾ ਸ਼ੁਰੂ ਕਰ ਦਿੰਦਾ ਸੀ। ਗਾਂ ਉਸ ਵੇਲੇ ਉਸ ਪਿਆਰ ਵਿੱਚ ਕਿ ਮੇਰੇ ਬੱਚੇ ਨੇ ਪੀ ਲਿਆ ਓਵਰਫਲੋ ਕਰ ਜਾਂਦੀ ਸੀ, ਉਹਦਾ ਹੁਣ ਦੁੱਧ ਕੱਢੀ ਜਾ ਰਿਹਾ। ਤੇ ਨਾ ਮੈਂ ਨਾ ਅਮਰੀਕਾ ਗਾਵਾਂ ਦੇ ਸਾਡਾ ਸੁਪਰਮਾਰਕੀਟ ਸੀ, ਉਹਦਾ ਨਾਂ ਸੀ ਸਨੀਡੇਲ। ਸਨੀਡੇਲ ਇੱਕ ਨਾ ਡੇਅਰੀ ਫਾਰਮ ਸੀ, ਉਹਦੇ ਨਾਂ ਤੇ ਅਸੀਂ ਰੱਖਿਆ ਸੀ ਕਿਉਂਕਿ ਅਸੀਂ ਉਹਨਾਂ ਦਾ ਦੁੱਧ ਲੈ ਕੇ ਆਪਣੇ ਸਟੋਰ ਤੇ ਵੇਚਦੇ ਸੀ। ਅਸੀਂ ਇੱਕ ਦਿਨ ਨਾ ਸਨੀਡੇਲ ਫਾਰਮ ਦੇਖਣ ਗਏ। ਉੱਥੇ ਮੈਂ ਦੇਖਿਆ ਕਿ ਪਹਿਲਾਂ ਮੈਂ ਪੁੱਛ ਰਿਹਾ ਸੀ ਕਿ ਇੰਡੀਆ ਤੇ ਉਹ ਥਣਾ ਨੂੰ ਧੋਂਦੇ ਨੇ, ਪਤਾ ਲੱਗਾ ਤਾਂ ਧੋਂਦੇ ਨੇ ਵੀ ਉਹਦੇ ਚਿੱਚੜ ਲੱਗੇ ਹੋਏ ਨੇ, ਗੰਦਾ ਵੇ, ਦੁੱਧ ਨਾ ਖਰਾਬ ਹੋ ਜਾਏ, ਸਾਰੇ ਥਣ ਸਾਫ਼ ਹੋ ਜਾਣ, ਇਸ ਕਰਕੇ ਧੋਂਦੇ ਨੇ। ਉੱਥੇ ਮੈਂ ਦੇਖਿਆ ਪਾਈਪ ਲੱਗੇ ਹੋਏ ਸਨ। ਮੈਂ ਉਹਨੂੰ ਪੁੱਛਿਆ ਤੁਸੀਂ ਕਦੋਂ ਧੋਂਦੇ ਹੋ ਥਣ? ਉਹ ਕਹਿੰਦੇ ਪਹਿਲਾਂ 2 ਥਣਾਂ ਦੇ ਥਰੂ ਨਾ ਪਾਣੀ ਆਂਦਾ, ਸਾਰੇ ਦੋ ਪਾਈਪਾਂ ਦੇ ਥਰੂ ਪਾਣੀ ਆਂਦਾ, ਸਾਰੇ ਥਣ ਧੁਲ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ। ਉਹ ਪੂਰਾ ਪ੍ਰੋਪਰ ਮੈਕੈਨੀਕਲ ਉਹਨਾਂ ਦਾ ਸਿਸਟਮ ਹੈ। ਫਿਰ ਨਾ ਉਹ ਦੁੱਧ ਦੇਣਾ ਸ਼ੁਰੂ ਕਰਦੀ ਹੈ ਜਦੋਂ ਇਹ ਸਕਿੰਗ ਕਰਦੇ ਨੇ ਉਹ ਪਾਈਪਸ ਦੇ ਨਾਲ। ਤਾਂ ਮੈਂ ਉੱਥੇ ਸੋਚਦਾ ਰਿਹਾ ਕਿ ਵੱਛੇ ਨੇ ਤੇ ਆ ਕੇ ਪੀਤਾ ਹੀ ਨਹੀਂ। ਅੱਜ ਦੀ ਮੈਡੀਕਲ ਸਾਇੰਸ, ਸਾਈਕੈਟ੍ਰਿਸਟ ਵਾਲੇ ਇਸ ਗੱਲ ਦੀ ਖੋਜ ਕਰ ਰਹੇ ਨੇ ਕਿ ਜਿਸ ਪਿਆਰ ਵਿੱਚ ਗਾਂ ਵੱਛੇ ਨੂੰ ਦੁੱਧ ਦਿੰਦੀ ਸੀ ਨਾ, ਉਸ ਦੁੱਧ ਵਿੱਚ ਜਿਹੜੇ ਲਵਿੰਗ ਹਾਰਮੋਨਸ ਸੀ ਨਾ, ਉਹ ਅੱਜ ਪਾਈਪ ਦੇ ਨਾਲ ਮਕੈਨੀਕਲੀ ਦੁੱਧ ਕੱਢ ਕੇ ਵਿੱਚ ਉਹ ਵਾਲੇ ਜਜ਼ਬਾਤ ਨਹੀਂ ਹਨ। ਦੁੱਧ ਕੱਢ ਲਿਆ, ਦੁੱਧ ਉਹੀਓ ਗਾਂ ਦਾ ਕੱਢਿਆ, ਪਰ ਇਮੋਸ਼ਨਸ। ਸੋ ਰੱਬ ਦੇ ਨਾਲ ਨਾ ਇਸ ਤਸ਼ਬੀਹ ਨੂੰ ਜੋੜਿਆ ਹੋਇਆ ਹੈ ਕਿ ਰੱਬ, ਜਿਹੜੇ ਰੱਬ ਦਾ ਦੁੱਧ ਪੀਣਾ ਚਾਹੁੰਦੇ ਨੇ, ਉਹਨੂੰ ਕਹਿੰਦੇ ਨੇ ਖੀਰ ਧਾਰ ਬਾਰਕ ਜਬ ਹੋਤਾ। ਜੋ ਮਾਤਾ ਬਾਲ ਗੋਪਾਲਾ, ਜਿਵੇਂ ਮਾਂ ਬੱਚੇ ਨੂੰ ਦੁੱਧ ਦਿੰਦੀ ਹੈ, ਇਸ ਤਰ੍ਹਾਂ ਰੱਬ ਦੁਨੀਆ ਦੇ ਹਰ ਮਨੁੱਖ ਵਾਸਤੇ ਵਿਜ਼ਡਮ ਦਾ ਦੁੱਧ ਦਿੰਦਾ ਹੈ। ਇਸ ਕਰਕੇ ਉਹਨੂੰ ਭਗਤ ਵਛਲ ਕਹਿੰਦੇ ਨੇ। ਜਿਹੜਾ ਮਨ ਰੱਬ ਜੀ ਦਾ ਦੁੱਧ ਲੈ ਕੇ ਆਪਣੇ ਅੰਗਾਂ ਨੂੰ ਵੰਡਦਾ, ਹੁਣ ਉਹ ਮਨ ਭਗਤ ਵਛਲ ਬਣ ਗਿਆ ਨਾ, ਕਿਉਂਕਿ ਉਹ ਮਨ ਆਪਣੇ ਸਾਰੇ ਅੰਗਾਂ ਨੂੰ ਦੇਣ ਯੋਗ ਹੋ ਗਿਆ। ਉਹਦੇ ਕੋਲ ਪਹਿਲਾਂ ਦੁੱਧ ਹੈ ਹੀ ਨਹੀਂ ਸੀ, ਪਹਿਲਾਂ ਤਾਂ ਭਾਂਡਾ ਹੀ ਪੁੱਠਾ ਸੀ। ਉਹਨੇ ਸੁਣਿਆ ਕਿ दूध डलवाना अपने बर्तन में, भांडा धोए, भैंस तो देवो तो दूधे को जावो। ਉਹਨੂੰ ਇਹ ਖੇਡ ਸਮਝ ਆ ਗਈ, ਉਹਨੇ ਆਪਣੇ ਭਾਂਡੇ ਦੁੱਧ ਪਵਾ ਲਿਆ, ਹੁਣ ਉਹ ਦੁੱਧ ਵੰਡਣ ਜੋਗਾ ਹੋ ਗਿਆ। ਕਿਤਨੇ ਦੇ ਐਪਲੀਕੇਬਲ ਮੀਨਿੰਗਸ ਨੇ ਉਹਦੇ ਕੋਲ, ਬੇਅੰਤ ਅਥਾ ਗਹਿਰ ਗੰਭੀਰਤਾ ਡੂੰਘਾਈ ਆ ਜਾਂਦੀ ਹੈ। ਔਰ ਉਹ ਆਪਣੇ ਸਾਰੇ ਅੰਗਾਂ ਨੂੰ ਹੀ ਦੇ ਦਿੰਦਾ ਹੈ। ਜਦੋਂ ਇਹਨਾਂ ਅੱਖਾਂ ਨੂੰ ਦਿੰਦਾ ਨਾ, ਇਹਨਾਂ ਅੱਖਾਂ ਨੂੰ ਅਕਲ ਨਹੀਂ ਹੈ। ਅੱਖਾਂ ਨੂੰ ਦੇਣ ਤੋਂ ਪਹਿਲਾਂ ਉਹਦੇ ਕੋਲ ਇੱਕ ਅੱਖਾਂ ਪ੍ਰਾਪਤ ਹੋਈਆਂ ਸੀ, ਉਹਨੂੰ ਕਹਿੰਦੇ ਨੇ ਦਾਨਾ ਬੀਨਾ। ਦਾਨਾ ਬੀਨਾ ਹੁੰਦਾ ਡਿਵਾਈਨਲੀ ਬੜਾ ਸਿਆਣਾ, फलाना बंदा बड़ा दाना है, ਇਹਦੇ ਕੋਲ दानाईगी है। बीना, वो बड़ी बरीक नजर से दे सकता है, माइक्रोस्कोपिकली। ਉਹਨੂੰ ਕਹਿੰਦੇ ਨੇ ਜੋ मांगे ठाकुर अपने ते चतुर्दिशा कीनो बल अपना सिर ऊपर करता रहे हो, कृपा कटाक अवलोकन। अवलोकन ਹੁੰਦਾ ਹੈ माइक्रोस्कोपिकली। ਮੇਰੇ ਨਾ ਜਿਹੜੇ ਅਵਗੁਣ ਮੈਨੂੰ ਹੀ ਨਹੀਂ ਨਜ਼ਰ ਆਉਂਦੇ ਨੇ, ਐਕਸਰੇ ਚ ਵੀ ਨਹੀਂ ਆ ਰਹੇ ਨੇ, ਡਾਕਟਰ ਨੂੰ ਵੀ ਸਮਝ ਨਹੀਂ ਆ ਰਹੇ, ਉਹ ਸਾਰੇ ਅਵਗੁਣ ਵੀ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਸੋ ਇਹਨੂੰ ਨਾ, ਇਹ ਵਾਲੇ ਨਾ ਦਾਨਾ ਬੀਨਾ ਵਾਲੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ। ਫਿਰ ਇਹਨਾਂ ਵਾਲੀਆਂ ਅੱਖਾਂ ਨੂੰ ਦਾਨਾਈਗੀ ਸਿਖਾ ਦਿੰਦਾ ਹੈ, ਇਹਨਾਂ ਅੱਖਾਂ ਨੂੰ ਬੀਨਾ ਸਿਖਾ ਦਿੰਦਾ ਹੈ। ਬੀਨਾ ਆਮ ਤੌਰ ਤੇ ਨਾ ਕਈ ਲੋਕੀ ਜਿਹੜੇ ਬੰਦੇ ਦੀਆਂ ਬਾਇਓਲੋਜੀਕਲ ਅੱਖਾਂ ਨਹੀਂ ਨਾ, ਉਹਨੂੰ ਕਹਿ ਦਿੰਦੇ ਨੇ, ਪਰ ਗੁਰਮਤਿ ਵਿੱਚ ਬੀਨਾ ਮਤਲਬ ਜਿਹਨੂੰ
ਮਾਈਕਰੋਸਕੋਪਿਕਲੀ ਬਰੀਕੀ ਨਾਲ ਦੇਖਣਾ ਆ ਗਿਆ। ਅੱਛਾ ਜੇ ਮੈਨੂੰ ਆ ਜਾਏ ਨਾ ਬਰੀਕੀ ਨਾਲ ਦੇਖਣਾ, ਦਾਨਾ ਬੀਨਾ ਮੇਰੀਆਂ ਇਹ ਵਾਲੀਆਂ ਅੱਖਾਂ ਹੋ ਜਾਣ, ਇਹਨਾਂ ਦੇ ਪਿੱਛੇ ਮੇਰਾ ਮਨ ਹੀ ਦਾਨਾ ਬੀਨਾ ਹੋ ਗਿਆ। ਮਨ ਨੇ ਅੱਖਾਂ ਨੂੰ ਦੁੱਧ ਦਿੱਤਾ, ਅੱਖਾਂ ਦਾਨਾ ਬੀਨਾ ਹੋ ਗਈਆਂ, ਅੱਖਾਂ ਦਾ ਸੂਤਕ ਲੱਥ ਗਿਆ। ਜਦੋਂ ਅਸੀਂ ਸਪਿਰਿਚੁਅਲ ਹੋ ਜਾਂਦੇ ਆ ਨਾ ਦਾਨਾ ਬੀਨਾ, ਇਹਦੇ ਉੱਤੇ ਮੈਂ ਇੱਕ ਆਰਟੀਕਲ ਲਿਖਿਆ ਹੈ, ਆਪਣੀਆਂ ਅੱਖਾਂ ਕੈਸੀਆਂ ਬਣਾਓ, अपना नक कैसा बनाओ, अपनी जबान कैसी बनाओ। मैं अपने नाखून, अपनी उंगलां, अपने हाथ, अपने डोले, अपने मोढे, अपनी छाती, ये सारे ना अंगां ते ना मैं उस तरह ही डवेल कर करके सोच रहा सी कि आइडियल इंसान दे अंग कैसे होंदे ने। करदे 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 मैं सारे अंगां नूं ना ਐਵੇਂ ਆਪਣੇ ਇੱਕ ਲੋਰੀ ਚ ਉਸ ਆਰਟੀਕਲ ਵਿੱਚ ਪਤਾ ਨਹੀਂ ਕਿਹੜੀ ਸਾਡੀ ਪੁਸਤਕ ਵਿੱਚ ਆ, ਲਿਵਿੰਗ ਟ੍ਰੈਜਰ ਤੋਂ ਮਿਲ ਜਾਏਗੀ, ਕਿ ਸਾਰੇ ਅੰਗਾਂ ਨੂੰ ਜਦੋਂ ਦੁੱਧ ਪ੍ਰਾਪਤ ਹੋ ਗਿਆ ਨਾ, ਅਸੀਂ ਦੂਜੇ ਵੱਲ ਨਫ਼ਰਤ ਦੀ ਨਜ਼ਰ ਨਾਲ ਦੇਖਾਂਗੇ ਹੀ ਨਹੀਂ। ਗੁਰਮਤ ਦੀ ਵਾਲੀ ਪ੍ਰੈਕਟਿਸ ਕਰਨੀ ਮੈਨੂੰ ਆ ਜਾਏਗੀ, ਨਾ ਕੋ ਬੈਰੀ ਨਹੀਂ ਬੇਗਾਨਾ। ਅਸੀਂ ਬਰੀਕੀ ਦੇ ਨਾਲ ਦੂਜਿਆਂ ਦੇ ਹਿਰਦੇ ਦੇ ਅੰਦਰ ਝਾਂਕ ਕੇ ਵੇਖ ਸਕਾਂਗੇ। ਮੇਰੀਆਂ ਅੱਖਾਂ ਦਾਨਾ ਬੀਨਾ ਹੋ ਗਈਆਂ, ਕਿਉਂਕਿ ਇਹਨੂੰ ਭਗਤ ਵਛਲ ਰੱਬ ਜੀ ਨੇ ਦੁੱਧ ਦਿੱਤਾ ਮਨ ਨੂੰ, ਮਨ ਨੇ ਦੁੱਧ ਆਪਣੇ ਸਾਰੇ ਅੰਗਾਂ ਨੂੰ ਵੰਡ ਦਿੱਤਾ। ਹੁਣ ਮੇਰੀਆਂ ਅੱਖਾਂ ਨਾ ਇੰਨੀਆਂ ਦਾਨਾ ਬੀਨਾ ਹੋ ਜਾਣ ਕਿ ਮੈਨੂੰ ਦੂਜਿਆਂ ਦਾ ਅਵਗੁਣ ਦੇਖਣਾ ਨਾ ਆਵੇ, ਰਾਦਰ ਦੂਜਿਆਂ ਦੇ ਦਿਲਾਂ 'ਚ ਝਾਂਕ ਕੇ ਦੇਖਣਾ ਆ ਜਾਵੇ। इस तरीके दे नाल जबान, कान, ये सारे इस भगत वछल सतगुरु बन गए मन कोलों दुध विजडम लैंदे ने, ये भी ट्रांसफॉर्म हो जाते हैं। थैंक यू। बहुत अच्छी खूबसूरती नाल विचार दिती वी जी आप जी ने, जरा भगत वछल नूं गां ते वच्छे नाल आपने रिलेट करके समझाना किया है। बहुत अच्छा एक दृष्टांत दिता है आप जी ने। और नाल आप जी ने यह भी गल कही है कि असी अपने अखां, कान, जबान, शरीर दे हर अंग जिहड़े ने असी आप कढ सकते हैं, आप बना सकते हैं। बड़ी बेहतरीन तरीके नाल आप जी ने रिलेट करके समझाना किया है। जी सुखविंदर वी जी। हाँ जी वीर जी, इस शब्द की जिहड़ी पहली तुकारी है, सतगुर सेवै से जन साचे। गुरु ग्रंथ साहिब जी दे विच सतगुरु जी ने ना अपना एक सिद्धांत आप ही दसिया सानू, और सानू कहंदे ने तुसी वो सिद्धांत दृढ़ करके रखना। सतगुरु जी दे रहे हैं, वो साडा सिद्धांत नहीं है, सतगुरु जी सानू आप समझा रहे हैं वो सिद्धांत। सतगुरु जी गुरबाणी विच आखदे ने, कहंदे ने ये सिद्धांत नियम है, सतगुरु जी का हुक्म है। कहंदे ए मन जैसा सेवै तैसा होए। ये सिद्धांत किसी दुनियावी मनुख का नहीं है, ये सतगुरु जी का अपना सिद्धांत है, गुरु जी का सिद्धांत है, गुरु नानक जी का ही ये सिद्धांत है, ये बाणी गुरु का ही सिद्धांत है कि ये मन जैसा सेवै तैसो होए। इसी नूं ही सतगुरु जी आप सानू एक सतगुरु जी का होर सिद्धांत है। सतगुरु जी कहंदे ने जो मांगे ठाकुर अपने ते सोई सोई देवै। फिर सानू पता है की सिखांदे ने जपजी साहब, सतगुरु जी कहंदे ने देखो मैं तुहानू ये भी कह रहा दृढ़ कर लो कि जो मांगोगे वो मिलेगा। फिर सतगुरु जी सानू ना मंगन दा दसदे भी है, कहंदे तू की मंगी। जपजी साहब विच सानू कहंदे ने, कहंदे तू ये मंगी, सानू आप ना बाणी उचार के, बाणी सच की बाणी सानू उचार के सानू दसदे ने कि तुसी इस तरह मंगियो। कहंदे ताही जो मांगे ठाकुर अपने ते वाला लौ अप्लाई होएगा। कहंदे ने तुसी पता की मंगियो, तुसी ये मंगिया करो कि किव सचियारा हुई है। कहंदे तुसी ये मंगना, क्योंकि फिर लौ कहंदे फिर साडा लौ है, तुसी ये मंग रहे हो, कहंदे असीं फिर तुहानू जो मंग रहे हो दे देवांगे। उत्थे सानू ये नहीं सिखाया जा रहा, सानू ये नहीं साडे तो मंग मंगवाई जा रही कि जो किव सचियारा सेवी है। उत्थे सिर्फ सानू ये नहीं मंगवाया जा रहा। असीं अरदास भी जो करदे ना वो है किव सचियारा होई है, होई है। ਇੱਥੇ ਸਤਿਗੁਰੂ ਜੀ ਸਾਨੂੰ ਇਹ ਨਹੀਂ ਦੱਸ ਰਹੇ ਕਿ ਤੁਸੀਂ ਸਿਰਫ ਸਤਿਗੁਰੂ ਜੀ ਨੂੰ ਸੇਵਦੇ ਰਹਿਣਾ ਸਾਰੀ ਉਮਰ। ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਤੁਸੀਂ ਇਹ ਮੰਗਿਆ ਹੈ ਨਾ, ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹ ਕੇ ਅਰਦਾਸ ਕਰਦੇ ਹੋ ਨਾ, ਤੁਸੀਂ ਇਹ ਮੰਗਦੇ ਹੋ ਨਾ ਕਿ ਸਤਿਗੁਰੂ ਜੀ ਮੈਂ ਸਚਿਆਰਾ
ਸੇਵਣਾ ਨਹੀਂ ਚਾਹੁੰਦਾ। ਤੁਸੀਂ ਸਚਿਆਰ ਹੋ, ਬਿਲਕੁਲ ਸਹੀ ਗੱਲ ਹੈ। ਸਤਿਗੁਰੂ ਜੀ ਹੀ ਸਚਿਆਰ ਨੇ, ਸਤਿਗੁਰੂ ਜੀ ਦੇ ਹੀ ਇਹ ਵਿਸ਼ੇਸ਼ਣ ਨੇ ਕਿ ਸਤਿਗੁਰੂ ਜੀ, ਗੁਰੂ ਨਾਨਕ ਜੀ, ਬਾਣੀ ਗੁਰੂ ਜੀ, ਸ਼ਬਦ ਗੁਰੂ ਜੀ, ਸਤਿਗੁਰੂ ਜੀ ਦਾ ਹੁਕਮ, ਇਹ ਸਤਿਗੁਰੂ ਦੀ ਵਿਸ਼ੇਸ਼ਣ ਹੈ ਕਿ ਸਤਿਗੁਰੂ ਜੀ ਹੀ ਅਗਮ ਨੇ, ਸਤਿਗੁਰੂ ਜੀ ਹੀ ਅਗੋਚਰ ਨੇ, ਸਤਿਗੁਰੂ ਜੀ ਹੀ ਬੇਪਰਵਾਹ ਨੇ, ਸਤਿਗੁਰੂ ਜੀ ਹੀ ਭਗਤ ਵਛਲ ਤੇ ਅਥਾਹ ਨੇ। ਬਿਲਕੁਲ ਸਹੀ ਗੱਲ ਹੈ। ਸਤਿਗੁਰੂ ਜੀ ਦੇ, ਪ੍ਰਮਾਤਮਾ ਦੇ, ਗੁਰੂ ਨਾਨਕ ਜੀ ਦੇ, ਬਾਣੀ ਗੁਰੂ ਦੇ ਵਿਸ਼ੇਸ਼ਣ ਨੇ। ਲੇਕਿਨ ਹੁਣ ਅਸੀਂ ਇਹੀ ਤਾਂ ਮੰਗ ਰਿਹਾ ਸੀ ਸਾਡਾ ਮਨ, ਇਹ ਮਨ ਜੈਸਾ ਸੇਵੇ। ਹੁਣ ਮਨ ਨੇ ਸਤਿਗੁਰੂ ਸੇਵਣ ਵਾਲੀ ਇੱਥੇ ਉੱਪਰ ਆ ਰਿਹਾ ਜੇ ਸਤਿਗੁਰ ਸੇਵ ਹੈ। ਮਨ ਨੇ ਸਤਿਗੁਰੂ ਸੇਵਿਆ, ਲੌ ਸੀ ਕਿ ਜੋ ਸੇਵੇਗਾ ਮਨ ਉਹ ਹੋ ਜਾਏਗਾ। ਇਹ ਲੌ ਨਹੀਂ ਹੈ ਕਿ ਸਿਰਫ ਅਸੀਂ ਸੇਵਾਂਗੇ ਤੇ ਸਿਰਫ ਸੇਵਦੇ ਹੀ ਰਹਿ ਸਕਦੇ ਹਾਂ। ਗੁਰਬਾਣੀ ਦਾ ਇਹ ਲੌ ਨਹੀਂ ਹੈ। ਗੁਰਬਾਣੀ ਕਹਿੰਦੀ, ਗੁਰੂ ਸਾਹਿਬ ਜੀ ਆਖਦੇ ਨੇ, ਕਹਿੰਦੇ ਨੇ ਤੂੰ ਜੋ ਸੇਵੇਗਾ, ਕਹਿੰਦਾ ਉਹਦਾ ਫਲ ਪਤਾ ਕੀ ਦੇਣਗੇ? ਸਤਿਗੁਰੂ ਜੀ ਹੀ ਦਿੰਦੇ ਨੇ। ਕਹਿੰਦੇ ਸਤਿਗੁਰੂ ਜੀ ਕਹਿੰਦੇ ਜੋ ਸੇਵੇਗਾ ਉਹ ਤੂੰ ਹੋ ਜਾਵੇਗਾ। ਇਹ ਮਨ ਜੈਸਾ ਸੇਵੈ, ਇੱਥੇ ਕੀ ਆ ਰਿਹਾ? ਸਤਿਗੁਰ ਸੇਵੈ ਤੈਸੋ ਹੋਏ। ਪਹਿਲਾ ਮਨ ਜਮ ਨੂੰ ਸੇਵਦਾ ਸੀ, ਦੂਜੀ ਮੱਤ ਨੂੰ, ਦੂਜੇ ਭਾਵ ਨੂੰ ਸੇਵਦਾ ਸੀ, ਤੇ ਜਮ ਕੀ ਸਰਕਾਰ, ਜਮ ਬਣ ਕੇ ਜਮ ਕੀ ਸਰਕਾਰ ਚਲਾ ਰਿਹਾ ਸੀ। ਹੁਣ ਮਨ ਹਰ ਜੀਓ ਨੂੰ ਸੇਵਦਾ ਹੈ, ਸਤਿਗੁਰੂ ਜੀ ਨੂੰ ਸੇਵਦਾ ਹੈ, ਅਗਮ ਅਗੋਚਰ ਬੇਪਰਵਾਹ ਜੀ ਨੂੰ ਸੇਵਦਾ ਹੈ, ਸਤਿਗੁਰੂ ਬਣ ਜਾਂਦਾ ਹੈ ਮਨ, ਜਿਸ ਨੂੰ ਆਖਦੇ ਹਰ ਜੀਓ ਕੀ ਸਰਕਾਰ ਹੈ, ਜਿੱਥੋਂ ਸ਼ਬਦ ਸ਼ੁਰੂ ਹੋ ਰਿਹਾ। ਕਹਿੰਦੇ ਨੇ ਸੋ ਹਰ ਜੀਓ ਸੇਵਿਓ ਅਗਮ ਅਪਾਰਾ। ਸਤਿਗੁਰੂ ਜੀ ਅਗਮ ਨੇ, ਅਗੋਚਰ ਨੇ, ਬਿਲਕੁਲ ਸਹੀ ਗੱਲ। ਲੇਕਿਨ ਹੁਣ ਅਗਮ ਰੂਪ ਕਾ ਮਨ ਮੈਂ ਥਾਨਾ ਹੋ ਗਿਆ ਹੈ, ਕਿਉਂਕਿ ਮਨ ਨੇ ਅਗਮ ਸਤਿਗੁਰੂ ਜੀ ਨੂੰ, ਅਗੋਚਰ ਸਤਿਗੁਰੂ ਜੀ ਨੂੰ ਸੇਵਿਆ ਸੀ, ਤੇ ਕੀ ਹੋਇਆ? ਅਗਮ ਰੂਪ ਕਾ ਮਨ ਮੈਂ ਥਾਨ ਹੋ ਗਿਆ। ਮਨ ਵਿੱਚ ਆ ਕੇ ਸਤਿਗੁਰੂ ਜੀ ਵਸ ਗਏ। ਸਤਿਗੁਰੂ ਜੀ ਜੋ ਅਗਮ ਸੀ, ਅਗੋਚਰ ਸੀ, ਬੇਪਰਵਾਹ ਸੀ, ਸਤਿਗੁਰੂ ਜੀ ਮਨ ਵਿੱਚ ਆ ਕੇ ਵਸ ਕੇ ਹੁਣ ਮਨ ਕੀ ਰਹਿ ਗਿਆ? ਜਿਵੇਂ ਨਦੀਆਂ ਅਤੇ ਵਾ ਪਵੈ ਸਮੁੰਦ, ਫਿਰ ਨਦੀਆਂ ਨਹੀਂ ਰਹਿੰਦੀਆਂ, ਸਮੁੰਦ ਹੀ ਸ਼ਾਹ ਸੁਲਤਾਨ ਹੋ ਜਾਂਦੀ। ਨੂੰ ਆਖਦੇ ਨਾ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਇੱਥੇ ਵੀ ਲਫ਼ਜ਼ ਸੁਲਤਾਨ ਆ ਰਿਹਾ ਤੇ ਜਪਜੀ ਸਾਹਿਬ ਵਿੱਚ ਵੀ ਆਉਂਦਾ। ਕਹਿੰਦੇ ਨੇ ਜਦੋਂ ਨਦੀਆਂ ਅਤੇ ਵਾਹ ਸਮੁੰਦ ਚ ਸਮਾ ਜਾਂਦੇ ਨੇ, ਫਿਰ ਕਹਿੰਦੇ ਪਤਾ ਕੀ ਹੁੰਦਾ? ਉਹ ਕਹਿੰਦੇ ਉਹ ਸਮੁੰਦ ਸ਼ਾਹ ਸੁਲਤਾਨ ਹੋ ਜਾਂਦੇ ਨੇ, ਜਿਸ ਨੂੰ ਆਖਦੇ ਨੇ ਨਾ ਮਨ ਰਾਜਾ ਸੁਲਤਾਨ। ਕਿਹਨੇ ਸਮਝਾ ਦਿੱਤਾ? ਗੁਰਬਿੰਦ ਸਿੰਘ। ਗੁਰੂ ਦੀ ਸੇਵਾ ਜਦੋਂ ਸਾਡਾ ਮਨ ਕਰਦਾ ਹੈ, ਭਾਵ ਸਤਿਗੁਰੂ ਜੀ ਨੂੰ ਸੇਵਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਹੈ? ਮਨ ਹੀ ਸਤਿਗੁਰੂ ਬਣ ਜਾਂਦਾ ਹੈ। ਭਾਵ ਮਨ ਸਤਿਗੁਰੂ ਜੀ ਦੀ, ਸਤਿਗੁਰੂ ਕੌਣ ਹੈ? ਸਤਿਗੁਰੂ ਜੀ ਦੀ ਮੱਤ ਹੀ ਸਤਿਗੁਰੂ ਹੈ, ਸਤਿਗੁਰੂ ਜੀ ਦੀ ਸਿੱਖਿਆ ਹੀ ਸਤਿਗੁਰੂ ਹੈ, ਸਤਿਗੁਰੂ ਜੀ ਦੇ ਬਚਨ ਹੀ ਸਤਿਗੁਰੂ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ। ਸਤਿਗੁਰੂ ਜੀ ਦੀ ਜੇ ਸਿੱਖਿਆ ਸਤਿਗੁਰੂ ਹੈ, ਸਤਿਗੁਰੂ ਜੀ ਦਾ ਉਪਦੇਸ਼ ਜੇ ਸਤਿਗੁਰੂ ਹੈ। ਹੁਣ ਮਨ ਦੇ ਨਾਲ ਉਪਦੇਸ਼, ਮਨ ਸਤਿਗੁਰੂ ਮਾਹੇ ਸਮਾ ਗਿਆ। ਸਤਿਗੁਰੂ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਦੇਖੋ ਦੁਨਿਆਵੀ ਵਿੱਚ ਵੀ ਅਸੀਂ ਜੋ ਪੜ੍ਹਦੇ ਆ ਨਾ, ਉਹ ਵਿਚਾਰਧਾਰਾ ਹੁੰਦੇ ਆ। ਸਤਿਗੁਰੂ ਜੀ ਵਿਚਾਰਧਾਰਾ ਨੇ, ਸੱਚ ਦੀ ਵਿਚਾਰਧਾਰਾ। ਤੇ ਸਾਡੇ ਅੰਦਰ ਜਦੋਂ ਅਸੀਂ ਸੱਚ ਦੀ ਵਿਚਾਰਧਾਰਾ ਨੂੰ ਸੇਵਦੇ ਹਾਂ, ਸੱਚ ਦੀ ਵਿਚਾਰਧਾਰਾ ਗੁਰੂ ਤੋਂ ਸੱਚੀ ਰੂਪੀ ਸਿੱਖਿਆ ਲੈਂਦੇ, ਸਾਡੇ ਅੰਦਰ ਸੱਚ ਦੀ ਵਿਚਾਰਧਾਰਾ ਆ ਜਾਂਦੀ ਹੈ। ਇਸੇ ਨੂੰ ਹੀ ਕਹਿੰਦੇ ਨੇ ਸੇ ਜਨ ਸਾਚੇ। ਭਾਵ ਉਹ ਨਾਨਕ ਬਣ ਜਾਂਦਾ, ਉਹ ਸੱਚ ਸਰੂਪ ਹੋ ਜਾਂਦੇ ਨੇ। ਕਿਹੜੇ? ਜਿਹੜੇ ਸੱਚ ਨੂੰ ਧਿਆਉਂਦੇ ਨੇ। ਨਾਨਕ ਸੱਚ, ਸੱਚ ਦੇ ਚ ਨੂੰ ਔਂਕੜਾ ਅਸੀਂ ਇੱਥੇ ਵਿਸ਼ਰਾਮ ਦੇਵਾਂਗੇ। ਧਿਆਇਨ ਸੱਚ, ਜਿਹੜੇ ਸੱਚ ਨੂੰ ਧਿਆਉਂਦੇ ਨੇ, ਜਿਸ ਨੂੰ ਇੱਥੇ ਆਖਰੇ ਨੇ ਸਤਿਗੁਰ ਸੇਵੈ। ਜਿਹੜੇ ਸੱਚ ਨੂੰ ਧਿਆਉਂਦੇ ਨੇ, ਸਤਿਗੁਰੂ ਨੂੰ ਸੇਵਦੇ ਨੇ, ਉਹ ਸੇ ਜਨ ਸਾਚੇ ਹੋ ਜਾਂਦੇ ਹਨ, ਜਿਸ ਨੂੰ ਆਖਦੇ ਨੇ ਨਾ ਇਹ ਮਨ ਜੈਸਾ ਸੇਵੇ ਤੈਸੋ ਹੋਏ। ਉਸੇ ਨੂੰ ਜਪਜੀ ਸਾਹਿਬ ਵਿੱਚ ਆਉਂਦੇ ਨੇ, ਕਹਿੰਦੇ ਨੇ ਹੋਆ ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਨੇ ਇੱਕ ਹੀ, ਕਹਿੰਦੇ ਨੇ ਇਹ ਜਿਹੜਾ ਬੁੱਝ ਲਏਗਾ ਨਾ ਇਹ ਵਸਤੀ, ਉਹ ਕਹਿੰਦੇ ਨੇ ਹੋਆ ਸਚਿਆਰ। ਜੇ ਕੋ ਬੁੱਝੈ ਹੋਏ ਸਚਿਆਰ, ਹੋ ਜਾਂਦਾ ਸਚਿਆਰ। ਪਹਿਲਾਂ ਤਾਂ ਕਹਿ ਰਹੇ ਸੀ ਕਿਵ ਸਚਿਆਰਾ ਹੋਈ ਹੈ, ਸਤਿਗੁਰੂ ਕਹਿੰਦੇ ਨੇ ਹੋ ਜਾਓਗੇ ਸਚਿਆਰ, ਹੋ ਹੀ ਕਰ ਦਿੰਦੇ ਨੇ ਸਤਿਗੁਰੂ ਜੀ। ਸਤਿਗੁਰੂ ਜੀ ਅੰਦਰ ਵਸ ਜਾਂਦੇ ਨੇ, ਉਸੇ ਨੂੰ ਕਹਿੰਦੇ ਨੇ ਸੇ ਜਨ ਸਾਚੇ ਹੋ ਗਏ। ਉਹਦਾ ਰਿਜ਼ਲਟ ਕੀ ਹੈ? ਹੁਣ ਜੰਮਣ ਮਰਨ ਦੀ ਜਿਹੜੀ ਅਵਸਥਾ ਖਤਮ ਹੋ ਜਾਂਦੀ ਹੈ, ਕੱਚੇਪਨ ਵਾਲੀ ਅਵਸਥਾ ਵੀ ਖਤਮ ਹੋ ਜਾਂਦੀ ਹੈ। ਕਿਉਂ? ਹੁਣ ਸਤਿਗੁਰੂ ਤੋਂ ਬਿਨਾਂ ਹੋਰ ਕੱਚੀ ਬਾਣੀ ਨਾਲੋਂ ਜੁੜਦੇ ਹੀ ਨਹੀਂ, ਕੱਚੀ ਵਿਚਾਰਧਾਰਾ ਦੇ ਨਾਲ ਜੁੜਦੇ ਹੀ ਨਹੀਂ। ਸੱਚੀ ਵਿਚਾਰਧਾਰਾ ਨਾਲ ਜੁੜੇ, ਕੱਚੀ ਵਿਚਾਰਧਾਰਾ ਹੀ ਕੱਚੇਪਨ ਦੀ ਨਿਸ਼ਾਨੀ ਹੈ, ਸੱਚ ਦੀ ਵਿਚਾਰਧਾਰਾ ਹੀ ਸੱਚ ਦੀ ਨਿਸ਼ਾਨੀ ਹੈ। ਸੱਚ ਦੀ ਵਿਚਾਰਧਾਰਾ ਨੂੰ ਹੀ ਸੱਚ ਕਹਿੰਦੇ ਨੇ, ਕੱਚੀ ਵਿਚਾਰਧਾਰਾ ਨੂੰ ਹੀ ਕੱਚਨ ਕੱਚ ਕਹਿੰਦੇ। ਸਤਿਗੁਰੂ ਕਹਿੰਦੇ ਨੇ ਉੱਥੋਂ ਤੁਸੀਂ ਬਚਣਾ ਹੈ। ਕਹਿੰਦੇ ਨੇ ਕਹਿੰਦੇ ਕੱਚੇ ਹੋ ਜਾਵਾਂਗੇ, ਸੁਣਦੇ ਕੱਚੇ ਹੋ ਜਾਵਾਂਗੇ, ਕਹਿੰਦੇ ਅਸੀਂ ਬਚਣਾ ਹੈ। ਉਸੀ ਅਵਸਥਾ ਨੂੰ ਉਰੇ ਆਖਦੇ ਨੇ। ਦੇਖੋ ਹੁਣ ਆਖਦੇ ਨੇ ਸਤਿਗੁਰ ਸੇਵੈ, ਸੇਵੈ ਵੀ ਪਲੂਰਲ ਹੈ ਤੇ ਸੇ ਜਨ ਵੀ ਪਲੂਰਲ, ਜਿਸ ਨੂੰ ਉੱਪਰ ਜਾ ਕੇ ਆਖਰੇ ਸਨ ਸੋ
ਹਰ ਜੀਓ ਸੇਵਿਓ ਕਿਸ ਨੂੰ ਆਖਦੇ, ਕਹਿੰਦੇ ਜਿਹੜਾ ਹੁਣ ਮਨ ਸਤਿਗੁਰੂ ਨੂੰ ਸੇਵ ਕੇ ਸਤਿਗੁਰੂ ਦਾ ਵਿਚਾਰਧਾਰਾ ਜਿਸ ਨੇ ਲੈ ਲਈ, ਸੱਚ ਵਿੱਚ ਸਮਾ ਗਿਆ। ਹੁਣ ਇਹ ਜਿਹੜੇ ਸਾਡੀਆਂ ਅੱਖਾਂ ਨੇ, ਕੰਨ ਨੇ, ਭਾਵ ਸਾਡਾ ਪੂਰਾ ਤਨ ਹੈ ਨਾ, ਤਨ ਵਿੱਚ ਇਕੱਲਾ ਇਹ ਤਨ ਦੇ ਵਿੱਚ ਬਹੁਤ ਕੁਝ ਨੇ, ਅੱਖਾਂ, ਨੱਕ, ਸਾਡੇ ਸਾਰੇ ਇੰਦਰੀ ਗਿਆਨ ਇੰਦਰੀ ਰੋਮ ਨੂੰ, ਉਹ ਸਾਰਿਆਂ ਦੇ ਸਮੂਹ ਨੂੰ ਆਖਦੇ ਨੇ ਹੁਣ ਜਨ ਸੇਵ ਹੈ। ਕਹਿੰਦੇ ਹੁਣ ਉਹ ਵੀ ਸਤਿਗੁਰੂ ਜੀ ਦੀ, ਜਿਹੜਾ ਹੁਣ ਸਤਿਗੁਰੂ ਜੀ ਪ੍ਰਮਾਤਮਾ ਜੀ ਅੰਦਰ ਬੈਠ ਕੇ ਕਹਿੰਦੇ ਹੁਣ ਉਹ ਵੀ ਉਹਨਾਂ ਦੀ ਸੇਵਾ ਕਰ ਰਹੇ ਨੇ, ਸਾਰੇ ਹੀ ਸੇਵ ਰਹੇ ਨੇ। ਹੁਣ ਇਹ ਜਿਹੜੀ ਅਵਸਥਾ ਕਰ ਜਿਸ ਨੂੰ ਆਖਦੇ ਨੇ ਤਿੱਥੈ ਭਗਤ ਵਸੈ ਕੇ ਲੋ, ਉੱਥੇ ਹੁਣ ਭਗਤਾਂ ਦੇ ਪੂਰੇ ਬਹੁਤ ਸਾਰੇ ਭਗਤਾਂ ਦੇ ਉੱਥੇ ਕੀ ਕਹਿੰਦੇ ਇਕੱਠ ਹੋਏ ਪਏ ਨੇ, ਸਾਰੇ ਮਤਲਬ ਇਕੱਠੇ ਮਿਲ ਕੇ ਭਗਤ ਸਾਰੇ ਇਕੱਠ ਕਰਕੇ ਹੁਣ ਸੇਵਦੇ ਪਏ ਨੇ। ਕਦੋਂ? ਜਦੋਂ ਰਾਮ ਮਨ ਵਿੱਚ ਵਸ ਗਿਆ ਸੀ, ਜਿਨ ਕੈ ਰਾਮ ਵਸੈ ਮਨ ਮਾਹੇ, ਉਹ ਅਵਸਥਾ ਇੱਥੇ ਬਿਆਨ ਕਰ ਰਹੇ ਨੇ। ਜਦ ਇੱਥੇ ਇਹਦਾ ਮਤਲਬ ਅਸੀਂ ਇਹ ਨਾ ਕਰਿਆ ਕਰੀਏ ਕਿ ਸਤਿਗੁਰੂ ਨੂੰ ਸੇਵਨ ਨਾਲ ਜਦੋਂ ਅਸੀਂ ਕਹਿੰਦੇ ਨਾ ਅਸੀਂ ਸੱਚੇ ਬਣ ਜਾਂਦੇ ਹਾਂ, ਸਤਿਗੁਰੂ ਬਣ ਜਾਂਦੇ, ਇਹਦਾ ਮਤਲਬ ਇਹ ਨਾ ਕਿਉਂਕਿ ਅਸੀਂ ਰੱਬ ਬਣ ਗਏ ਹਾਂ। ਉਹਦਾ ਮਤਲਬ ਸਤਿਗੁਰੂ ਜੀ ਸਮਝਾਉਂਦੇ ਨੇ ਸਾਡੇ 'ਚ ਸਤਿਗੁਰੂ ਜੀ ਸੱਚ ਦਾ ਬਣਨਾ, ਸੱਚ ਵਿੱਚ ਸਮਾ ਜਾਣ ਦਾ ਮਤਲਬ ਹੋ ਜਾਂਦਾ ਹੈ ਸਾਡੇ ਅੰਦਰ ਹੁਕਮ ਹੁਣ ਚੱਲਣ ਲੱਗ ਗਿਆ, ਮਨ ਹੁਕਮਾਂ ਵਿੱਚ ਹੁਣ ਕੰਮ ਕਰਨ ਲੱਗ ਗਿਆ ਹੈ। ਜਿਵੇਂ ਪਹਿਲਾਂ ਸਤਿਗੁਰੂ ਕੇ ਭਾਣੇ ਨਹੀਂ ਚੱਲਦਾ ਸੀ, ਸਤਿਗੁਰੂ ਦੇ ਭਾਣੇ 'ਚ ਚੱਲਣ ਲੱਗ ਗਿਆ। ਸਤਿਗੁਰੂ ਜੀ ਦਾ ਭਾਣਾ ਹੀ ਤਾਂ ਰੱਬ ਹੈ, ਸਤਿਗੁਰੂ ਜੀ ਹੁਕਮ ਹੀ ਤਾਂ ਰੱਬ ਨੇ ਗੁਰਬਾਣੀ ਆਖਦੀ ਹੈ, ਇੱਕ ਨਾ ਹੁਕਮ ਹੀ ਤਾਂ ਨਾਮ ਨਿਰੰਜਨ ਹੈ। ਤੇ ਜਦੋਂ ਅਸੀਂ ਹੁਕਮਾਂ ਵਿੱਚ ਚੱਲਣ ਲੱਗੇ, ਭਾਵ ਸਤਿਗੁਰੂ ਜੀ ਦੇ ਰਸਮਾਂ ਵਿੱਚ ਚੱਲਣ ਲੱਗੇ, ਸਤਿਗੁਰੂ ਜੀ ਬਣ ਗਏ। ਹੁਣ ਜਦੋਂ ਅੰਦਰ ਹੁਕਮ ਵਸ ਗਿਆ, ਭਾਵ ਰਾਮ ਵਸ ਗਿਆ, ਰਾਮ ਹੀ ਤਾਂ ਪ੍ਰਮਾਤਮਾ ਹੈ। ਜਦੋਂ ਰਾਮ ਸਾਡੇ ਮਨ ਵਿੱਚ ਵਸ ਗਿਆ, ਇਹਦਾ ਮਤਲਬ ਪ੍ਰਮਾਤਮਾ ਜੀ ਵਸ ਗਈ। ਜਦੋਂ ਸੱਚ ਦੀ ਵਿਚਾਰਧਾਰਾ ਸਾਡੇ ਅੰਦਰ ਵਸ ਗਈ, ਸਮਝ ਲਓ ਸਤਿਗੁਰੂ ਜੀ ਰੱਬ ਵਸ ਗਿਆ। ਇਸੇ ਨੂੰ ਸਤਿਗੁਰੂ ਜੀ ਇੱਥੇ ਆਖਦੇ ਨੇ ਸਤਿਗੁਰ ਸੇਵੈ ਸੇ ਜਨ ਸਾਚੇ ਹੋ ਜਾਂਦੇ ਨੇ। ਅਸੀਂ ਵੀ ਰੱਬ ਦਾ ਰੂਪ, ਸੱਚ ਦਾ ਸਰੂਪ ਬਣ ਜਾਂਦੇ ਹਾਂ। ਹਾਂਜੀ जी जी, बड़े सोहने तरीके नाल आप जी ने समझाना कीता। आप जी बड़ी अच्छी तरीके नाल कि जिन्हों जेवो जेनू सेवदे हन ओवो जे हो जांदे। ਇਹ ਆਜ਼ਾਦੀ ਦਿੱਤੀ ਹੈ ਸਾਨੂੰ ਕਿ ਅਸੀਂ ਸੇਵਨਾ ਕਿੰਨੂੰ, ਔਰ ਨਾਲ ਸਮਝਾ ਵੀ ਰਹੇ ਕਿ ਕਿੰਨੂੰ ਸੇਵਨਾ ਕਰੀਏ, ਪਰ ਨਿਰਣਾ ਅਸੀਂ ਆਪ ਲੈਣਾ ਹੈ ਕਿ ਕਿੰਨੂੰ ਸੇਵੀਏ ਕਿੰਨੂੰ ਨਾ ਸੇਵੀਏ। ਸਤਿਗੁਰ ਪੂਰਾ ਸਾਚ ਦ੍ਰਿੜਾਏ, ਸੱਚੇ ਸ਼ਬਦ ਸਦਾ ਗੁਣ ਗਾਏ, ਗੁਣ ਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਸਤਿਗੁਰ ਸਤਿਗੁਰ ਪੂਰਾ ਹੈ, ਅਧੂਰਾ ਨਹੀਂ ਹੈ ਸਤਿਗੁਰ ਕਿ ਸਾਨੂੰ ਵੀਰ ਰਸ ਲੈਣ ਲਈ ਕਿਧਰੇ ਹੋਰ ਜਾਣਾ ਪਵੇ। ਸਤਿਗੁਰ ਪੂਰਾ ਹੈ, ਪੂਰਾ ਸਮਰੱਥ ਹੈ। ਸਾਚ ਦ੍ਰਿੜਾਏ, ਸੱਚ ਨੂੰ ਦ੍ਰਿੜ ਕਰਾਵੇ, ਦ੍ਰਿੜ ਤੋਂ ਕੀ ਪਾਵੇ, ਪੱਕਾ ਕਰਾ ਦਿੰਦੇ। ਮੇਰਾ ਠਾਕੁਰ ਸੱਚ ਦ੍ਰਿੜਾਏ, ਸੱਚ ਨੂੰ ਦ੍ਰਿੜ ਕਰਾ ਦਿੰਦੇ। ਸਤਿਗੁਰ ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣ ਕਾਸ। ਜੇ ਪੂਰਾ ਸਤਿਗੁਰ ਮਿਲ ਪਵੇ, ਪੂਰਾ ਖਜ਼ਾਨੇ, ਫਿਰ ਕਹਿੰਦੇ ਖਜ਼ਾਨਾ ਘਟੇ ਕਿਉਂ? ਜੇ ਪੂਰੇ ਨਾਲ ਸਾਂਝ ਬਣ ਜਾਏ ਤੇ ਖਜ਼ਾਨਾ ਘਟੇ ਕਿਉਂ? ਅਸੀਂ ਭੁਲੇਖੇ ਵਿੱਚ ਪੈ ਕੇ ਅਧੂਰੇ ਨੂੰ ਪੂਰਾ ਸਮਝੀ ਜਾਂਦੇ ਹਾਂ। ਸਤਿਗੁਰ ਪੂਰਾ ਸਾਚ ਦ੍ਰਿੜਾਏ, ਸੱਚੇ ਸ਼ਬਦ ਸਦਾ ਗੁਣ ਗਾਏ। ਔਰ ਜਿਹੜਾ ਮਨ ਸੱਚ ਨਾਲ ਦ੍ਰਿੜ ਹੋ ਜਾਂਦਾ ਹੈ ਨਾ, ਮਨ ਦ੍ਰਿੜ ਹੋ ਗਿਆ, ਪੱਕਾ ਹੋ ਗਿਆ, ਦ੍ਰਿੜ ਤੋਂ ਕੀ ਪਾਵੇ, ਡਾਵਾਡੋਲ ਨਹੀਂ ਹੁੰਦਾ। ਜਿਸ ਤਰ੍ਹਾਂ ਪਿਛਲੇ ਪਦੇ ਵਿੱਚ ਪਾਠ ਕਰਕੇ ਆਏ ਨਾ, ਜੋ ਮਰ ਜੰਮੇ ਕਾਚ ਨਿਕਾਚੇ, ਕੱਚ ਨਿਕਾਚੇ ਨਹੀਂ ਰਹਿ ਗਏ, ਹੁਣ ਪੱਕ ਗਏ ਹਨ, ਭਾਵ ਦ੍ਰਿੜ ਹੋ ਗਿਆ। ਹੁਣ ਸੱਚ ਤੋਂ ਮਨ ਮੰਨ ਗਿਆ, ਸੱਚ ਤੋਂ ਮਨ ਪਤੀਜ ਗਿਆ। ਸੱਚੇ ਸ਼ਬਦ ਸਦਾ ਗੁਣ ਗਾਏ, ਕਹਿੰਦੇ ਉਹ ਮਨ ਫਿਰ ਸ਼ਬਦ ਵਿੱਚ ਭਿੱਜ ਕੇ ਸਦੀਵ ਸੱਚ ਦੇ ਗੁਣ ਗਾਉਂਦਾ ਰਹਿੰਦਾ। ਹੁਣ ਗੁਣ ਗਾਏ ਅੱਖਰ ਆਇਆ ਨਾ, ਗੁਣ ਗਾਣੇ ਤੋਂ ਭਾਵ ਸਿਰਫ ਜ਼ਬਾਨੀ ਨਹੀਂ ਗਾਣੇ, ਗੁਣ ਗਾਉਣੇ ਕਿਉਂ ਹਨ? ਗੁਣ ਕਹਿ ਗੁਣੀ ਸਮਾ ਬਣਿਆ, ਗੁਣ ਗਾ ਗਾ ਕੇ ਗੁਣ ਵਾਲੇ ਪ੍ਰਮਾਤਮਾ ਵਿੱਚ ਲੀਨਤਾ ਬਣ ਜਾਏ, ਇਸ ਲਈ ਗੁਣ ਗਾਉਣੇ। ਗੁਣ ਕਹਿ ਗੁਣੀ ਸਮਾ ਬਣਿਆ, ਗੁਣਾ ਦਾ ਦਾਤਾ ਇੱਕੋ ਸੋਈ, ਗੁਣਾ ਦਾ ਦਾਤਾ ਇੱਕੋ ਸੋਈ, ਇੱਕੋ ਪਰਮਾਤਮਾ ਹੀ ਗੁਣਾ ਦਾ ਦਾਤਾ ਹੈ। ਇੱਥੇ ਵੀ ਗੁਰੂ ਸਾਹਿਬ ਸਮਝਾ ਰਹੇ ਹਨ, ਸੱਚੇ ਸ਼ਬਦ ਸਦਾ ਗੁਣ ਗਾਏ, ਗੁਣ ਦਾਤਾ ਵਰਤੈ ਸਭ ਅੰਤਰ। ਗੁਣਾ ਦਾ ਦਾਤਾ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ, ਸਾਰਿਆਂ ਦੇ ਅੰਦਰ ਗੁਣਾ ਦਾ ਦਾਤਾ ਮੌਜੂਦ ਹੈ। ਗੁਣ ਉੱਥੋਂ ਪ੍ਰਾਪਤ ਹੋਣੇ ਹਨ ਸਾਨੂੰ। ਗੁਣ ਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ।
ਸਾਹਾ ਤੋਂ ਪਾਵੇ ਸਵਾਸ, ਸਿਰ ਸਿਰ ਲਿਖਦਾ ਸਾਹਾ ਹੈ, ਮਰਨ ਲਿਖਾਏ ਮੰਡਲ में ਆਏ। ਹਰੇਕ ਦੇ ਸਿਰ ਤੇ ਇੰਝ ਸਮਝ ਲਈਏ ਕਿ ਜੀਵਨ ਦੀ ਜਿਹੜੀ ਡੋਰ ਹੈ ਸਾਰਿਆਂ ਦੇ ਸਿਰ ਤੇ ਉਸ ਪਰਮਾਤਮਾ ਨੇ ਲਿਖੀ ਹੋਈ ਹੈ। ਇਹ ਗੱਲ ਸਮਝ ਵਿੱਚ ਆ ਜਾਂਦੀ ਹੈ। ਔਰ ਜਿਹੜਾ ਸੱਚ ਦੇ ਨਾਲ ਜੁੜਨਾ ਕਰਦਾ, ਅਸੀਂ ਆਰੰਭ ਤੋਂ ਧਿਆਨ ਦਈਏ ਨਾ, ਪਹਿਲੇ ਸਤਿਗੁਰ ਪੂਰਾ ਦਾ ਜ਼ਿਕਰ ਕੀਤਾ ਹੈ। ਸਤਿਗੁਰ ਪੂਰਾ ਸੱਚ ਦਿਲਾਉਂਦਾ ਹੈ, ਔਰ ਜਿਸ ਦੇ ਮਨ ਵਿੱਚ ਦ੍ਰਿੜ ਹੋ ਜਾਂਦਾ ਹੈ ਉਸਦਾ ਕਿਸ ਤਰ੍ਹਾਂ ਦਾ ਜੀਵਨ ਬਣਦਾ ਹੈ। ਫਿਰ ਨਾਲ ਇਹ ਵੀ ਸਮਝਾਣਾ ਕਰ ਰਹੇ ਕਿ ਉਹ ਗੁਣਾ ਦਾ ਦਾਤਾ ਹੈ ਕਿੱਧਰ। ਗੁਣਾ ਦਾ ਦਾਤਾ ਸਭ ਅੰਦਰ ਮੌਜੂਦ ਹੈ, ਪਰ ਸਾਂਝ ਸਤਿਗੁਰੂ ਦੇ ਰਾਹੀਂ ਬਣਦੀ ਹੈ। ਸਤਿਗੁਰੂ ਦੇ ਰਾਹੀਂ, ਸਤਿਗੁਰੂ ਦੀ ਬਾਣੀ ਦੇ ਰਾਹੀਂ, ਸਤਿਗੁਰੂ ਦੀ ਬੋਲਾਂ ਦੇ ਰਾਹੀਂ ਜਦੋਂ ਅਸੀਂ ਗੁਣਾ ਕਰਦੇ ਹਾਂ ਤੇ ਗੁਣਾ ਦੇ ਦਾਤਾ ਦੇ ਨਾਲ ਸਾਂਝ ਬਣ ਜਾਂਦੀ ਹੈ। ਜੀ ਹਰਵਿੰਦਰ ਵੀਰ ਜੀ। ਇੱਥੇ ਜਿਹੜਾ ਗੱਲ ਦੀ ਵੀ ਸਤਿਗੁਰੂ ਪੂਰਾ ਸਾਚ ਦ੍ਰਿੜਾਏ, ਸਾਚ ਤੋਂ ਪਾਓ ਇੱਥੇ ਜਿਹੜਾ ਸੱਚ ਹੈ ਪਾਓ ਜਿਹੜਾ ਹੁਕਮ ਸਰੂਪ, ਨਾਮ ਸਰੂਪ। ਅਸੀਂ ਦੇਖੋ ਨਾ ਕਈ ਵਾਰ ਸ਼ਾਇਦ ਮਹਿਸੂਸ ਵੀ ਕਰਨੇ ਆ ਕਿ ਇੱਕੋ ਗੱਲ ਗੁਰੂ ਸਾਹਿਬ ਬਾਰ-ਬਾਰ ਰਿਪੀਟ ਕਿਉਂ ਕਰਦੇ ਪਏ ਨੇ। ਇੱਕੋ ਗੱਲ ਅਸੀਂ ਇਤਨੇ ਦਿਨਾਂ ਤੋਂ ਵੀ ਕਦੇ ਮੈंने ਕਈ ਗੱਲਾਂ ਕਈ ਵਾਰ ਅਗਮ ਅਗੋਚਰ ਕਿਉਂ ਇੰਨੀ ਵਾਰ ਕਿਉਂ ਆ ਰਹੇ ਸਾਨੂੰ। ਤਾਂ ਅਸੀਂ ਕਹਿੰਦੇ ਇੱਕ ਗੱਲ ਨੂੰ ਗੁਰੂ ਸਾਹਿਬ, ਕਿਉਂਕਿ ਅਸੀਂ ਇਤਨੀ ਵਾਰ ਸੁਣਨ ਤੋਂ ਬਾਅਦ ਵੀ ਅਸੀਂ ਢੀਠ ਹੀ ਰਹਿੰਦੇ ਪਏ ਹਾਂ। ਅਸੀਂ ਇਤਨੀ ਵਾਰ ਉਹ ਗੁਰੂ ਦਾ ਕੰਮ ਸੀ ਕਿ ਉਹ ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਕਰ ਦੇਵੇ। ਕਹਿੰਦੇ ਗੁਰਦਾਤਾ ਗੁਰਦੇਵ ਹੈ ਨਾਉ, ਗੁਰੂ ਤੈਨੂੰ ਨਾਮ ਦੀ ਦਾਤ ਦਿੰਦਾ ਪਿਆ। ਔਰ ਕੇਵਲ ਨਾਮ ਦੀ ਦਾਤ ਵੀ ਇੱਕ ਅੱਛਾ ਮਤਲਬ ਇੱਕ ਨੋਰਮਲ ਜਿਹੜਾ ਟੀਚਰ ਵੀ ਉਹ ਕੀ ਕਰਦਾ ਹੈ, ਸਾਨੂੰ 10 20 50 ਵਾਰ ਇੱਕ ਕਿਸਮ ਦੇ ਐਗਜ਼ਾਮਪਲ ਆਉਂਦੇ ਨਾ, ਉਹ ਤੁਹਾਡੇ ਕੋਲ 50 ਸਮ ਸੋਲਵ ਕਰਾਉਂਦਾ ਤੁਹਾਡੇ ਕੋਲੋਂ। ਕਿਉਂ? ਤਾਂ ਕਿ ਤੁਹਾਨੂੰ ਉਹਦੇ ਸਾਰੇ ਫਾਰਮ ਇਸ ਪਰਸਪੈਕਟਿਵ ਤੋਂ ਇੱਥੋਂ ਦੀ ਐਕਨ ਆਵੇ, ਤਾਂ ਹਰ ਪੱਖੋਂ ਦੀ ਤੁਹਾਨੂੰ ਸਿਰਫ ਸਮਝਾ ਕੇ ਛੋੜ ਨਹੀਂ ਦਿੰਦੇ। ਅੱਜ ਬੱਚਿਆਂ ਨੂੰ ਐਡੀਸ਼ਨ ਸਿਖਾਉਂਦੇ ਨੇ, ਜਦੋਂ ਕਿੰਨੇ ਸਮ ਸੋਲਵ ਕਰਾਉਂਦੇ ਨੇ ਉਹਨਾਂ ਕੋਲੋਂ। ਕਿਉਂ? ਤਾਂ ਕਿ ਉਹ ਦ੍ਰਿੜ ਹੋ ਜਾਵੇ। ਕਹਿੰਦੇ ਸਤਿਗੁਰੂ ਪੂਰਾ ਸਾਚ ਦ੍ਰਿੜਾਏ, ਜੋ ਸੱਚੀ ਸਿਧਾਂਤ ਨੇ ਨਾ, ਜੋ ਸੱਚੀ ਨਿਯਮਾਵਲੀ ਹੈ ਉਹਦੀ, ਜੋ ਸੱਚੇ ਉਹਦੇ ਹੁਕਮ ਨੇ, ਉਹ ਤੁਹਾਨੂੰ ਦ੍ਰਿੜ ਕਰਵਾ ਦਿੰਦਾ ਹੈ। ਤੇ ਜਿਹਨੂੰ ਉਹ ਦ੍ਰਿੜ ਕਰਵਾ ਦਿੰਦਾ ਨਾ, ਉਹਦੇ ਜੀਵਨ ਦੀ ਜਾਂਚ ਕੈਸੀ ਹੋ ਜਾਂਦੀ। ਕਹਿੰਦੇ ਸੱਚੇ ਸ਼ਬਦ ਸਦਾ ਗੁਣ ਗਾਏ। ਉਹ ਸੱਚੇ ਸ਼ਬਦ ਦੇ ਵਿੱਚ ਜੁੜ ਕੇ ਪਾਓ, ਸੱਚੇ ਸ਼ਬਦ ਕੋਲੋਂ ਅਗਵਾਈ ਲੈ ਕੇ ਹਮੇਸ਼ਾ ਜਿਹੜਾ ਨਾ ਉਹ ਆਪਣੀ ਸਿਰਫ ਸਲਾਹਾਂ ਨਹੀਂ ਕਰਦਾ। ਉਹ ਗੁਰਮਤਿ ਜਿਹੜਾ ਅਸੀਂ ਕਈ ਵਾਰ ਕਹਿੰਦੇ ਵੀ ਸਤਿਗੁਰੂ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਗੁਰਮਤਿ ਦੀ ਦੁਨੀਆ ਵਿੱਚ ਤੁਹਾਨੂੰ ਤਿਆਗ ਵਾਲਾ ਸਿਧਾਂਤ ਨਹੀਂ ਹੈ, ਤੁਹਾਨੂੰ ਜਿਹੜਾ ਸੰਜਮ ਵਾਲਾ ਸਿਧਾਂਤ ਜ਼ਰੂਰ ਹੈ। ਵੀ ਇੱਥੇ ਨਾ ਜੋ ਗੁਰੂ ਕਹਿੰਦਾ ਵੀ ਕਹਿੰਦਾ ਜੈ ਪ੍ਰਸਾਦ 36 ਅੰਮ੍ਰਿਤ ਖਾਏ, ਤਿਸ ਠਾकुर को रख मन माए। गुरु ਨੂੰ ਕੋਈ ਇਤਰਾਜ਼ ਨਹੀਂ, ਤੂੰ ਅੱਛਾ ਭੋਜਨ ਖਾਣਾ ਚਾਹੁੰਦਾ ਹੈ ਨਾ, ਗੁਰੂ ਇਤਰਾਜ਼ ਨਹੀਂ ਕਰਦਾ ਕਿ ਇਹ ਨਾ ਖਾਈ ਉਹ ਨਾ ਖਾਈ। ਕਹਿੰਦਾ ਲੇਕਿਨ ਜਿਹਦੀ ਕਿਰਪਾ ਸਦਕਾ ਖਾਣਾ ਪਿਆ ਨਾ, ਇਹ ਨਾ ਕਹੀਂ ਕਿ ਮੈਂ ਕਮਾ ਕੇ ਲੈ ਕੇ ਆਇਆ ਸੀ। ਜੈ ਪ੍ਰਸਾਦ ਤੂੰ ਖਾ, ਗੁਰੂ ਨੂੰ ਕੋਈ ਇਤਰਾਜ਼ ਨਹੀਂ। ਜੈ ਪ੍ਰਸਾਦ 36 ਅੰਮ੍ਰਿਤ ਖਾਏ, ਕਹਿੰਦਾ ਤਿਸ ਠਾकुर को रख मन माए। जय प्रसाद बसे सुख मंदिर, या जय प्रसाद सुख से सोईजे, मन 8 पहर तांका जस गावीजे। ਤੈਨੂੰ ਅੱਛੇ ਬੈੱਡ ਤੇ ਸੋਨੂੰ ਗੁਰੂ ਮਨਾ ਨਹੀਂ। ਗੁਰੂ ਨਹੀਂ ਕਹਿੰਦਾ ਪਰਸੀਆਂ ਤੇ ਸੋਵੋ, ਗੁਰੂ ਨਹੀਂ ਕਹਿੰਦਾ ਵੀ ਆਪਣੇ ਸਰੀਰ ਨੂੰ ਤਨ ਨਾ ਤਪਾਏ ਤਨੂੜ ਜੋ, ਬਾਲਨ ਹੱਡ ਨਾ ਬਾਲ, ਸਿਰ ਪੈਰੀ ਕਿਆ ਪੇੜਿਆ। ਗੁਰੂ ਕਹਿੰਦਾ ਬਸ ਆਪਣੇ ਜੀਵਨ ਵਿੱਚ ਹਰ ਕਿਰਿਆ ਦੇ ਪਿੱਛੇ ਆਪਣੇ ਗੁਣ ਨਾ ਗਵਾਈ। ਮੈਂ ਮਿਹਨਤ ਕਰਨਾ, ਮੈਂ ਬੜਾ ਸਿਆਣਾ ਵਾਂ, ਮੈਂ ਕੀਤਾ ਸੀ, ਮੇਰੀ ਚਲਾਕੀ ਦੇ ਕਾਰਨ ਹੋਇਆ, ਮੈਂ ਦਿਨ ਭਰ ਮਰਦਾ ਰਹਿਣਾ ਵਾਂ। ਗੁਰੂ ਕਹਿੰਦਾ ਜੀਵਨ ਜੋ ਮਿਲੇਗਾ ਨਾ, ਬਸ ਗੁਰੂ ਨਹੀਂ ਕਹਿੰਦਾ ਪਿਆ ਕਿ ਉਹਨੂੰ ਛੱਡ ਦੇ, ਗੁਰੂ ਨਹੀਂ ਕਹਿੰਦਾ ਉਹਨੂੰ ਤਿਆਗ ਕਰ ਦੇ, ਬਸ ਤੂੰ ਮਾਈਂਡ ਸੈਟ ਚੇਂਜ ਕਰ ਲੈ। ਜਿਹੜਾ ਤੂੰ ਕਹਿੰਦਾ ਮੈਂ ਕਮਾਇਆ, ਮੈਂ, ਇਹ ਤੇਰੇ ਸਭ ਦੁੱਖਾਂ ਦਾ ਕਾਰਨ ਹੋ ਜਾਏਗਾ। ਕਹਿੰਦਾ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਗੁਰੂ ਨੇ ਕਹਿੰਦਾ ਭੋਗ ਨਾ, ਬਸ ਚੇਂਜ ਸਾਡੀ ਜਿਹੜੀ ਉਹ ਕਹਿੰਦਾ ਵੀ ਕਾਨੂੰ ਕਾਟੀ ਨਾ ਕੋ ਕਾਟੀ, ਕਾਟ ਕੂਟ ਕਰ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਅਸੀਂ ਚਾਹੁੰਦੇ ਹਾਂ ਹਰ ਕੰਮ ਦੇ ਪਿੱਛੇ ਚਾਹੁੰਦੇ ਹਾਂ ਕਿ ਮੇਰੀ ਨੱਕ ਉੱਚੀ ਰਹੇ, ਲੋਕੀ ਮੇਰੀ ਪ੍ਰਸ਼ੰਸਾ ਕਰਦੇ ਰਹਿਣ। ਗੁਰੂ ਕਹਿੰਦੇ ਨਹੀਂ, ਉਹ ਤੂੰ ਆਪਣਾ ਪਰਸਪੈਕਟਿਵ ਚੇਂਜ ਕਰ ਲੈ, ਵੀ ਹਰ ਚੀਜ਼ ਦੇ ਨਾਲ ਗੁਰ ਪ੍ਰਸਾਦ ਜੋੜ ਲੈ, ਵੀ ਜੈ ਪ੍ਰਸਾਦ ਜੋੜ ਲੈ। ਤੇ ਉਹ ਕਹਿੰਦਾ ਸੱਚਾ ਸ਼ਬਦ ਸਦਾ ਗੁਣ ਗਾਏ, ਵੀ ਉਹ ਗੁਰੂ ਤੈਨੂੰ ਨਾਮ ਦ੍ਰਿੜ ਕਰਵਾ ਦੇਗਾ। ਅਸੀਂ ਕਹਿੰਦੇ ਅਸੀਂ ਕਈ ਵਾਰ ਕਿਉਂ ਵੀ ਫਰੀਦਾ ਬੁਰੇ ਦਾ ਭਲਾ ਕਰ, ਵੀ ਐਸੇ ਸਿਧਾਂਤ ਵੀ ਪਰ ਕਾ ਬੁਰਾ ਨਾ ਰੱਖੋ। ਤੁਹਾਨੂੰ ਗੁਰੂ ਇਤਨੀ ਵਾਰ ਦ੍ਰਿੜ ਕਰਵਾਈ ਜਾਂਦਾ ਪਿਆ, ਫਿਰ ਵੀ ਸਾਡੇ ਜੀਵਨ ਵਿੱਚ ਉਹ ਚੀਜ਼ਾਂ ਪੱਕੀ ਨਹੀਂ ਹੋ ਰਹੀਆਂ। ਇਸ ਤੋਂ ਪਹਿਲਾਂ ਵੀ ਲਾਈਨ ਕੀ ਚੱਲਦੀ ਸੀ ਵੀ ਜੋ ਮਰ ਜੰਮੇ ਸੋ ਕੱਚ ਨਹੀਂ ਕੱਚ। ਇਤਨੀ ਵਾਰ ਦ੍ਰਿੜ ਕਰਾਉਣ ਤੋਂ ਬਾਅਦ ਵੀ ਜੇ ਅਸੀਂ ਕੱਚੇ ਦੇ, ਜਦੋਂ ਇਨ ਦਾ ਫੇਸ ਆਫ ਐਡਵਰਸਿਟੀ, ਜਦੋਂ ਸਾਡੇ ਹਾਲਾਤ ਔਖੇ ਹੁੰਦੇ ਨੇ, ਅਸੀਂ ਫਿਰ ਡਿਗਣ ਡੋਲਾ। ਸ਼ਬਦ ਕਹਿੰਦੇ ਡਿਗਣ ਡੋਲਾ ਤੋ ਲੋ ਜੋ ਮਨ ਕੇ ਭਰਮਾ। ਜੇ ਸਾਡੇ ਜੀਵਨ ਵਿੱਚ ਡਾਵਾਂ
ਅਸੀਂ ਜਿਹੜੇ ਗੱਲ ਤੇ ਕਰਨੇ ਆ ਸਾਡਾ ਜੀਵਨ ਸਿੰਪਲਿਸਿਟੀ ਕਿਉਂ ਨਹੀਂ ਆਈ? ਉਹ ਕਹਿੰਦਾ ਨਹੀਂ, ਗੁਰੂ ਤੁਹਾਨੂੰ ਦ੍ਰਿੜ ਕਰਵਾਉਂਦਾ ਪਿਆ। ਔਰ ਐਸਾ ਬੰਦਾ ਉਹ ਆਪਣਾ ਨਾਮ ਨਹੀਂ ਜਪਾਉਂਦਾ, ਕੇਵਲ ਤੇ ਕੇਵਲ ਰੱਬ ਦਾ ਨਾਮ ਜਪਾਉਂਦਾ ਹੈ। ਕਹਿੰਦੇ ਗੁਣ ਦਾਤਾ ਵਰਤੈ ਸਭ ਅੰਤਰ। ਉਹ ਇਹ ਗੁਣਾਂ ਦੀ ਦਾਤ ਦੇਣ ਵਾਲਾ ਉਹ ਪ੍ਰਮਾਤਮਾ ਹੈ ਨਾ, ਉਹ ਤੇ ਸਾਰਿਆਂ ਵਿੱਚ ਵਰਤ ਹੀ ਰਿਹਾ ਹੈ। ਉਹ ਕਹਿੰਦਾ ਵੀ ਸਿਰ ਸਿਰ ਲਿਖਦਾ ਸਾਹਾ ਹੈ। ਇੱਕ ਸਾਹ ਜਿਹੜੀ ਚਾਲ ਚੱਲੀ ਆਉਂਦੀ ਸੀ ਬਈ ਦਿਨ ਦਾ ਸਾਸ ਗਿਰਾਹਾ ਹੈ, ਦਿਨ ਦਾ ਰਿਜਕ ਸਬਾਹਾ ਹੈ। ਹੁਣ ਇੱਥੇ ਕਹਿੰਦੇ ਪਏ ਨੇ ਵੀ ਸਿਰ ਸਿਰ ਲਿਖਦਾ ਸਾਹਾ ਹੈ। ਵੀ ਅਸੀਂ ਉਹ 16 ਸਾਲ ਦਾ ਪਾਠ ਕਰਨੇ ਆ, ਉੱਥੇ ਅਸੀਂ ਪੜ੍ਹਨੇ ਆ ਵੀ ਸੰਮਤ ਸਾਹਾ ਲਿਖਿਆ। ਸੰਮਤ ਇਜ਼ ਅ ਈਅਰ, ਵੀ ਉਹ ਕਿਹੜਾ ਕਹਿੰਦੇ ਵਿਕਰਮੀ ਸੰਮਤ ਚੱਲਦਾ ਪਿਆ, ਕੈਲੰਡਰ ਵੀ ਕਹ ਲਓ, ਇਹ ਕੈਲੰਡਰ ਈਅਰ ਚੱਲਦਾ ਪਿਆ। ਸੰਮਤ ਕਹਿੰਦਾ ਸੰਮਤ ਸਾਹਾ ਸਾਹ ਮਹੂਰਤ, ਕਹਿੰਦਾ ਸੰਮਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ। ਵੀ ਉਹ ਕਹਿੰਦਾ ਵੀ ਉਹ ਮਰਨ ਲਿਖਾਏ ਮੰਡਲ में है आए क्यों रही है चलना परथाए। तेरे जिंदगी ਦਾ ਅਸੀਂ ਕਹਿੰਦੇ ਵੀ ਜੰਮਣ ਮਰਨਾ ਹੁਕਮ ਹੈ। ਸਾਨੂੰ ਗੁਰੂ ਨੇ ਕਰਮ ਦੇ ਬੰਧਨ ਵਿੱਚ ਨਹੀਂ ਪਾਇਆ, ਲੇਕਿਨ ਸਾਨੂੰ ਜਿਹੜਾ ਜੰਮਣ ਮਰਨਾ ਹੈ ਨਾ, ਉਹ ਗੁਰੂ ਨੇ ਸਾਡੇ ਹੱਥ ਵਿੱਚ ਨਹੀਂ ਰੱਖਿਆ ਹੋਇਆ। ਇਹ ਕੇਵਲ ਕਹਿੰਦੇ ਵੀ ਉਹ ਕਹਿੰਦੇ ਵੀ ਸਿਰ ਸਿਰ ਲਿਖਦਾ ਉਹਦਾ ਮਰਨ ਦਾ ਜਿਹੜਾ ਐਵੇਂ ਨਾ ਵੀ ਉਹ ਕਹਿੰਦਾ ਮਰਨਾ ਮੁੱਲਾ ਮਰਨਾ ਭੀ ਕਰਤਾਰੋ ਡਰਨਾ। ਜਿਹੜੇ ਫਰੀਦ ਜੀ ਦੇ ਸ਼ਲੋਕ ਜਿਹੜੇ ਸਟਾਰਟ ਹੁੰਦੇ ਨੇ, ਉਹ ਸਟਾਰਟ ਹੀ ਗਲਤ ਹੁੰਦੇ ਨੇ। ਕਹਿੰਦੇ ਜਿੱਤ ਦਿਹਾੜੇ ਧਨਵਰੀ ਸਾਹੇ, ਇੱਥੇ ਵਰਡ ਸਾਹਾ ਆਉਂਦਾ ਪਿਆ। ਕਹਿੰਦੇ ਵੀ ਜਿੱਤ ਦਿਹਾੜੇ ਧਨਵਰੀ, ਭਾਵੇਂ ਜੀਵ ਆਤਮਾ ਨੇ ਚਲੇ ਜਾਣਾ ਇੱਥੋਂ ਦੀ। ਕਹਿੰਦੇ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ। ਕਹਿੰਦਾ ਮਲਕ ਜੇ ਕੰਨੀ ਸੁਣੀ ਦਾ, ਉਹ ਮੌਤ ਦਾ ਫਰਿਸ਼ਤਾ। ਵੈਸੇ ਕਹਿੰਦੇ ਇੱਥੇ ਗੁਰੂ ਨੇ ਸਾਰੇ ਸਿਸਟਮਸ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਗੁਰੂ ਅਸੀਂ ਕਹਿੰਦੇ ਵੀ ਇੰਦਰ ਦੇਵਤਾ, ਬਰਸਾਤ ਨੂੰ ਇੰਦਰ ਦੇਵਤਾ ਕਹਿ ਦਿੱਤਾ, ਸੂਰਜ ਨੂੰ ਸੂਰਜ ਦੇਵਤਾ ਕਹਿ ਦਿੱਤਾ, ਵੀ ਅਗਨੀ ਅੱਗ ਸੀ ਅੱਗ ਨੂੰ ਅਗਨੀ ਦੇਵਤਾ ਕਹਿ ਦਿੱਤਾ। ਜਿਹੜਾ ਮੌਤ ਹੈ ਉਹਨੂੰ ਇੱਥੇ ਵੀ ਮਲਕ ਕਹਿ ਦਿੱਤਾ ਜਾਂ ਜਮਦੂਤ ਕਹਿ ਦਿੱਤਾ। ਕਹਿੰਦਾ ਮਲਕ ਜੇ ਕੰਨੀ ਸੁਣੀ ਦਾ, ਜਿਹਦੇ ਬਾਰੇ ਮੈਂ ਸਿਰਫ ਕੰਨਾਂ ਨਾਲ ਸੁਣਿਆ ਸੀ। ਕਹਿੰਦਾ ਮੂੰਹ ਦੇ ਖਾਲੇ ਆਏ, ਉਹਨੇ ਆ ਕੇ ਆਪਣਾ ਮੂੰਹ ਦਿਖਾ ਦਿੱਤਾ। ਕਹਿੰਦਾ ਜਿੰਦ ਨਿਮਾਨੀ ਕੱਢੀ ਹੈ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ। ਉਹਨੇ ਸਮਝਾ ਦਿੱਤਾ ਕਿ ਜੋ ਸਮਾਂ ਪਰਮਾਤਮਾ ਨੇ ਤੇਰੇ ਪ੍ਰਥਾਈ ਲਿਖਿਆ ਸੀ ਨਾ, ਸਾਹੇ ਲਿਖੇ ਨਾ। ਜਿਹੜੇ ਆਮ ਤੌਰ ਤੇ ਵੀ ਵਿਆਹ ਸ਼ਾਦੀ ਦੇ ਮਾਹੌਲ ਜਿਹੜੇ ਕੱਢੇ ਜਾਂਦੇ ਨਾ, ਬੜੇ ਸੋਚ ਸਮਝ ਕੇ ਕੱਢੇ ਜਾਂਦੇ ਨੇ, ਉਹਨਾਂ ਨੂੰ ਫਿਰ ਨਾਰਮਲੀ ਪੋਸਟਪੋਨ ਨਹੀਂ ਕਰਦੇ। ਕਹਿੰਦੇ ਸਾਹੇ ਲਿਖੇ ਨਾ ਚਲਨੀ, ਔਰ ਜੋ ਸਮਾਂ ਤੇਰੇ ਮੌਤ ਦਾ ਮੁਕਰਰ ਹੋ ਚੁੱਕਾ ਹੈ ਉਹ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜਿੰਦੂ ਕੂ ਸਮਝਾਏ। ਜਿੰਦ ਵਹੋਟੀ ਮਰਨ ਵਾਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕਹਿ ਗੱਲ ਲੱਗੇ ਤਾਏ। ਵਾਲਮੀਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪ ਮੁਆਏ। ਵੀ ਤੂੰ ਇਹ ਆਪਣਾ ਜੀਵਨ ਤੋਂ ਤੇਰਾ ਜੀਵਨ ਦਾ ਸਮਾਂ ਜਿਹੜਾ ਨਾ ਮੁਕਰਰ ਹੈ, ਤੂੰ ਇਹਨੂੰ ਸੁਣ ਕੇ ਵੀ ਆਪ ਖੜਾ ਨਾ ਆਪ ਮੁਆਏ, ਤੂੰ ਆਪਣਾ ਜੀਵਨ ਲੁਟਾ ਨਾ ਦੇ, ਬਰਬਾਦ ਨਾ ਕਰ। ਹਾਂਜੀ जी हरविंदर ਵੀਰ जी, आप जी बड़े खूबसूरती नाल आप जी बड़े उदाहरण नाल जोड़ के समझाते हो। आप जी ने एक गल ਜਿਹੜੀ ਸਾਂਝ ਪਾਈ ਹੈ ਨਾ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਤੇ ਉਸ ਦੇ ਨਾਲ ਇਸ ਆਖਰੀ ਪੰਕਤੀ ਦੇ ਵਿਚਾਰ ਨਾਲ ਥੋੜੇ ਹੋਰ ਖੁੱਲ ਰਿਹਾ, ਕਿਉਂਕਿ ਗੁਣ ਦਾਤਾ ਵਰਤੇ ਸਭ ਅੰਤਰ। ਜਦੋਂ ਉਸ ਗੁਣਾ ਦੇ ਦਾਤਾ ਦੇ ਨਾਲ ਸਾਂਝ ਬਣਦੀ ਹੈ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਕਿ ਉਸ ਪਰਮਾਤਮਾ ਦੇ ਨਾਲ ਮੇਲ ਹੋਣ ਦਾ ਜਿਹੜਾ ਸਿਸਟਮ ਪਰਮਾਤਮਾ ਨੇ ਬਣਾਇਆ ਹੈ ਨਾ, ਉਹ ਬਣਾਇਆ ਹੈ ਕਿ ਜਦੋਂ ਸਤਿਗੁਰ ਪੂਰਾ ਸੱਚ ਦ੍ਰਿੜਾਏ, ਜਦੋਂ ਵੀ ਸੱਚ ਦ੍ਰਿੜ ਹੋ ਜਾਂਦਾ ਹੈ, ਤੇ ਉਸ ਸੱਚ ਦੇ ਦ੍ਰਿੜ ਹੋਣ ਦੇ ਹੁਕਮ ਜਿਹੜਾ ਪਰਮਾਤਮਾ ਦਾ ਆਇਆ ਕਿ ਸੱਚ ਨਾਲ ਜਦੋਂ ਮਨ ਦ੍ਰਿੜ ਹੋ ਜਾਂਦਾ ਹੈ, ਤੇ ਉਹ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਤੇ ਇੰਝ ਸਮਝ ਲਈਏ ਕਿ ਪਰਮਾਤਮਾ ਦੇ ਨਾਲ ਮਿਲਾਪ ਦਾ ਨਿਯਮ ਜਿਹੜਾ ਪਰਮਾਤਮਾ ਨੇ ਬਣਾ ਦਿੱਤਾ ਹੈ, ਉਹ ਵੀ ਇਸ ਸ਼ਬਦ ਦੇ ਰਾਹੀਂ ਸਮਝਾਣਾ ਕਰ ਰਹੇ ਹਨ। ਭੁਪਿੰਦਰ ਵੀਰ ਜੀ ਤੇ ਸੁਖਿੰਦਰ ਵੀਰ ਜੀ ਇਸ ਪੰਕਤੀ ਨੂੰ ਹੋਰ ਖੋਲ ਕੇ ਸਮਝਾਣਾ ਕਰਿਆ ਜੀ ਪਲੀਜ਼। ਜੀ ਭੁਪਿੰਦਰ ਵੀਰ ਜੀ। हाँ, पहला सुखविंदर जी करन, मैं सिर्फ 2 मिनट होर लेंदा जी प्लीज। सुखविंदर वीर जी आप आराम कर लो। ਹਾਂਜੀ ਵੀਰ ਜੀ, ਦੇਖੋ ਜਦੋਂ ਅਸੀਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਨਾ, ਜਦੋਂ ਅਸੀਂ ਆ ਕੇ ਸਤਿਗੁਰੂ ਜੀ ਨੂੰ ਕਹਿੰਦੇ ਆ, ਸਤਿਗੁਰੂ ਜੀ ਮੈਂ ਜੰਮ ਰਿਹਾ ਮਰ ਰਿਹਾ ਪਿਛਲੇ ਬੰਦ ਦੇ ਵਿੱਚ ਜੋ ਮਰ ਜੰਮ, ਤੇ ਜਦੋਂ ਅਸੀਂ ਆਪਣੀ ਉਸ ਜੰਮਣ ਮਰਨ ਵਾਲੀ ਅਵਸਥਾ ਤੋਂ ਅਸੀਂ ਅਮਰ ਅਵਸਥਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਨਾ, ਤਾਂ
ਉਹ ਅਮਰ ਅਵਸਥਾ ਪ੍ਰਾਪਤ ਕਰਨ ਲਈ ਜਦੋਂ ਅਸੀਂ ਸਤਿਗੁਰੂ ਜੀ ਦੇ ਕੋਲ ਆਉਂਦੇ ਹਾਂ ਤਾਂ ਸਤਿਗੁਰੂ ਜੀ ਜਦੋਂ ਸਾਨੂੰ ਆਪਣੀ ਸ਼ਰਨ ਦੇ ਵਿੱਚ ਅਸੀਂ ਪਹੁੰਚ ਜਾਂਦੇ ਤਾਂ ਸਤਿਗੁਰੂ ਜੀ ਜਦੋਂ ਸਾਨੂੰ ਆਪਣਾ, ਜਿਸ ਨੂੰ ਗੁਰਬਾਣੀ ਆਖਦੀ ਹੈ ਜਪਜੀ ਸਾਹਿਬ ਵਿੱਚ ਕਿ ਧਰਮ ਖੰਡ ਦੀ ਪਹਿਲੀ ਅਵਸਥਾ ਸਟਾਰਟ ਹੁੰਦੀ ਹੈ, ਤਾਂ ਸਤਿਗੁਰੂ ਜੀ ਸਾਨੂੰ ਨਾ ਆਪਣਾ ਗਿਆਨ ਦੇਣਾ ਸ਼ੁਰੂ ਕਰਦੇ ਨੇ। ਭਾਵ ਜਦੋਂ ਅਸੀਂ ਦੁਨਿਆਵੀ ਵੀ ਕਿਸੇ ਗੁਰੂ ਕੋਲ ਜਾਂਦੇ ਹਾਂ, ਟੀਚਰ ਕੋਲ ਜਾਂਦੇ ਆ, ਤਾਂ ਉਹ ਜਦੋਂ ਆਪਣੀ ਸਾਨੂੰ ਸਟਾਰਟ ਕਰਦਾ ਨਾ, ਜਦੋਂ ਸਾਨੂੰ ਟੀਚਿੰਗਸ ਦੇਣੀ, ਸਾਨੂੰ ਸਿੱਖਿਆ ਦੇਣੀ ਸਟਾਰਟ ਕਰਦਾ, ਤਾਂ ਸਾਨੂੰ ਕੁਝ ਚੀਜ਼ਾਂ ਦ੍ਰਿੜ ਕਰਵਾਉਂਦਾ ਕਿ ਅਸੀਂ ਜਿਹੜੀ ਹੁਣ ਆਪਾਂ ਇਸ ਤੇ ਗੱਲ ਕਰਾਂਗੇ ਆਉਣ ਤੋਂ ਬਾਅਦ, ਅੱਜ ਤੋਂ ਬਾਅਦ ਜਿਤਨੀ ਵੀ ਗੱਲ ਕਰਾਂਗੇ ਨਾ, ਤੁਸੀਂ ਪਹਿਲਾਂ ਚਾਹੇ ਕਿਸ ਨਾਲ ਵੀ ਜੁੜੇ ਹੋਏ ਸੀ, ਤੁਸੀਂ ਪਹਿਲਾਂ ਝੂਠ ਨਾਲ ਜੁੜੇ ਸੀ, ਜਾਂ ਕੂੜ ਨਾਲ ਜੁੜੇ ਸੀ, ਚਾਹੇ ਦੂਜੇ ਭਾਵ ਨਾਲ ਜੁੜੇ ਸੀ, ਪਰ ਤੁਸੀਂ ਹੁਣ ਮੇਰੇ ਕੋਲ ਆਏ ਹੋ ਤੇ ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਜੀ ਤਾਂ ਹੈ ਹੀ ਸਾਚ ਸਰੂਪ ਹੈ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ। ਸਤਿਗੁਰੂ ਜੀ ਤਾਂ ਹੈ ਹੀ ਸੱਚ ਸਰੂਪ ਨੇ, ਪਾਪ ਬਾਣੀ ਸਰੂਪ ਨੇ, ਹੁਕਮ ਸਰੂਪ ਨੇ, ਹਨਾ। ਸਤਿਗੁਰੂ ਕਹਿੰਦੇ ਹੁਣ ਤੂੰ ਪਹਿਲਾਂ ਸੱਚ ਨੂੰ ਦ੍ਰਿੜ ਕਰਵਾ। ਸਤਿਗੁਰੂ ਜੀ ਸਾਨੂੰ ਧਰਮ ਖੰਡ ਵਾਲੀ ਅਵਸਥਾ ਵਿੱਚ ਸੱਚ ਦ੍ਰਿੜ ਕਰਵਾਉਂਦੇ ਨੇ, ਜਿਸ ਨੂੰ ਆਖਦੇ ਨੇ, ਕਹਿੰਦੇ ਤੂੰ ਪਹਿਲਾਂ, ਹੁਣ ਸਭ ਤੋਂ ਪਹਿਲਾਂ ਤੈਨੂੰ ਇਹ ਦ੍ਰਿੜ ਕਰਨਾ ਪਏਗਾ ਕਿ ਤੇਰਾ ਅੱਜ ਤੋਂ ਬਾਅਦ ਸੱਚ ਹੀ ਧਰਮ ਹੈ, ਜਿਸ ਨੂੰ ਆਖਦੇ ਨੇ। ਉੱਥੇ ਉਸ ਅਵਸਥਾ ਨੂੰ ਜਦੋਂ ਅਸੀਂ ਸੱਚ ਦ੍ਰਿੜ ਕਰਦੇ ਹਾਂ, ਉਸੇ ਨੂੰ ਹੀ ਕਹਿੰਦੇ ਨੇ ਅਸੀਂ ਕੱਚੇ ਤੋਂ ਸੱਚੇ ਬਣਨ ਵੱਲ, ਕੱਚ ਪਕਾਈ ਵਾਲੇ ਪਾਸੇ ਸਾਡਾ ਧਰਮ ਵਾਲੀ ਉਹ ਜਿਹੜੀ ਯਾਤਰਾ ਸਟਾਰਟ ਹੋ ਜਾਂਦੀ ਹੈ। ਸੱਚ ਦ੍ਰਿੜ ਕਰਵਾਉਂਦੇ ਨੇ, ਉਸੇ ਨੂੰ ਸਤਿਗੁਰੂ ਜੀ ਲਾਵਾਂ ਦੇ ਵਿੱਚ ਆਖਦੇ ਨੇ ਧਰਮ ਦ੍ਰਿੜੋ ਹਰ ਨਾਮ ਧਿਆਵੋ। ਉਸ ਨੂੰ ਕਹਿੰਦੇ ਨੇ ਬਾਣੀ, ਬ੍ਰਹਮਾ, ਵੇਦ, ਇਹ ਧਰਮ ਦ੍ਰਿੜੋ। ਜਿੱਥੇ ਉੱਥੇ ਲਫ਼ਜ਼ ਯੂਜ਼ ਕਰ ਰਹੇ ਸੀ ਧਰਮ, ਉਹਦੇ ਉਸੇ ਨੂੰ ਯੂਜ਼ ਕਰਦੇ ਨੇ ਸਾਚ, ਕਿਉਂਕਿ ਸੱਚ ਹੀ ਪੂਰੇ ਸਤਿਗੁਰੂ ਜੀ ਦਾ ਧਰਮ ਹੈ। ਤੇ ਹੁਣ ਮਾਨਵ ਸਤਿਗੁਰੂ ਜੀ ਨੂੰ ਸੇਵ ਰਿਹਾ, ਉਹ ਸਾਨੂੰ ਤਰੀਕਾ ਦੱਸ ਰਹੇ ਨੇ ਕਿ ਸਤਿਗੁਰੂ ਜੀ ਨੂੰ ਸੇਵ ਕੇ ਜਨ ਸੱਚੇ ਕਿਵੇਂ ਬਣੇ ਨੇ। ਉਹ ਸਾਨੂੰ ਤਰੀਕਾ ਦੱਸ, ਕਹਿੰਦੇ ਜਦੋਂ ਅਸੀਂ ਸਤਿਗੁਰੂ ਜੀ ਕੋਲ ਆਏ ਸਨ, ਹੁਣ ਉਹ ਸਾਨੂੰ ਸਾਡੀ ਉਹ ਅਵਸਥਾ ਸਤਿਗੁਰੂ ਸੇਵਾ ਸੇਜਨ ਸਾਚੇ ਵਾਲੀ ਅਵਸਥਾ ਤੱਕ ਪਹੁੰਚਣ ਵਾਸਤੇ ਹੁਣ ਸਾਨੂੰ ਦੱਸ ਰਹੇ ਨੇ ਅਸੀਂ ਕੀਤਾ ਕੀ ਸੀ। ਇੱਥੇ ਸਤਿਗੁਰੂ ਸੇਵ ਕੇ ਅਸੀਂ ਸਾਚੇ ਕਿਵੇਂ ਬਣੇ ਉਹ ਦੱਸ ਰਹੇ ਨੇ। ਕਹਿੰਦੇ ਜਦੋਂ ਸਭ ਤੋਂ ਪਹਿਲਾਂ ਅਸੀਂ ਸਤਿਗੁਰੂ ਜੀ ਕੋਲ ਆਏ ਸੀ, ਸਤਿਗੁਰੂ ਜੀ ਨੇ ਸਾਨੂੰ ਸੱਚ ਰੂਪੀ ਧਰਮ ਦ੍ਰਿੜ ਕਰਵਾਇਆ ਸੀ, ਸਾਡਾ ਧਰਮ ਖੰਡ ਦੀ ਅਵਸਥਾ ਸਟਾਰਟ ਹੋ ਗਈ ਸੀ। ਅਸੀਂ ਵੀ ਦ੍ਰਿੜ ਕਰ ਲਿਆ ਸੀ ਕਿ ਹਾਂ ਮੈਂ ਮੰਨ ਰਿਹਾ, ਅਸੀਂ ਮੰਨ ਰਿਹਾ ਕਿ ਸਾਡਾ ਸੱਚ ਹੀ ਸਾਡਾ ਧਰਮ ਹੈ, ਨਾਮ ਹੀ ਸਾਡਾ ਧਰਮ ਹੈ, ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦੀ ਵਿਚਾਰਧਾਰਾ ਹੀ ਲੈਣਾ ਸਾਡਾ ਧਰਮ ਹੈ। ਇਹ ਅਸੀਂ ਦ੍ਰਿੜ ਕਰ ਲਿਆ ਸੀ। ਜਦੋਂ ਅਸੀਂ ਦ੍ਰਿੜ ਕਰ ਲੈਂਦੇ ਹਾਂ ਇਸ ਅਵਸਥਾ ਨੂੰ ਹੀ, ਜਦੋਂ ਅਸੀਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਪਸੰਦ ਕਰਕੇ ਉਸ ਨੂੰ ਦ੍ਰਿੜ ਕਰ ਲੈਂਦੇ ਵੀ ਹਾਂ ਸਤਿਗੁਰੂ ਜੀ ਮੈਂ ਇਹੀ ਸਿੱਖਿਆ ਲੈਣੀ ਚਾਹੁੰਦਾ ਹਾਂ ਤੁਹਾਡੇ ਤੋਂ, ਅਸੀਂ ਧਰਮ ਖੰਡ ਦੀ ਵਾਲੀ ਅਵਸਥਾ ਵਿੱਚ ਸਾਡਾ ਮਨ ਹੁੰਦਾ ਹੈ। ਤੇ ਉਸ ਤੋਂ ਬਾਅਦ ਫਿਰ ਕੀ ਕਰਦੇ, ਅਸੀਂ ਸੱਚਾ ਸ਼ਬਦ ਸਦਾ ਗੁਣ ਗਾਏ ਸਟਾਰਟ ਕੀਤਾ। ਇਹ ਕੌਣ ਦੱਸ ਰਿਹਾ? ਉਹ ਮਨ ਦੱਸ ਰਿਹਾ ਹੈ ਜਿਸ ਨੇ ਨਾਨਕ ਜੀ ਨੂੰ ਪ੍ਰਾਪਤ ਕਰ ਲਿਆ ਹੋਇਆ ਹੈ, ਜੋ ਸੱਚ ਨੂੰ ਪ੍ਰਾਪਤ ਕਰ ਲਿਆ ਹੋਇਆ, ਸਤਿਗੁਰੂ ਜੀ ਨੂੰ ਸੇਵਨ ਕਰਕੇ ਸਤਿਗੁਰੂ ਜੀ ਨੂੰ ਪ੍ਰਾਪਤ ਜਿਸ ਨੇ ਕਰ ਲਿਆ ਹੋਇਆ ਹੈ। ਉਹ ਹੁਣ ਤਰੀਕਾ ਦੱਸ ਰਿਹਾ ਸੀ ਕੀਤਾ ਕਿਸੇ, ਕਹਿੰਦੇ ਜਦੋਂ ਸਤਿਗੁਰੂ ਨੇ ਸੱਚ ਦ੍ਰਿੜਾਇਆ ਫਿਰ ਅਸੀਂ ਸੱਚਾ ਸ਼ਬਦ ਸਦਾ ਗੁਣ ਗਾਏ। ਸੱਚਾ ਸ਼ਬਦ ਸਦਾ ਗੁਣ ਗਾਏ, ਗੁਣ ਗਾਣੇ ਹਮੇਸ਼ਾ ਸਦਾ ਗੁਣ ਗਾਣੇ ਸਟਾਰਟ ਕਰ ਦਿੱਤੇ। ਕਹਿੰਦੇ ਉਹਦੇ ਨਾਲ ਕੀ ਹੋਇਆ? ਕਹਿੰਦੇ ਗੁਣਦਾਤਾ ਵਰਤੈ ਸਭ ਅੰਦਰ। ਕਹਿੰਦੇ ਪਹਿਲਾਂ ਸਾਡੇ ਅੰਦਰ ਗੁਣਦਾਤਾ ਜੀ ਨਹੀਂ ਵਸਦੇ ਸਨ, ਪਹਿਲਾਂ ਸਾਡੇ ਅੰਦਰ ਸਾਰਿਆਂ ਦੇ। ਹੁਣ ਕਹਿੰਦੇ ਪਹਿਲਾਂ ਅੰਦਰ ਕੀ ਸੀ? ਕਹਿੰਦੇ ਪਹਿਲਾਂ ਸੀ ਹਉਮੈ, ਮੈਂ ਸੀ ਅੰਦਰ। ਕਹਿੰਦੇ ਹੁਣ ਤੂੰ ਕਰਤਾ, ਤੂੰ ਹੁਆ, ਤੂੰ ਕੌਣ ਹੈ? ਗੁਣਦਾਤਾ, ਗੁਣ ਸ਼ਬਦ ਸਤਿਗੁਰੂ ਸਾਚ। ਕਹਿੰਦੇ ਪਹਿਲਾਂ ਮੈਂ ਹੁਕਮੈ ਨੂੰ ਨਹੀਂ ਸਮਝਿਆ ਸੀ, ਸਾਚ ਨੂੰ ਨਹੀਂ ਸਮਝਿਆ ਸੀ, ਸੱਚ ਨੂੰ ਨਹੀਂ ਬੁੱਝਿਆ ਸੀ, ਤਾਂ ਕੀ ਸੀ ਮੇਰੇ ਅੰਦਰ, ਕੀ ਨਿਵਾਸ ਕਰਦਾ ਸੀ? ਕਹਿੰਦੇ ਸੀ ਹਉਮੈ, ਜਿਸ ਨੂੰ ਆਖਦੇ ਸੀ ਜਮ ਕੀ ਸਰਕਾਰ। ਮੇਰਾ ਮਨ ਜੰਮ ਬਣਿਆ ਹੋਇਆ ਸੀ ਤੇ ਅੰਦਰ ਜੰਮ ਕੀ ਸਰਕਾਰ ਚਲਾ ਰਿਹਾ ਸੀ। ਹੁਣ ਸ਼ਬਦ ਅੰਦਰ ਵਰਤ ਗਿਆ, ਹੁਣ ਸਾਰੇ ਅੰਦਰ ਵਾਲੇ ਪੂਰੀ ਸ੍ਰਿਸ਼ਟੀ ਵਿੱਚ ਕੀ ਵਰਤ ਰਿਹਾ? ਹੁਣ ਮੇਰੇ ਅੰਦਰ ਮਨ ਦੇ ਅੰਦਰ ਸਾਡੇ ਸਰੀਰ ਵਿੱਚ ਰੋਮ ਇੰਦਰੀ ਗਿਆਨ ਇੰਦਰੀਆਂ ਚ ਕੀ ਵਰਤ ਰਿਹਾ? ਗੁਣਦਾਤਾ ਸ਼ਬਦ ਹੀ ਵਰਤ ਰਿਹਾ ਹੁਣ ਸਾਡੀ ਅੰਦਰ, ਜਿਸ ਨੂੰ ਆਖਦੇ ਨੇ ਗੁਰਬਾਣੀ ਵਰਤੀ ਜਗ ਅੰਤਰ। ਜਿਸ ਨੂੰ ਆਖਦੇ ਨੇ ਗੁਰਬਾਣੀ ਵਰਤੀ ਜਗ ਅੰਤਰ, ਗੁਰਬਾਣੀ ਇਸ ਜਗ ਮੈਂ ਚਾਨਣ। ਇਹ ਜਿਹੜਾ ਜਦੋਂ ਅਸੀਂ ਸ਼ਬਦ ਦੇ ਗੁਣ ਗਾਣੇ ਸੱਚ ਧਰਮ ਖੰਡ ਵਿੱਚ ਸਤਿਗੁਰੂ ਜੀ ਤੋਂ ਜਦੋਂ ਅਸੀਂ ਸਾਚ ਨੂੰ ਦ੍ਰਿੜ ਕਰ ਲੈਂਦੇ ਹਾਂ ਕਿ ਸਾਡਾ ਸੱਚ ਹੀ ਧਰਮ ਹੈ, ਸਤਿਗੁਰੂ ਜੀ ਅਸੀਂ ਦ੍ਰਿੜ ਕਰ ਲਿਆ ਔਰ ਅਸੀਂ ਸ਼ਬਦ ਦੇ ਗੁਣ ਗਾਣੇ ਸਟਾਰਟ ਕਰ ਦਿੱਤੇ। ਤੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਅੰਦਰ ਸਤਿਗੁਰੂ ਜੀ ਦੇ ਨਾਲ ਮਿਲਾਪ ਦਾ ਸਾਹਾ ਲਿਖਿਆ ਗਿਆ, ਤੈਨੂੰ ਹੁਣ ਸਤਿਗੁਰੂ ਜੀ ਦਾ ਮਿਲਾਪ ਜ਼ਰੂਰ ਹੋਵੇਗਾ। ਇਹ ਸਾਹਾ ਲਿਖਣ ਦੀ
ਤਰੀਕਾ ਸਤਿਗੁਰੂ ਜੀ ਦੱਸਦੇ ਨੇ। ਜਿਸ ਤਰ੍ਹਾਂ ਇੱਕ ਵਾਰ ਕਹਿੰਦੇ ਨੇ ਸਾਹਾ ਲਿਖਿਆ ਜਾਂਦਾ ਹੈ ਦੁਨਿਆਵੀ ਤੌਰ ਤੇ, ਤਾਂ ਫਿਰ ਉਸ ਲੜਕੀ ਦਾ ਉਸ ਲੜਕੇ ਦੇ ਨਾਲ ਵਿਆਹ ਉਸ ਤਰੀਕ ਨੂੰ, ਉਸ ਸੰਬਤ ਤੇ ਉਸ ਤਰੀਕ ਨੂੰ ਹੋਣਾ ਹੀ ਹੋਣਾ, ਕਰਨਾ ਹੀ ਕਰਨਾ ਹੁੰਦਾ ਸੀ। ਭਾਵ ਕਿ ਪੱਕਾ ਹੋ ਜਾਂਦਾ ਸੀ ਹੁਣ ਇਸ ਲੜਕੀ ਦਾ ਵਿਆਹ ਹੋਏਗਾ ਹੀ ਹੋਏਗਾ। ਸਤਿਗੁਰੂ ਜੀ ਸਾਨੂੰ ਕਹਿੰਦੇ ਨੇ, ਕਹਿੰਦੇ ਤੂੰ ਵੀ ਸਤਿਗੁਰੂ ਜੀ ਨਾਲ ਮਿਲਾਪ ਚਾਹੁੰਦਾ ਨਾ, ਤੂੰ ਸਾਚ ਨਾਲ ਮਿਲਾਪ ਚਾਹੁੰਦਾ, ਤੂੰ ਸੱਚ ਬਣਨਾ ਚਾਹੁੰਦਾ ਨਾ, ਕਹਿੰਦਾ ਤੂੰ ਅੱਜ ਦ੍ਰਿੜ ਕਰ ਲਿਆ, ਤੂੰ ਸ਼ਬਦ ਦੇ ਗਾਣੇ ਗੁਣ ਸਟਾਰਟ ਕਰ ਦਿੱਤੇ। ਪਹਿਲਾਂ ਤੂੰ ਸ਼ਬਦ ਦੇ ਗੁਣ ਨਹੀਂ ਸੀ ਗਾ ਰਿਹਾ, ਪਹਿਲਾਂ ਤੂੰ ਦੂਜੇ ਭਾਵ ਚ ਗੁਣ ਗਾਉਂਦਾ ਸੀ, ਜੀਵਨ ਬਤੀਤ ਕਰਦਾ ਸੀ। ਤੇਰਾ ਜਿਹੜਾ ਸੁਭਾਅ, ਤੇਰੀ ਜਿਹੜੀ ਪਹਿਲੀ ਜੀਵਨ ਜੁਗਤ ਸੀ, ਤੇਰਾ ਪਹਿਲਾ ਲਾਈਫ ਸਟਾਈਲ ਸੀ ਜੋ ਉਹ ਸ਼ਬਦ ਦੇ ਅਕੋਰਡਿੰਗ ਨਹੀਂ ਸੀ। ਹੁਣ ਤੂੰ ਸ਼ਬਦ ਦੇ ਅਕੋਰਡਿੰਗ ਚੱਲਣਾ ਸਟਾਰਟ ਕਰ ਦਿੱਤਾ, ਕਹਿੰਦੇ ਤੇਰਾ ਸਾਹਾ ਲਿਖ ਗਿਆ। ਇਸ ਤਰ੍ਹਾਂ ਸਾਹਾ ਲਿਖਿਆ ਜਾਂਦਾ, ਇਹ ਸਾਨੂੰ ਸਤਿਗੁਰੂ ਜੀ ਤਰੀਕਾ ਦੱਸ ਰਹੇ ਨੇ। ਕਹਿੰਦੇ ਹੁਣ ਤੇਰਾ ਤੂੰ ਆ ਸਟਾਰਟ ਹੋ ਗਿਆ, ਕਹਿੰਦਾ ਹੁਣ ਤੂੰ ਚੱਲ ਬਾਕੀ ਕੰਮ ਜੋ ਕਰਨੇ ਆ ਕਰਦਾ ਜਾ, ਕਰਦਾ ਜਾ। ਕਹਿੰਦਾ ਤੇਰਾ ਸਾਹਾ ਲਿਖੇਗਾ, ਤੇਰਾ ਹੁਣ ਮਿਲਾਪ ਜ਼ਰੂਰ ਹੋਏਗਾ। ਇਹ ਸਾਹਾ ਇਸ ਤਰ੍ਹਾਂ ਲਿਖਿਆ ਜਾਂਦਾ। ਹਾਂਜੀ जी आप जी ने साहा नु क्लियर करके समझाना किया। विंदरी भैन जी, आप जी कुछ विचार देना चाह रहे हो, प्लीज अपनी ऑडियो ऑन हाँ करके। जी हाँ जी, हाँ जी। वाहिगुरु जी का खालसा, वाहिगुरु जी की फतेह। मैं खाली इन 4 लाइना दे इर्द गिर्द विच ही रवांगी, बिकॉज माय इंफॉर्मेशन इज टुवर्ड्स द यूथ। कहंदे सतगुर पूरा साथ दराए। लेट अस क्लियर द मीनिंग ऑफ सतगुर पूरा साच। अगले लाइन में आता है सच्चे शब्द, शब्द नु ਅਸੀਂ क्लियर करिए, सच्चे नु क्लियर करिए। ਹੁਣ सतगुर कौन है? पूरा साच दराए मीन पूरा साच ਦਾ अर्थ है कि ਉਹ ਇੱਕ, that oneness, ਉਹ ਸਾਨੂੰ ਦ੍ਰਿੜ ਕਰਾ ਰਿਹਾ ਹੈ। ਕਿ ਤੂੰ ਦ੍ਰਿੜ ਕਰਾ ਰਿਹਾ ਸਤਗੁਰ। ਸਤਗੁਰ ਕੌਣ ਹੈ? ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਮਰੱਥ ਗੁਰੂ ਹੈ, ਸਾਡਾ 11ਵਾਂ ਗੁਰੂ ਹੈ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਦੇ ਗੁਰੂਆਂ ਨੂੰ ਤੋੜਨ ਵਾਸਤੇ, ਖਤਮ ਕਰਨ ਵਾਸਤੇ ਸਾਨੂੰ ਇਹ 11ਵਾਂ ਗੁਰੂ ਦਿੱਤਾ ਸੀ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਤਨੀ ਵੀ ਇਨਫੋਰਮੇਸ਼ਨ ਹੈ ਉਹ ਸਤਗੁਰ ਹੈ। ਇਟ ਇਜ਼ ਨਾਟ ਸਤਗੁਰੂ ਬਟ ਇਟ ਇਜ਼ ਸਤਗੁਰ। ਸਤ ਦਾ ਮਤਲਬ ਹੈ ਅਨਚੇਂਜੇਬਲ, ਜੋ ਕਦੇ ਵੀ ਨਹੀਂ ਚੇਂਜ ਹੁੰਦਾ। ਔਰ ਗੁਰ ਦਾ ਮਤਲਬ ਹੈ all the techniques, all the system, all the concepts, all the laws, all the ਸਿਧਾਂਤ, ਇਹ ਜਿਤਨੇ ਵੀ ਹਨ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਗੁਰੂ ਦੇ ਪਰਫਾਰਮ ਦੇ ਵਿੱਚ ਹੈਗਾ। ਹੁਣ ਸਾਨੂੰ ਗੁਰੂ ਸਾਨੂੰ ਇਸ ਸਤਗੁਰ ਦੇ ਨਾਲ, ਇਸ ਨੌਲੇਜ ਦੇ ਨਾਲ, ਇਸ ਕਨਸੈਪਟਸ ਦੇ ਨਾਲ, ਸਾਨੂੰ ਉਹਦੇ ਹੁਕਮ ਦੇ ਨਾਲ, ਉਹਦੇ ਟੈਕਨੀਕਸ ਦੇ ਨਾਲ, ਸਿਧਾਂਤ ਦੇ ਨਾਲ ਪੂਰੀ ਤਰ੍ਹਾਂ ਜੋੜ ਰਿਹਾ ਹੈ। ਕਿਉਂਕਿ ਅਗਰ ਅਸੀਂ ਅੱਜ ਕੱਲ ਦੇਖਾਂਗੇ ਕਿ ਅਸੀਂ ਲੋਕ ਖਾਲੀ ਪੜ੍ਹਦੇ ਰਹਿੰਦੇ, ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਪਹੁੰਚੇ ਕਿੱਥੇ ਆ। ਵੀ ਆਰ ਸਟਿਲ ਟੂ ਐਬਸੋਲੂਟਲੀ ਜ਼ੀਰੋ। ਹੁਣ ਅਗਰ ਅਸੀਂ ਬੱਚੇ ਨੂੰ ਇਹ ਕਹਿ ਦਈਏ ਕਿ ਸਤਗੁਰ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੰਟੈਂਟ ਹੈ, ਖਾਲੀ ਅਸੀਂ ਰੁਮਾਲੇ ਜੋਗੇ ਨਹੀਂ ਰਹਿ ਗਏ, ਉਠਾਓ ਰੁਮਾਲੇ ਔਰ ਸੁਣੋ ਕਿ ਗੁਰੂ ਕੀ ਕਹਿੰਦਾ ਹੈ। ਕਿਉਂਕਿ ਸਾਡਾ ਸਤਗੁਰੂ ਇਹੀ ਹੈ, ਇਹੀ ਸਾਡਾ ਮਾਰਗ ਸਾਨੂੰ ਦੱਸੇਗਾ ਫॉर द ट्रूथफुल लिविंग टू रीच द मिशन। ਔਰ ਸਾਡਾ ਮਿਸ਼ਨ ਕੀ ਹੈਗਾ? ਸਾਡਾ ਮਿਸ਼ਨ ਹੈਗਾ ਕਿ ਸਚਿਆਰਾ ਹੋਈਏ। ਹੁਣ ਉਸ ਮਿਸ਼ਨ ਤੱਕ ਪਹੁੰਚਣ ਵਾਸਤੇ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਮਾਰਗ, ਇੱਕ ਬ੍ਰਿਜ ਦਿੰਦੇ ਨੇ ਸਤਿਗੁਰੂ ਦਾ, ਜੋ ਅਸੀਂ ਉਸ ਮਿਸ਼ਨ ਤੱਕ ਪਹੁੰਚਣਾ ਹੈ। ਔਰ ਦਰਾਏ ਕੌਣ ਸਾਨੂੰ ਇਸ ਨੂੰ ਦ੍ਰਿੜ ਕਰਾ ਰਿਹਾ? ਪੂਰਾ ਸਾਚ। ਸਾਚ ਕੌਣ ਹੈ? ਉਸ ਇੱਕ ਦੀ, who is ever prevailing, ਜੋ ਸਾਨੂੰ ਇਹ ਮਾਰਗ ਦੱਸਦਾ। ਬਿਕੋਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ all the experiences of all the gurus, ਸਾਰੇ ਪੱਠਾਂ ਦੇ, ਜਿਤਨੇ ਵੀ ਸਿੱਖਾਂ ਦੇ, ਜਿਤਨੇ ਵੀ ਭਗਤਾਂ ਹੈ। ਹੁਣ ਕਹਿੰਦੇ ਨੇ ਕਿ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ, ਬਿਕੋਜ਼ ਵੀ ਹੈਵ ਟੂ ਟੀਲ ਦ ਚਿਲਡਰਨ ਹਾਊ ਟੂ ਵਾਕ ਔਨ ਇਟ, ਅਗਰ ਅਸੀਂ ਬੱਚੇ ਨੂੰ ਨਾ ਦੱਸੇ ਕਿ ਸਤਗੁਰ ਹੈ ਕਿੱਥੇ, ਤਾਂ ਹਾਲੇ ਵੀ ਇਨ ਅ ਵੈਰੀ ਡਿਫਰੈਂਟ ਡਿਲੇਮਾ ਕਿ ਭਈ ਸਤਗੁਰ ਕਿਹੜਾ ਹੈ। ਸਤਗੁਰ ਸਾਡੇ ਸਕ੍ਰਿਪਚਰ, ਸਾਡੇ ਗ੍ਰੰਥ ਦੇ ਅੰਦਰ ਹੈ। ਉਸ ਨੂੰ ਪੜੋ, ਉਸ ਨੂੰ ਸਮਝੋ। ਬਾਣੀ ਖਾਲੀ ਪੜਨ ਵਾਸਤੇ ਨਹੀਂ ਹੈਗੀ ਹੈ, ਬਾਣੀ ਸੁਣ ਕੇ ਉਸ ਦੇ ਨਿਯਮ ਦੇ ਉੱਪਰ ਚੱਲਣ ਵਾਸਤੇ ਹੈ। ਅਗਰ ਅਸੀਂ ਉਸ ਨੂੰ ਚੱਲਾਂਗੇ ਤਾਂ ਅਸੀਂ ਪੱਕੇ ਹੋਵਾਂਗੇ। ਕਿਉਂਕਿ ਪਿਛਲੇ ਅਸੀਂ ਦੇਖਿਆ ਸੀ, ਪਿਛਲੀ ਪੌੜੀ ਦੇ ਵਿੱਚ ਕੱਚੇ ਔਰ ਪੱਕਿਆਂ ਦੀ ਗੱਲ ਕੀਤੀ ਗਈ ਸੀ। ਪੱਕੇ ਕੌਣ ਹੈਗੇ? ਕਿ ਅਗਰ ਸਤਗੁਰ ਦੀ ਗੱਲ ਨੂੰ ਪੂਰੀ ਤਰ੍ਹਾਂ ਮਨ ਦੇ ਅੰਦਰ ਰੱਖ ਕੇ ਇੰਪਲੀਮੈਂਟੇਸ਼ਨਸ ਵਿੱਚ ਆ ਕੇ ਕਮਾਈ ਕੀਤੀ, ਤਾਂ ਸਮਝ ਲਓ ਕਿ ਸਾਡੇ ਅੰਦਰ ਗੁਰੂ ਤੇ ਹੈ, ਸਾਡੇ ਅੰਦਰ ਉਹ that oneness is prevailing, but ਅਸੀਂ ਭੁੱਲੇ ਹੋਏ ਹਾਂ, ਸਾਨੂੰ ਪਤਾ ਹੀ ਨਹੀਂ how to trigger into it। ਹੁਣ ਸੱਚੇ ਸ਼ਬਦ ਸਦਾ ਗੁਣ ਗਾਏ। ਸੱਚੇ ਸ਼ਬਦ, ਸ਼ਬਦ ਨੂੰ ਸਿਹਾਰੀ ਹੈਗਾ। ਹੁਣ ਸੱਚੇ ਸ਼ਬਦ, what is the meaning of ਸ਼ਬਦ? ਸੱਚੇ ਦਾ ਸਾਨੂੰ ਪਤਾ ਹੈ, it is a oneness। ਸ਼ਬਦ ਦਾ ਅਰਥ ਕੀ ਹੈ? ਸੱਚੇ ਦੇ ਸ਼ਬਦ ਨੂੰ ਸਦਾ ਗੁਣ ਗਾਏ।
ਸ਼ਬਦ here means also the oneness. ਉਸ oneness ਦੇ ਗੁਣਾਂ ਨੂੰ ਜਦੋਂ ਅਸੀਂ ਗਾਵਾਂਗੇ, ਕਿੰਜ ਗਾਵਾਂਗੇ ਕਿ ਪਹਿਲੇ ਤਾਂ ਸਾਨੂੰ ਸਤਿਗੁਰ ਕੋਲ ਜਾਣਾ ਪਏਗਾ। ਅਸੀਂ ਸਤਿਗੁਰ ਜਾ ਕੇ ਸਾਨੂੰ ਉੱਥੋਂ ਸਾਰੇ ਨਿਯਮ, ਉਹਦੇ ਟੈਕਨਿਕਸ, ਉਹਦੇ ਹੁਕਮ, ਉਹਦੇ ਕਨਸੈਪਟਸ ਪਤਾ ਲੱਗਣਗੇ। ਜਦੋਂ ਸਾਨੂੰ ਤਾਂ ਪਤਾ ਲੱਗੇਗਾ, ਫਿਰ ਅਸੀਂ ਉਸ ਸ਼ਬਦ, ਉਸ ਸੱਚੇ ਦੇ ਗੁਣਾਂ ਨੂੰ ਅਸੀਂ ਗਾਵਾਂਗੇ। ਔਰ ਜਦੋਂ ਅਸੀਂ ਗਾਵਾਂਗੇ ਤੁਹਾਨੂੰ ਇਹ ਇਲਮ ਹੁੰਦਾ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁਣਦਾਤਾ ਵਰਤੇ ਸਭ ਅੰਤਰ, ਸਭ ਦੇ ਅੰਦਰ ਉਹ ਵਰਤ ਰਿਹਾ ਹੈ, ਅੱਜ ਵੀ ਵਰਤਿਆ। even if it is a rapist, even if he is a dani, even if he is a nitnemi, ਸਭ ਦੇ ਅੰਦਰ ਉਹ ਵਰਤ ਰਿਹਾ ਹੈ। but all have forgotten the way. ਉਹਦੇ ਅੰਦਰ ਆਪਣਾ ਕੂੜ ਦੀ ਪਾਲ ਪਈ ਹੋਈ ਹੈ ਕਿ ਸਾਨੂੰ ਹਾਲੇ ਤੱਕ ਇਹ ਇਲਮ ਹੀ, ਸਾਨੂੰ we don't even have the knowledge, ਹਾਲੇ ਅਸੀਂ ਬਾਹਰ ਢੂੰਡਦੇ ਪਏ ਸਾਂ। ਹੁਣ ਸਾਨੂੰ ਪਤਾ ਲੱਗ ਗਿਆ ਉਹ ਸਭ ਦੇ ਅੰਦਰ ਵਰਤ ਰਿਹਾ ਹੈਗਾ। ਅਗਰ ਅਸੀਂ ਨੌਲੇਜ ਨੂੰ ਇਹ 4 ਲਾਈਨਾਂ ਦੇ ਵਿੱਚ ਚਲੀਏ ਔਰ ਇਹਨਾਂ ਵਰਡਸ ਨੂੰ ਕਲੀਅਰ ਕਰੀਏ ਤੇ ਪਤਾ ਲੱਗਦਾ ਉਹ ਅੰਦਰ ਤੇ ਹੈ ਹੀ ਸੀ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ, ਸਤਿਗੁਰੂ ਦੇ ਗਿਆਨ ਲਿੱਤਾ, ਉਹਦੇ ਨਿਯਮ, ਉਹਦੇ ਸਿਧਾਂਤਾਂ ਨੂੰ ਸਾਰਾ ਸਮਝ ਕੇ ਅਸੀਂ ਚੱਲੇ ਹਾਂ। ਚੱਲਣ ਦਾ ਮਤਲਬ ਇਹੀ ਹੈ, ਉਸ ਨੂੰ ਸੇਵਿਆ ਦਾ ਮਤਲਬ ਇਹੀ ਹੈ ਕਿ ਜਦੋਂ ਅਸੀਂ ਉਹਦੇ ਗੁਣਾਂ ਨੂੰ ਧਾਰਦੇ ਹਾਂ, we imbibe, we incult those ਗੁਣ into the mind। ਜਦੋਂ ਅਸੀਂ ਉਹ ਮਨ ਦੇ ਅੰਦਰ ਕਰਦੇ ਹਾਂ ਤੇ ਸਾਰੇ ਜਿਤਨੇ ਅਵਗੁਣ ਹਨ ਉਹ ਨਸ ਜਾਂਦੇ। ਔਰ ਉਹਨਾਂ ਦਾ ਰਾਜਾ ਕੌਣ ਹੈ? ਹਉਮੈ ਦੀਰਘ ਰੋਗ ਹੈ। ਜਦੋਂ ਉਹ ਇੱਕ ਬੈਠਦਾ ਹੈ ਆਪਣੇ ਮਨ ਦੇ ਅੰਦਰ ਤੇ ਸਾਡੇ ਅੰਦਰ ਦੇ ਸਾਰੇ ਅਵਗੁਣ ਨਸ ਜਾਂਦੇ ਹੈਗੇ। To make the children understand on this full, we have to be very clear ਕਿ ਬੱਚੇ ਤੁਸੀਂ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਬਾਣੀ ਨੂੰ ਪੜੋ, ਉਸ ਨੂੰ ਸਮਝੋ, ਸਾਨੂੰ ਮਾਰਗ ਦੱਸਣਗੇ, ਰੁਮਾਲਿਆਂ ਵਿੱਚ ਨਹੀਂ ਰੱਖਣਾ। ਅਗਰ ਤੁਸੀਂ ਇਸ ਨੂੰ ਪੜੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਪੂਰਾ ਗੁਰੂ ਹੈ, ਜਿਹੜਾ ਸਾਡਾ ਪੂਰਾ ਸਾਚ ਹੈ, ਉਹ ਇੱਕ ਹੈ, ਉਹਦੇ ਸਾਰੇ ਗੁਣਾਂ, ਉਹਦਾ ਪੂਰੀ ਰਮਜ਼ ਇਸ ਦੇ ਅੰਦਰ ਪਈ ਹੈ। ਪਰ ਸਾਨੂੰ ਪੜਨਾ ਪਏਗਾ, ਤੁਹਾਨੂੰ ਸਮਝਣਾ ਪਏਗਾ ਕਿ ਸਤਿਗੁਰ ਹੈ ਕੀ। It is a truthful living which takes us towards the mission। ਜਿੱਥੇ ਕੁਐਸਚਨ ਆਉਂਦਾ ਕਿ ਕਿਵ ਸਚਿਆਰਾ ਹੋਈਏ। ਕਿਵ ਸਚਿਆਰ ਹੋਣ ਦਾ ਅਰਥ ਇਹੀ ਹੈ, how do we become that oneness। ਅਸੀਂ oneness ਤੇ ਹੈ ਪਰ ਭੁੱਲੇ ਹੋਏ ਹਾਂ, ਅਸੀਂ ਸ਼ੈਤਾਨ ਬਣ ਚੁੱਕੇ ਹਾਂ, ਅਸੀਂ ਪਸ਼ੂਆਂ ਤੋਂ ਵੀ ਬਦਤਰ ਹੋ ਚੁੱਕੇ ਹਾਂ। So how do I become that ਸਚਿਆਰ? So we have to learn that we have to trigger it। And how to trigger it? ਸਤਿਗੁਰ ਕੋਲ ਜਾਓ। ਸਤਿਗੁਰ ਕੌਣ ਹੈ? ਸਾਡਾ ਗਿਆਨ ਹੈ, ਸਾਡਾ ਗੁਰੂ ਹੈ, ਸ਼ਬਦ ਹੈ, ਸਾਡੀ ਬਾਣੀ ਹੈਗੀ ਹੈ। ਇਸ ਨੂੰ ਜਦੋਂ ਅਸੀਂ ਵਿਚਾਰ ਕੇ ਚੱਲਾਂਗੇ, ਸਾਡੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ, ਸਾਰੇ ਹੁਕਮ, ਸਾਡੇ ਲਾਜ਼, ਕਨਸੈਪਟ, ਸਿਧਾਂਤ, ਐਵਰੀਥਿੰਗ ਕਹਿੰਦੇ ਨਾ ਪਿਆ ਹੋਇਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ। ਇਸ ਦੇ ਮਾਰਗ ਤੇ ਚੱਲਦਿਆਂ, ਅਗਰ ਇਸ ਮਾਰਗ ਤੇ ਚੱਲੋਗੇ, ਆਪਣੇ ਆਪ ਨੂੰ ਪੱਕੇ ਕਰੋਗੇ, ਤੇ ਫਿਰ ਕੀ ਹੋਏਗਾ? ਸਾਡੇ ਅੰਦਰੋਂ ਸਾਰੇ ਅਵਗੁਣ ਨਸ ਜਾਣਗੇ। We have to implement। ਸਾਨੂੰ ਉਹਦੇ ਗੁਣਾਂ ਨੂੰ ਗਾਣਾ ਪਏਗਾ। ਜਿਨ ਤੁਸੀਂ ਉਹਦੇ ਗੁਣਾਂ ਨੂੰ ਇਨਕਲਟ ਕਰੋਗੇ। ਹੁਣ ਬੱਚੇ ਕਹਿੰਦੇ ਨੇ ਜੀ ਕਿੰਨੀ ਇਨਕਲਟ ਕਰੀਏ? ਇਨਕਲਟ ਕਰਨ ਵਾਸਤੇ go back into your daily life। Go back into your daily life। You are staying in a family। ਫੈਮਿਲੀ ਦੇ ਵਿੱਚ ਬੱਚੇ ਵੀ ਹਨ, ਆਦਮੀ ਹੈ, ਜਨਾਨੀ ਵੀ ਹੈ, ਗ੍ਰੈਂਡ ਚਿਲਡਰਨ ਹਨ, ਵੱਡੇ ਬਜ਼ੁਰਗ ਹਨ। ਪਰ ਅਗਰ ਵਾਕਈ ਸਤਿਗੁਰ ਦੀ ਗੱਲ ਮੰਨੀ ਹੈ, ਦ੍ਰਿੜਾਇਆ ਕੀਤਾ, ਤੁਸੀਂ ਵਾਕਈ ਪੱਕੇ ਕਿ ਉਹਦੇ ਗੁਣਾਂ ਨੂੰ ਗਾਇਆ, ਤੇ ਕਦੀ ਕੌੜਾ ਨਹੀਂ ਬੋਲੋਗੇ, ਵੱਡਿਆਂ ਦੀ ਸੇਵਾ ਕਰੋਗੇ, ਕਦੀ ਬੱਚਿਆਂ ਦੇ ਨਾਲ ਤੂੰ ਮੈਂ ਨਹੀਂ ਹੋਏਗੀ। You have to handle these children very beautiful with lovely words। Try to understand all the tricks of how to handle। ਜਿਨ ਤੁਸੀਂ ਆਪਣੇ ਇੱਕ ਸਟਾਈਲ ਆਫ ਲਿਵਿੰਗ ਨੂੰ ਹੈਂਡਲ ਕਰੋਗੇ, ਆਪਣੀ ਸਿਚੁਏਸ਼ਨਸ ਨੂੰ ਹੈਂਡਲ ਕਰੋਗੇ, ਅਸੀਂ ਦੇਖਾਂਗੇ ਕਿ ਹਾਂਜੀ ਅਸੀਂ ਦ੍ਰਿੜਾ ਲਿੱਤਾ ਹੈ। We people have become very strong। ਅਸੀਂ ਬਹੁਤ ਪੱਕੇ ਹੋ ਚੁੱਕੇ ਹਾਂ ਕਿਉਂਕਿ ਸਾਨੂੰ ਸਤਿਗੁਰੂ ਨੇ ਪੂਰਾ ਮਾਰਗ ਦੱਸ ਦਿੱਤਾ ਹੈ। ਸਤਿਗੁਰੂ ਦਾ ਮਾਰਗ is the truthful living। ਅਗਰ ਅਸੀਂ ਇਸ ਮਾਰਗ ਤੇ ਨਹੀਂ ਚੱਲਾਂਗੇ ਤਾਂ we cannot go to our mission। ਕਿਵ ਸਚਿਆਰਾ, we cannot be pantheistic। We cannot be that oneness। ਰੱਬ ਸਾਡੇ ਅੰਦਰ ਵਰਤ ਰਿਹਾ ਪਰ ਫਿਰ ਵੀ ਸ਼ੈਤਾਨ ਬਣੇ ਹੋਏ ਆ। ਇਸ ਕਰਕੇ ਉਹ ਹੈ ਅੰਦਰ, ਕੋਈ ਬਾਹਰ ਤੇ ਹੈ ਨਹੀਂ, ਸ਼ੁਰੂ ਤੋਂ ਅੰਦਰ ਹੈ, ਅੱਜ ਵੀ ਅੰਦਰ ਹੈ। ਸਾਡੇ ਚੋਰਾ ਚਾਕਾ ਸਭ ਦੇ ਅੰਦਰ ਹੀ ਹੈਗਾ, ਪਰ ਉਹਦੇ ਅੰਦਰ ਇੱਕ ਮੈਲ ਹੈਗੀ। ਔਰ ਉਹ ਮੈਲ ਅਗਰ ਉਤਰੇਗੀ, ਉਹ ਦੂਜੇ ਪਾਉ ਦੀ ਜਿਹੜੀ ਮੈਲ ਉਤਰੇਗੀ, then only that oneness will be seen where inside us। ਸਾਡੇ ਅੰਦਰ ਹੀ ਹੈ। ਪਹਿਲੇ ਆਪਣੇ ਅੰਦਰ ਝਾਂਕ ਕੇ ਦੇਖੋ ਉਸ oneness ਨੂੰ, ਤਦ ਹੀ ਤੁਹਾਨੂੰ ਸਾਰਿਆਂ ਦੇ ਅੰਦਰ ਨਜ਼ਰ ਆਏਗਾ। ਕਿਉਂਕਿ ਬਾਣੀ ਇਹੀ ਕਹਿੰਦੀ ਹੈਗੀ ਹੈ ਕਿ ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਖਾਲੀ ਦੋਸ਼ ਹੀ ਦੇਣਾ ਸਿੱਖਿਆ। ਦੰਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀਏ। ਪੜ੍ਹ ਰਹੇ ਹਾਂ, ਇਹ ਸਤਿਗੁਰੂ ਦੀ ਬਾਣੀ ਹੈਗੀ ਹੈ, ਇਹ ਸਾਨੂੰ ਦੱਸ ਰਹੀ ਹੈ, ਰਸਤਾ ਮਾਰਗ ਦੱਸ ਰਿਹਾ ਹੈ, ਦ੍ਰਿੜ ਕਰਾ ਰਿਹਾ ਹੈ। ਪਰ even then ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ, we are not ready।
ਪਰ ਅਗਰ ਅਸੀਂ ਇਸ ਚੀਜ਼ ਨੂੰ ਸਮਝ ਲਈਏ ਔਰ ਅਸੀਂ ਇਸ ਚੀਜ਼ ਦੇ ਉੱਪਰ ਹੀ ਚੱਲ ਪਈਏ, ਇਸ ਮਾਰਗ ਤੇ ਹੀ ਚੱਲ ਪਈਏ, ਇਸ ਸਤਿਗੁਰੂ ਦੇ ਮਾਰਗ ਤੇ ਚੱਲ ਪਈਏ, ਤਾਂ ਕੀ ਹੋਏਗਾ? ਅਸੀਂ ਐਬਸੋਲੂਟਲੀ ਨਿਰਵੈਰ ਨਿਰਭਉ ਜਾਵਾਂਗੇ। ਸਾਡੇ ਅੰਦਰ ਦੀ ਮੈਲ ਹਟ ਜਾਏਗੀ। ਹਰ ਗ੍ਰਸਤੀ ਦੇ ਵਿੱਚ ਕਿਤਨੇ ਉੱਪਰ ਥੱਲੇ ਆਉਂਦੇ, we will be able to handle life beautifully, just beautifully। ਤੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਬਾਣੀ ਦੇ 4 ਤੁਕਾਂ ਦੇ ਵਿੱਚ ਜੀਵਨ ਜਾਤ ਦਾ ਪੂਰਾ ਦੱਸ ਦਿੱਤਾ ਗਿਆ ਹੈ। So we have to understand ਸਤਿਗੁਰੂ, ਸੱਚੇ, ਸ਼ਬਦ, ਗੁਣ, ਸਾਚ, ਦ੍ਰਿੜਾਈ। I think it's okay। जी बहुत अच्छे विचार आप जी ने, ਬਹੁਤ ਵਧੀਆ ਮਾਤਾ ਜੀ, ਬਹੁਤ ਪਿਆਰੀ, ਬਹੁਤ बहुत ਵਧੀਆ। बहुत खूबसूरती नाल आप जी ने समझाना किया। बस एक बिनती आप जी ਨੂੰ मैं करना चाह रहा ਹਾਂਜੀ ਹਾਂਜੀ कि ਹਾਂਜੀ गुरु गहरा नहीं होए, देहियां गहरा हुईਆਂ, गुरु ਇੱਕ ਹਾਂ ਹੀ ਹੈ। ਹਾਂ, बिल्कुल ਗੁਰੂ ਸਾਡਾ ਇੱਕੋ ਹੀ ਹੈ। ਹਾਂ, ਆਪਣੇ ਸਾਡੇ 10ਵੇਂ ਗੁਰੂ ਨੂੰ ਸਾਨੂੰ ਇਹ ਗੁਰੂ ਦੇ ਕੇ ਗਏ ਸਨ, ਖਾਲੀ ਸਾਨੂੰ ਦੇ ਗੁਰੂਆਂ ਤੋਂ ਤੋੜਨ ਵਾਸਤੇ ਕਿ जी ਕੱਲ ਅਸੀਂ ਫਸ ਨਾ ਜਾਈਏ, ਅਸੀਂ ਫਸ ਨਾ ਜਾਈਏ, ਕਿਉਂਕਿ ਅੱਜ ਕੱਲ ਡੇਰੇ ਬਥੇਰੇ ਹੋ ਗਏ। ਇਸ जी ਕਰਕੇ ਉਹਨਾਂ ਨੂੰ ਪਹਿਲੇ ਹੀ ਪਤਾ ਸੀ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਤਾਂ ਕਿ ਅਸੀਂ ਨਾ ਦੇ ਗੁਰੂਆਂ ਵਿੱਚ ਨਾ ਫਸੀਏ। ਬਟ ਇਵਨ ਦ ਸੈਡ ਪਾਰਟ ਇਜ਼ ਵੀ ਆਰ ਸਟਿਲ ਇਨ ਇਟ। जी ਤਾਂ ਵੀ 10 ਦੇਹੀਆਂ ਹੋਈਆਂ, ਗੁਰੂ ਨਹੀਂ ਹੋਏ 10, ਦੇਹੀਆਂ 10 ਹੋਈਆਂ, ਗੁਰੂ ਤਾਂ ਵੀ 10 ਨਹੀਂ ਹੋਏ, 10 ਗੁਰੂ ਗੁਰੂ, ਇੱਕ ਠੀਕ, ਹੀ ਹੋਇਆ। ਐਬਸੋਲੂਟਲੀ ਜਦੋਂ ਇਹ ਸਿਧਾਂਤ ਕਲੀਅਰ ਹੋ ਜਾਏਗਾ ਤੇ ਸਾਡੇ ਸਾਰਿਆਂ ਦੇ ਮਤ ਵਿੱਚ ਬਿਲਕੁਲ ਸਿਧਾਂਤ ਰੂਪ ਗੁਰੂ ਦੀ ਵੀ ਇੱਕ ਹੋ ਰਿਹਾ ਹੈ। ਬਹੁਤ ਖੂਬਸੂਰਤ ਵਿਚਾਰ ਦਿੱਤੇ, ਥੈਂਕ ਯੂ ਆਪ ਜੀ ਦਾ। ਆਪ ਜੀ ਬਹੁਤ ਅੱਛੇ ਖੁੱਲ ਕੇ ਦ੍ਰਿੜਤਾ ਦੇ ਨਾਲ ਵਿਚਾਰ ਕਰ ਰਹੇ ਹੋ, ਔਰ ਜੋ ਆਪ ਜੀ ਫੀਲਡ ਵਿੱਚ ਕੰਮ ਕਰ ਰਹੇ ਹੋ ਨਾ, that is marvelous। ਤੁਸੀਂ ਜਗ੍ਹਾ ਜਗ੍ਹਾ ਜਾ ਕੇ ਆਪ ਜੀ ਕਹਿ ਰਹੇ ਹੋ, ਵੱਖ-ਵੱਖ ਲੋਕਾਂ ਨਾਲ ਮਿਲਦੇ ਹੋ, ਵੱਖ-ਵੱਖ ਲੋਕਾਂ ਨੂੰ ਆਪ ਸਮਝਾਣਾ ਕਰ ਰਹੇ ਹੋ, ਇੱਕ ਗੁਰੂ ਦਾ ਜਿਹੜਾ ਸਿਧਾਂਤ ਸਮਝਾ ਰਹੇ ਹੋ। ਬਹੁਤ marvelous job you are doing। ਜੀ ਭੁਪਿੰਦਰ ਜੀ। ਹਾਂਜੀ, ਤੇਜਿੰਦਰ ਸਿੰਘ ਜੀ ਨੇ ਇਹਦੇ 'ਚ ਮੈਸੇਜ ਪਾਇਆ ਕਿ ਇਹ ਉਹਨਾਂ ਦੇ ਭੂਆ ਜੀ ਨੇ। ਸਾਰੇ ਜਗਤ ਦੇ ਭੂਆ ਜੀ, ਤੁਹਾਨੂੰ ਫਤਿਹ ਜੀ। ਔਰ ਮੈਂ ਐਪਰੀਸ਼ੀਏਟ ਕਰਦਾ ਤੁਹਾਡੀ ਭਾਵਨਾ, ਜਿਸ ਸਪਿਰਿਟ ਨਾਲ ਤੁਸੀਂ ਬੋਲ ਰਹੇ ਸੀ ਔਰ ਜਿਸ ਤਰ੍ਹਾਂ ਤੁਸੀਂ ਓਵਰਫਲੋ ਕਰ ਰਹੇ ਸੀ। ਤਾਂ ਨਾਲ ਬੇਨਤੀ ਕਰਦਾ ਔਰ ਵਿਸ਼ ਕਰਦਾ ਕਿ ਘਰਾਂ ਘਰਾਂ 'ਚ ਮਾਤਾਵਾਂ, ਭੈਣਾਂ, ਭੂਆ, ਨਾਨੀਆਂ, ਦਾਦੀਆਂ ਸਾਰੀਆਂ ਇਸ ਕਿਸਮ ਦੇ ਨਾਲ ਬਾਣੀ ਨੂੰ ਖੋਜਣ ਤੇ ਆਪਣੇ ਨੌਜਵਾਨਾਂ ਤੱਕ ਪਹੁੰਚਾਉਣ ਦਾ ਯਤਨ ਕਰਨ, ਕਿਉਂਕਿ ਉਹ ਵਿਚਾਰੀਆਂ ਹੁਣੇ ਰੁਮਾਲੇ, ਕੱਚੀ ਲੱਸੀ ਔਰ ਸਰਦੀਆਂ 'ਚ ਕੰਬਲ ਚੜਾਉਣ ਤੱਕ ਔਰ ਗਰਮੀਆਂ 'ਚ ਏਸੀ ਲਾਉਣ ਤੱਕ ਹੀ ਰੁਕ ਗਈਆਂ ਨੇ ਵਿਚਾਰੀਆਂ। ਤੇ ਤੁਸੀਂ ਬਹੁਤ ਸੋਹਣਾ ਬੋਲਿਆ, ਥੈਂਕਸ ਫॉर ਸ਼ੇਅਰਿੰਗ। ਅਸੀਂ ਆਪਣੀ ਜਿਹੜੀ ਸਾਡੀ ਲੜੀ ਚੱਲ ਰਹੀ ਹੈ, ਇਸ ਲੜੀ ਵਿੱਚ ਜਦੋਂ ਮਨ ਨੇ ਨਿਜ ਘਰ ਦੀ ਮੱਤ ਲੈ ਲਈ, ਮਨ ਕਦੋਂ ਲੈ ਪਾਉਂਦਾ ਹੈ? ਜਦੋਂ ਉਹ ਪਹਿਲਾਂ ਚੇਲਾ ਬਣਦਾ ਹੈ। ਚੇਲਾ ਬਣਨ ਵਾਸਤੇ ਉਹਨੂੰ ਧੁਨ ਕਹਿੰਦੇ ਨੇ। ਧੁਨ ਕਦੋਂ ਲੱਗਦੀ ਹੈ? ਜਦੋਂ ਸੁਰਤ ਕਰਕੇ ਸੁਣੋ। ਸੋ ਸੁਰਤ ਉਹਦੀ ਚੇਲਾ ਬਣਦੀ ਹੈ ਜਦੋਂ ਮਨ ਨੇ ਧਿਆਨ ਨਾਲ ਸੁਣ ਲਿਆ। ਫਿਰ ਸੁਣਨ ਤੋਂ ਬਾਅਦ ਜਦੋਂ ਉਹ ਵੰਡਣਯੋਗ ਹੋ ਜਾਂਦਾ ਹੈ ਤਾਂ ਆਪੇ ਗੁਰ ਚੇਲਾ ਵਾਲੀ ਉਹਦੇ ਤੇ ਅਵਸਥਾ ਵਾਪਰ ਜਾਂਦੀ ਹੈ। ਫਿਰ ਉਹ ਆਪਣੇ ਸਾਰੇ ਅੰਗਾਂ ਨੂੰ ਵੀ ਸਤਿਗੁਰ ਪੂਰਾ ਸਾਚ ਦ੍ਰਿੜਾਏ। ਪਿਛਲੇ ਪਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਉਹ ਆਪ ਉਹਨੇ ਪੂਰੇ ਨੂੰ ਸਿਮਰ ਕੇ ਪੂਰਾ ਹੋ ਚੁੱਕਾ ਹੋਇਆ ਉਹ, ਤਾਂ ਉਹ ਕੱਚ ਨਿਕਚ ਨਹੀਂ ਰਿਹਾ। ਤੇ ਉਹ ਹੁਣ ਸਤਿਗੁਰ ਦੀ ਮੱਤ ਲੈ ਕੇ ਉਹਨੂੰ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਉਹਦਾ ਮਰਨ ਹੁੰਦਾ ਹੀ ਨਹੀਂ। ਸਤਿਗੁਰ ਬਾਰੇ, ਰੱਬ ਬਾਰੇ ਅਸੀਂ ਕਹਿੰਦੇ ਆ ਉਹ ਇਮੋਰਟਲ ਹੈ, ਇਹ ਮਨ ਵੀ ਇਮੋਰਟਲ ਹੁੰਦਾ ਹੈ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਇਹ ਹੁਣ ਮਰਦਾ ਹੀ ਨਹੀਂ ਹੈ। ਕਿਹੜੀਆਂ? ਕੱਚ ਨਿਕਚ ਵਾਲੀ ਜੰਮ ਵਾਲੀਆਂ ਬਿਰਤੀਆਂ ਦੇ ਕਾਰਨ। ਬਲਕਿ ਉਹਨਾਂ ਬਿਰਤੀਆਂ ਨੂੰ ਵੀ, ਇਹ ਪਤਾਲੀ ਖਿਆਲਾਂ ਦੀਆਂ ਬਿਰਤੀਆਂ ਨੂੰ ਵੀ ਇਹ ਟਰਾਂਸਫਾਰਮ ਆਗਾਸੀ ਖਿਆਲਾਂ ਵਾਲੀਆਂ ਬਣਾ ਲੈਂਦਾ ਹੈ। ਜਦੋਂ ਅਸੀਂ ਆਪਣੇ ਨੈਗੇਟਿਵਸ ਨੂੰ ਵੀ, ਆਪਣੇ ਮੰਦੇ ਸੁਭਾਅ ਨੂੰ ਵੀ ਸਾਰਿਆਂ ਨੂੰ ਠੀਕ ਕਰਨ ਯੋਗ ਹੋ ਜਾਂਦੇ ਆ ਨਾ, ਜਿਹੜੇ ਜਿਨ੍ਹਾਂ ਨੂੰ ਜੰਮ ਕਹਿੰਦੇ ਨੇ ਨਾ, ਉਹ ਦੁਰਜਨ ਤੋਂ ਸਾਡੇ ਖਿਆਲ ਸੁਰਜਨ ਬਣ ਜਾਂਦੇ ਨੇ। ਤੇ ਜਦੋਂ ਅਸੀਂ ਇਸ ਅਵਸਥਾ ਨੂੰ ਮਾਣਦੇ ਆ, ਇਹਨੂੰ ਕਹਿੰਦੇ ਨੇ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ। ਇਹ ਉਹਨਾਂ ਨੂੰ ਕੱਚ ਨਿਕਚ ਵਾਲੇ ਖਿਆਲ ਦਿੰਦੇ ਹੀ ਨਹੀਂ ਹਨ, ਉਹਨੂੰ ਮਰਨ ਹੀ ਨਹੀਂ ਦਿੰਦੇ। ਮੇਰਾ ਇੱਕ ਇੱਕ ਰੋਮ ਰੋਮ, ਅੰਗ ਅੰਗ ਸਾਰਾ ਟਿਊਨਡ ਹੋ ਗਿਆ। ਕਿਉਂ? ਕਿਉਂਕਿ ਮਨ ਨੇ ਸਤਿਗੁਰ ਦੀ ਮੱਤ ਲਈ।
ਅੱਛਾ, ਇੱਥੇ ਇੱਕ ਹੋਰ ਬਰੀਕ ਪੁਆਇੰਟ ਆਉਂਦਾ ਹੈ, ਜਿਵੇਂ ਮੈਂ ਸਾਂਝ ਕਰ ਰਿਹਾ ਨਾ ਕਿ ਆਪੇ ਗੁਰਚੇਲਾ ਦੀ ਅਵਸਥਾ ਵਾਪਰਦੀ ਹੈ। ਉਹ ਵਾਪਰਦੀ ਕਦੋਂ ਹੈ? ਜਦੋਂ ਅਸੀਂ ਕਹਿੰਦੇ ਨਾ ਕਬੀਰਾ ਤੂੰ ਹੀ, ਕਬੀਰ ਤੂੰ, ਤੇਰਾ ਨਾਮ ਕਬੀਰ। ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਨਾ ਕਬੀਰ ਜੀ ਦਾ, कबीरा तू ही, कबीर तू ही, तेरा नाम कबीर, तेरा है कि तेरो है, आई थिंक तेरो नाम कबीर। राम रतन तब पाई है जो पहले तजै शरीर। शरीर का मतलब जे बॉडी रखांगे तो उन्होंने सुसाइड कहते हैं। गुरमत ते सुसाइड मनती नहीं है और कानून मुताबिक भी सुसाइड गलत है। पहले तजय शरीर का मतलब है मन, अपने मन की मत वाली सारी सोचनी, सारी सृष्टि, सारा जग तली ते रख के आ जाता है, छड़ देता है। अच्छा, जो मन नूं सतगुर दी मत मिल जाती है तो की होंदा है? कबीर साहब समझाते ने, कहो कबीर मैं सोगुर पाया जाका नाउ विवेको। अच्छा, मन नूं विवेक बुद्धि आ जाती, विवेक बुद्धि प्राप्ति की है। को कबीर में सो गुर पाया जाका नाम विवेको। अच्छा जी, राम रतन तब पाई है जो पहले तजा शरीर। हुण कबीर साहब कहते हैं जी इंज करो ना तो देखो की फायदा होता है। कबीर जा दिन हो मुआ, ए हो कौन है? पहले तजा शरीर। अपने शरीर दे सैल्फिश इंटरेस्ट दे अध्यासी सुभाव जेड़े इंद्रियां ज्ञानेंद्रियां करके रोम रोम करके अते अपने थॉट प्रोसेस करके बने सी ना, वो सारे छोड़ दिते। उन्होंने कहते ने कबीर जा दिन होम हुआ, पाछे पिया आनंद। अच्छा, आनंद आना शुरू हो जाता है। हाँ जी, कबीर साहब कहते ने जा दिन होम हुआ, पाछे पिया आनंद, मोह मिलियो प्रभ अपना। मेरे अंदर ते रब जी मैनू मिल गए, मिलाप हो गया, साहा लिखिया गया, ब्याह हो गया। ब्याह होने तो बाद संगी भजै गोबिंद। संगी होंदा है ए सारे इंद्रे ज्ञानेंद्रे रोम रोम, ऑल ऑर्गन्स, ऑल थॉट प्रोसेस, सारे दे खंड मंडल वरभंड भी अंदर दे, इस देही में इस काया अंदर खंड मंडल पता लेना, वो भी सारे पूरी सृष्टि यदि सारी यूनिवर्स ही बदल गई। संगी भजै गोबिंद, स्टेबिलिटी आ गई। गोबिंद का मतलब स्टेबिलिटी। हुण जो सतगुर बन जाता ना मन, तब पता की होंदा है? वाह, गुरु साहब बाणी अंदर कमाल करते हैं, कहते हैं जिस मिले मन हुए आनंद सो सतगुर कही है। जिस मत नूं लेके मेरा मन आनंदित हो गया, तो जब मन आनंदित हो चुका है तो मन की कहता पे, आनंद पे मेरी माए सतगुरु में पाया। साध संगत जी, ये पाया ना बहुत बरीक अखर है। पाया का मतलब ये नहीं है कि सतगुरु जी सामने बैठे हुए ने और मैं इत्थे जमीन ते बैठा होया। पाया का मतलब है मैं मर्ज हो गया, ज्योति जोत रली। ये उदी होमे दी अवस्था नहीं है, क्योंकि कबीर साहब बिल्कुल पहला क्लीयर कर रहे हैं, जा दिन होम हुआ। उस तो भी पहला होर क्लीयर कर रहे हैं, कहते ने राम रतन तब पाई है जो पहले तजै शरीर। शरीर मतलब उन्हें अपने होमे दा सारा हंकार, अंगा दा मान, ये सारे इन्हां दे कारण नेगेटिव थॉट प्रोसेस ते जो कुछ सी वो पूरी एम्पायर पहले ही दस दी है। हुण ते होमे च रहा ही नहीं। हुणे ना ये मन जैसा सेवे तैसो होए, तेहे कर्म कमाए, ये बन गया। ये साइकी जिहड़ी है ना पूरी दुनिया ते एप्लीकेबल है। इस करके इहनूं सतगुर ही कहंदे ने, सच्चा गुर कहंदे ने, यूनीवर्सल ट्रुथ कहंदे ने कि इनू कोई भी दुनिया का बंदा जी सकता है, भावें एथिस्ट कम्युनिस्ट होवे, रब तो भावें मुनकर होवे। अंदरों रब जी की आवाज आई, असी रब कह रहे हैं, तू कॉन्शियस ना रख ले, तू विल ना रख ले, तू रूह रख ले, तू अंदर की आवाज रख ले, जो मर्जी रख ले। जदों ओनू लैके ओदे नाल ट्यून्ड होए ना,
ट्यून्ड होण सार असी आइडियल स्पिरिचुअल पर्सनैलिटी बन जाते हैं, जिस मिले हैं मन होए आनंद। सो सतगुर कही है, होंदा की है, मन की दुविधा बिनस जाए, मन की ड्युअलिटी ते खत्म ही हो गई। हर परम पद लईए, परम पद लईए मतलब ओदा नीचे तो ऊंचा आसन हो गया, उपासन हो गया। वो नीवे नीच तो उच्चम उत्तम बन गया। उन्होंने कहते नहीं उत्तम से दर उत्तम कहिए, नीच कर्म बैरोए, वो नीच कर्म तो छोड़ा है, उन उत्तम ही हो गया। उत्तम नाल मिलके वो उत्तम ही हो गया। सतगुर पूरा, ਉਹਨੂੰ ਸਤਿਗੁਰ ਪੂਰੇ ਦੀ ਮੱਤ ਲਈ ਹੈ ਨਾ, ਉਹਨੇ ਸਾਚ ਦ੍ਰਿੜਾਏ, ਆਪਣੇ ਸਾਰੇ ਅੰਗਾਂ ਨੂੰ ਵੀ ਸੱਚ ਦ੍ਰਿੜਾਉਂਦਾ ਹੈ। ਸੱਚਾ ਸ਼ਬਦ ਸਦਾ ਗੁਣ ਗਾਏ, ਉਹ ਅਤੇ ਉਹਦੇ ਸਾਰੇ ਅੰਗ ਗਾਉਂਦੇ ਹਨ। ਗੁਣ ਦਾਤਾ ਵਰਤੈ, ਉਹ ਰੱਬ ਜੀ ਦੇ ਗੁਣ ਲੈ ਕੇ ਸਭ ਨੂੰ ਵਰਤਦਾ ਹੈ। ਸਭ ਅੰਤਰ ਸਾਰਿਆਂ ਦੇ अपने सारे थॉट प्रोसेस दे अंग अंग रूम रूम वरतांदा है। सिर सिर लिखदा साहा है। हुण इत्थे ना असीं एक होर डायमेंशन भी लवांगे। मेरे जेड़े जेड़े अंगां तो मैं मरदा सी ना, उन्हां कोल सतगुर रूपी पवन दा स्वास नहीं सी। उन्हां नूं स्वास दे दिंदा है। आमतौर पे कहावत है ना, हम जब धरती पर आते हैं भगवान हमारे श्वास लिख के भेजता है, जितने श्वास होते हैं उतने यहाँ से भोग के चले जाते हैं। अच्छा, अगर हमको श्वास वो बेअंत दे दे तो हम बेअंत जीते रहेंगे। गुरु पातशाह कहते ने पॉसिबल है, शरीरक नहीं। शरीर ते कुदरत दे नियमां च बनिया, पर एक बूंद गुर अमृत दीनो ता अटल अमर ना मूहा। तैनू बेअंत अमर जीवन जीण दी अवस्था सिखा देंगे। तू जमा तो मर जम्मै कच नी कच होएगा ही नहीं। शरीरक जन्म मरण दा नहीं कह रहे, मर जम्मै कच नी कच वाली अवस्था कि पल पल आत्मक मौत इना दे पए होए सूतक दे कारण नहीं होएगी। तैनू तू हमेशा दे पवन गुरु श्वास लिखा सकेगा। वो लिख पांदा है, एक एक अंग दे उत्ते लिख दिंदा है। सारियां दा शाह बन चुका होया है, सारियां दा गुणदाता बन चुका होया है, सारियां नू वंडण योग हो गया। कदों? जदों अपनी हौमै छोड़ के अंदर दे महल अंदर जाण वास्ते जाचना कीती सी उन्हें। मैं कुड़ियारा तुहाडे दर अंदर वड़ नहीं पांदा, मेरी कूड़ उतारो। कूड़ नहीं खुट्टे नानका ओढ़क सच रही। अल्टीमेटली सच वन हो सकता है। ओदी कठोरता सी, जिनके चित कठोर है से बहना सतगुर पास। उन्हें कठोरता छड्डी, सतगुर नाल इकमेक। अपने सारे अंगां नू भी अमर कर लैंदा है, बारले नहीं। शरीर दे मर जम्मै कच निकच वाले उन्हां नू दुर्लभ दे बना लैंदा है। गोबिंद मिलन की बरिया उन्होंने सिखाण जोगा हो जाता है। वननेस विद गॉड सीख लेंदा है। दुर्लभ दे बन गई, एक मिक हो गया। मिल जगदीश मिलन की बरिया, उन्हें सच दा संग कीता। सच दे संग विच संगत हर प्रभ वसै जियो। संगत डज नॉट मीन नंबर ऑफ पीपल। संगत सुरत करके उन्हें कीती। उन्होंने कहंदे ने सतगुर बाझों संगत ना होई। सतगुर तो बगैर संगत हो ही नहीं सकती। सुरत मत बुद्ध करके उन्हें संगत की। मन नीवा करके गया, मत उच्ची होगी। अरदास ही कहने मन नीवा मत उच्ची। इस तरीके दे नाल ओ मर्ज हो जाता है, ओ फिर गुणदाता बन जाता है। सारे अंगां नूं वंडण लग पैंदा है। ਅਸੀਂ ਨਾ ਜਿਹੜੀ ਜਪਜੀ ਸਾਹਿਬ ਲੜੀਵਾਰ ਸਾਂਝ ਕਰ ਰਹੇ ਨਾ, ਉਹਦੇ ਚੋਂ ਕੁੜਿਆਰ ਤੋਂ ਸੁਚਿਆਰ ਬਣਦਾ ਆਂਦਾ ਹੈ ਨਾ। ਤਾਂ ਕੱਲ ਸਾਡੀ ਪੌੜੀ ਸ਼ੁਰੂ ਹੈ ਮੁੰਡਾ ਸੰਤੋਖ ਸ਼ਰਮ ਪਚੋਲੀ। ਉਹਦਾ ਉਹ ਚਾਰੋਂ ਪੌੜੀਆਂ ਦਾ ਨਾ ਰਹਾਉ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹ ਵੇਸ ਧਾਰਨ ਕਰ ਲੈਂਦਾ ਹੈ। ਸਦੀਵੀ ਰੋਬ ਆਫ ਆਨਰ ਦਾ ਚੋਲਾ ਪਾ ਲੈਂਦਾ ਹੈ।
ਸੰਤੋਖ ਦੀਆਂ ਮੁੰਦਰਾਂ ਪਾ ਕੇ ਹੁਣ ਉਹ ਅਸੰਤੋਖੀ ਹੋਰਦਾ ਹੀ ਨਹੀਂ, ਹੁਣ ਉਹ ਮਰਦਾ ਹੀ ਨਹੀਂ। ਤ੍ਰਿਸ਼ਨਾ ਨਾਲ ਮਰੀਦਾ ਸੀ, ਉਹ ਮਰਦਾ ਹੀ ਨਹੀਂ। ਮੁੰਦਾ ਸੰਤੋਖ ਅੰਦਰ ਦੀਆਂ ਮੁੰਦਰਾਂ ਪਾ ਲਈਆਂ। ਸ਼ਰਮ ਪੱਤ ਚੋਲੀ ਧਿਆਨ ਕੀ, ਉਹ ਪੂਰੀ ਡਿਟੇਲ ਉਹਦੇ ਵਿੱਚ ਸਾਰਾ ਤੁਸੀਂ ਉਸ ਐਂਗਲ ਤੋਂ ਪੜ੍ਹ ਕੇ ਦੇਖ ਸਕਦੇ ਹੋ, ਵਿਚਾਰ ਕੇ ਦੇਖ ਸਕਦੇ ਹੋ, ਡਿਸਐਗਰੀ ਵੀ ਕਰ ਸਕਦੇ ਹੋ। ਪਰ ਉਸ ਐਂਗਲ ਤੋਂ ਜਦੋਂ ਅਸੀਂ ਵਿਚਾਰਦੇ ਆਦ ਅਨੀਤ ਅਨਾਹਤ ਜੁਗ ਜੁਗ ਇੱਕੋ ਵੇਸ ਧਾਰਨ ਕਰਨ ਯੋਗ ਹੋ ਗਿਆ। ਕੂੜ ਉਹਨੇ ਬਾਹਰ ਛੱਡ ਆਇਆ, ਗੁਰ ਤੇ ਮਹਿਲ ਪ੍ਰਾਪਤ ਹੋ ਗਏ, ਅੰਦਰ ਸ਼ਾਹ ਪਾਤਸ਼ਾਹ ਬਣ ਗਿਆ। ਹਾਂਜੀ ਨੈਕਸਟ जी भी जी। आज 2 पौड़ियां का पाठ होया और रल मिल के पाठ कर लिए, फिर पाठ दे सेशन की समाप्ति है। सतगुर सेवे से जन साचे, जो मर जम्मे काच निकाचे, अगम अगोचर वे परवाहा, भगत बछल अथाह है। सतगुर पूरा साच दृढ़ाए, सच्चे शब्द सदा गुण गाए, गुणदाता वर्तै सब अंतर, सिर सिर लिखदा साहा है। गुणदाता वर्तै सब अंतर, सिर सिर लिखदा साहा है। होइयां बेअंत भुल्लां दी किमा। वाहिगुरू जी का खालसा, वाहिगुरू जी की फतेह। जी तजिंदर वीर जी, क्वेश्चन आंसर सेशन आरंभ करो आप जी। ਵੀਰ ਜੀ ਸਤੀਸ਼ ਅਰੋੜਾ ਵੀਰ ਜੀ ਦਾ 2-3 ਦਿਨ ਤੋਂ ਕੁਐਸਚਨ ਪੈਂਡਿੰਗ ਸੀਗਾ। ਵੀਰ ਜੀ ਆਪਣੀ ਆਡੀਓ ਔਨ ਕਰਕੇ ਸ਼ਾਰਟ ਵਿੱਚ ਵੀਰ ਜੀ ਕੁਐਸਚਨ ਪੁੱਛ ਕੇ ਵੀਰ ਜੀ ਵਿਚਾਰ ਲੈ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਮੇਰਾ 2 ਛੋਟੇ ਕੁਐਸਚਨ ਹੈਗੇ ਨੇ। ਇੱਕ ਤੇ ਸੁਖਮਨੀ ਸਾਹਿਬ ਵਿੱਚ ਆਂਦਾ ਹੈਗਾ 10 ਵਸਤੂ ਲੈ ਪਾਛੇ ਪਾਵੇ, ਇੱਕ ਬਸਤ ਕਾਰਨ ਵਿਖੋਟ ਗਵਾਵੇ। ਅਗਰ ਦਿਸ ਕੋਲ ਸਾਰੀਆਂ 10 ਵਸਤੂਆਂ ਹੈਗੀਆਂ तो कुछ भी मैं किसी चीज की कमी नहीं भी तो शब्द रुकेगा नहीं। ਵੀਰ ਜੀ ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਵੀਰ ਜੀ, ਆ ਰਹੀ। ਪਲੀਜ਼ ਕੈਰੀ ਔਨ। ਯੋਰ ਸੈਕੰਡ ਕੁਐਸਚਨ ਤੁਸੀਂ ਪੁੱਟ ਔਨ ਕਰ ਲਓ ਵੀਰ ਜੀ। ਸੈਕੰਡ ਕੁਐਸਚਨ ਹੈਗਾ ਕਿ 3-4 ਦਿਨ ਪਹਿਲੇ ਸੈਸ਼ਨ ਹੋਇਆ ਸੀ, ਜਿਹੜੇ ਗੁਰਦੁਆਰਿਆਂ ਨੂੰ ਦੁੱਧ ਨਾਲ ਧੋਤਾ ਜਾਂਦਾ ਹੈਗਾ, ਤੇ ਉਹ ਗੁਰਦੁਆਰਿਆਂ 'ਚ ਮੈਂ ਚਾਹ ਰਿਹਾ ਸੀ ਇੱਕ ਹੁਣ ਜਿਵੇਂ ਸ਼ਿਵ ਜੀ ਦੇ ਮੰਦਿਰ ਵੀ ਹੈਗੇ ਨੇ, ਮੰਦਿਰਾਂ 'ਚ ਦੁੱਧ ਬਹੁਤ ਵੇਸਟ ਹੁੰਦਾ ਹੈਗਾ, ਇੱਕ ਮੁਹਿੰਮ ਕਰਕੇ ਚਲਾਈ ਜਾਏ ਜਿੱਥੇ ਲੱਖਾਂ ਲੀਟਰ ਦੁੱਧ ਦਾ ਕੰਟਰੀ ਦਾ ਸੰਸਾਧਨ ਕੰਟਰੀ ਦੇ ਵੇਸਟ ਹੁੰਦੇ ਹੈਗੇ, ਇੱਕ ਮੁਹਿੰਮ ਕਰਕੇ ਚਲਾਈ ਜਾਏ। ਗਵਰਨਮੈਂਟ ਨੂੰ ਵੀ ਟੇਕ ਓਵਰ ਕੀਤਾ ਜਾਏ ਕਿ ਜੋ ਵੀ ਡਿਪਾਰਟਮੈਂਟ ਹੈਗਾ, ਜਿਵੇਂ ਜਿੰਨੇ ਵੀ ਸ਼ਿਵਲਿੰਗਸ ਵਗੈਰਾ ਹੈਗੇ, ਲੱਖਾਂ ਲੀਟਰ ਦੁੱਧ ਵੇਸਟ ਹੁੰਦਾ ਹੈਗਾ, ਉਹਨਾਂ ਵਾਸਤੇ ਕੁਝ ਵੀ ਜੀ that is already going on। ਇੱਕ ਬੀਰ ਸਿੰਘ ਦੇ ਗਾਣੇ ਨੇ ਕਾਫੀ ਵੀ ਜੀ ਉਪਰਾਲਾ ਕਰਤਾ ਹੈ, ਅਸੀਂ ਵੀ ਵਿਚਾਰਾ ਕਰ ਲਿਆ ਨੇ ਵੀ ਜੀ, ਅਸੀਂ ਇਸ ਤਰ੍ਹਾਂ ਦੀ ਮੁਹਿੰਮ ਚਲਾ ਰਹੇ ਹਾਂ। that is also going on ਵੀ ਜੀ। ਹਰਵਿੰਦਰ ਵੀ ਜੀ ਤੁਸੀਂ ਪਲੀਜ਼ ਆਡੀਓ ਔਨ ਕੀਤੀ, ਵਿਚਾਰ ਦਿਓ ਵੀ ਜੀ ਤੇ ਪਹਿਲੇ ਕੁਐਸਚਨ ਦਿਓ। ਅਸੀਂ 2 ਦਿਨ ਪਹਿਲਾਂ ਵੀ ਇੱਕ ਸ਼ਬਦ ਦੀ ਸਾਂਝ ਕੀਤੀ ਸੀ ਵੀ ਲੱਖ ਕਰੋੜੀ ਬੰਦ ਨਾ ਪਰੇ, ਜਾਂ ਇੱਕ ਹੋਰ ਸੀ ਕਹਿੰਦੇ ਸਹਿਜ ਖਟੇ ਲੱਖ ਕੋ ਉਠ ਧਾਵੇ। ਜਾਂ ਜਦੋਂ ਅਸੀਂ ਜਪਜੀ ਸਾਹਿਬ ਦੀ ਜਦੋਂ ਜਪਜੀ ਸਾਹਿਬ ਸਟਾਰਟ ਵੀ ਹੁੰਦਾ ਨਾ, ਉੱਥੇ ਵੀ ਜਿਹੜਾ ਕਹਿੰਦਾ ਵੀ ਉਹ ਸਹਿਜ ਸੰਗਤ ਜੇ ਬੰਨਾਪੁਰੀਆਂ ਭਾਰ ਆਉਂਦਾ ਨਾ ਵੀ ਉਹ ਸੋਚਣਾ ਜੋ ਸੋਚੀ ਲਖਵਾ ਚੁੱਕਾ ਚੁੱਕ ਨਾ ਹੋ ਜੇ ਲਾਇਰਮ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ। ਇੱਥੇ ਗੁਰੂ ਸਾਹਿਬ ਦੇ ਇਹ 10 ਵਸਤੂ ਦੀ ਗੱਲ ਛੱਡੋ, ਤੇ ਗੁਰੂ ਸਾਹਿਬ ਕਹਿੰਦੇ ਉਹਨੂੰ ਚਾਰੋਂ ਪੁਰੀਆਂ ਦਾ ਸਾਰਾ ਪਦਾਰਥ ਵੀ ਜੇ ਮਿਲ ਜਾਵੇ ਨਾ, ਕਹਿੰਦਾ ਸਾਡੇ ਮਨ ਦੀ ਭੁੱਖ ਉਤਰਨ ਵਾਲੀ ਨਹੀਂ ਹੈ, ਕਹਿੰਦਾ ਮਨ ਭੁੱਖਾ ਮਤ ਕਰੇ। ਉਹ ਕਹਿੰਦੇ ਆਪੇ ਜਾਣੇ ਆਪੇ ਦੇ, ਇਹ ਕਹਿੰਦੇ ਆਖੇ ਸੇਪੇ ਕਈ ਕੇ, ਕੋਈ ਵਿਰਲਾ ਹੀ ਬੰਦਾ ਹੈ ਜੋ ਕਹਿੰਦਾ ਕਿ ਵੀ ਜੋ ਗੁਰੂ ਰੱਬ ਨੂੰ ਪਸੰਦ ਹੋ ਮੈਨੂੰ ਆਪੇ ਦੇ ਦੇਗਾ। ਅਦਰਵਾਈਜ਼ ਦੁਨੀਆ ਜਿਹੜੀ ਹੈ ਨਾ, ਉਹ ਕਹਿੰਦਾ ਜੋ 10 ਪਦਾਰਥ ਮਿਲੇ ਸਨ, ਕਹਿੰਦਾ ਕੋਈ ਗੱਲ ਨਹੀਂ, ਉਹ ਤੇ ਮਿਲ ਗਏ ਨਾ, ਉਹਤੇ ਦਿੱਤਾ ਸੀ ਰੱਬ ਨੇ, ਦੇ ਦਿੱਤਾ, ਗੱਲ ਖਤਮ ਹੋ ਗਈ। ਕਹਿੰਦਾ ਜਿਹੜੀ ਇਹ ਚੀਜ਼ ਨਹੀਂ ਦਿੱਤੀ ਨਾ ਬੰਦਾ, ਉਹਦੇ ਵਾਸਤੇ ਉਲਾਮੇ ਕਰਨਾ ਸ਼ੁਰੂ ਹੋ ਜਾਂਦਾ। ਦੇਖੋ ਜਿਹੜਾ ਬੰਦਾ ਅੱਛੇ ਜਿਹੇ ਵੱਡੇ ਉਹਨਾਂ ਦੀਆਂ ਮੰਗਾਂ ਖਤਮ ਹੋ ਗਈਆਂ। ਜਿਹੜੇ ਅੱਜ ਦੁਨੀਆ ਦੇ ਵੱਡੇ ਵੱਡੇ ਬੰਦੇ ਨੇ ਉਹਨਾਂ ਦੀ ਹੈ ਐਸੇ ਵੀ ਮਤਲਬ ਦੇयर इज अ डिफरेंस ਬਿਟਵੀਨ ਤੁਸੀਂ ਆਪਣਾ ਬਿਲ ਗੇਟਸ ਵਗੈਰਾ ਨੂੰ ਦੇਖ ਲਓ ਜਾਂ ਵਾਰਨ ਬੁਫੇ ਨੂੰ ਦੇਖ ਲਓ, ਇਹਨਾਂ ਦੇ ਜੀਵਨ ਤੋਂ ਤੁਹਾਨੂੰ ਗੁਰਮਤਿ ਦੀ ਝਲਕ ਮਿਲੇਗੀ। ਉਹ ਉਹਨਾਂ ਦਾ ਜੋ ਕਿ ਜਿਸ ਔਰ ਐਸੇ ਵੀ ਨੇ ਜਿਨ੍ਹਾਂ ਕੋਲ ਉਹਨਾਂ ਜਿੰਨਾ ਪੈਸਾ ਨਹੀਂ ਹੈ, ਬਹੁਤ ਅਮੀਰ, ਪਰ ਉਹਨਾਂ ਦੇ ਜੀਵਨ ਤੋਂ ਤੁਹਾਨੂੰ ਗੁਰਮਤਿ ਦੀ ਬਦਬੂ ਆਏਗੀ। ਉਹ ਆਪਣੇ ਪੈਸੇ ਦਾ ਸ਼ੌਕ ਕੱਢਣਾ ਛੱਡਦੇ ਨਹੀਂ। ਜ਼ਰੂਰੀ ਨਹੀਂ ਕਿ ਸਿੱਖ ਸਰੂਪ ਵਾਲੇ ਨੂੰ ਹੀ ਸਿੱਖੀ ਸਿਧਾਂਤ ਮਿਲਣਗੇ, ਸਿਧਾਂਤ ਤੇ ਕਾਮਨ ਨੇ। ਕਹਿੰਦੇ 10 ਵਸਤੂ ਲੈ ਪਾਛੇ ਪਾਵੇ, ਜੋ 10 ਪਦਾਰਥ ਦਿੱਤੇ ਸਨ, ਕਹਿੰਦਾ ਉਹਦੇ ਵਾਸਤੇ ਥੈਂਕ ਯੂ ਕਹਿੰਦਾ ਨਹੀਂ। ਕਹਿੰਦੇ ਇੱਕ ਬਸਤ ਕਾਰਨ ਦੇਖੋ, ਇੱਕ ਚੀਜ਼ ਰੱਬ ਨੇ ਕਿਉਂ ਅੱਛਾ ਇਹ ਵੀ ਮੰਗਿਆ ਮਿਲ ਗਿਆ, ਉਹ ਵੀ ਮੰਗਿਆ ਮਿਲ ਗਿਆ। ਹੁਣ ਜੇ ਕੋਈ ਚੀਜ਼ ਨਾ ਮਿਲੀ, ਕਹਿੰਦਾ ਤੂੰ ਫਿਰ ਤੂੰ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦੇ। ਕਹਿੰਦਾ ਇੱਕ ਬਸਤ ਕਾਰਨ ਬੈ ਖੋਟ ਗਵਾਵੇ, ਕਿ ਕਹਿੰਦੇ ਨੇ ਇੱਕ ਵੀ ਨਾ ਦੇ,
10 ਵੀ ਹਿਰਲੇ ਜੋ ਤੂੰ ਮੰਗਣਾ ਪਿਆ ਜਿਹਦੇ ਕਾਰਨ ਤੂੰ ਉਲਾਮੇ ਦਿੱਤੇ ਸਨ ਰੱਬ ਨੂੰ, ਕਹਿੰਦਾ ਜੀ ਉਹ ਵੀ ਨਾ ਦੇਵੇ, ਕਹਿੰਦੇ ਦਿੱਤੀਆਂ ਹੋਈਆਂ 10 ਪਦਾਰਥਾਂ ਵੀ ਤੇਰੇ ਕੋਲ ਵਾਪਸ ਲੈ ਲਵੇ। एक भी ना दे 10 भी ਹਿਰਲੇ तो मूड़ा कहो कहाँ करे, जिस ठाकुर स्यों ना ही चारा ताको कीजे सद नमस्कारा। ਉਹਨੂੰ ਨਮਸਕਾਰ ਕਰਨਾ ਹੀ ਬਣਦਾ ਹੈ। ਤੂੰ ਉਹ ਤੇਰਾ ਬੰਦਿਆ ਹੋਇਆ ਨਹੀਂ ਹੈ, ਉਹ ਤੇਰੇ ਹੀ ਇਜ਼ ਨਾਟ ਬਾਉਂਡ ਬਾਈ ਯੂ। ਹਾਂ ਉਹ ਆਪਣੇ ਬਿਰਧ ਦੇ ਹਿਸਾਬ ਨਾਲ ਦਿੰਦਾ ਸਾਰਿਆਂ ਨੂੰ ਹੈ, ਬਟ ਲੇਕਿਨ ਜੋ ਨਾ ਦੇਣਾ ਚਾਹੇ ਨਾ ਤੂੰ ਕੁਝ ਨਹੀਂ ਕਰ ਸਕੇਗਾ। ਤੂੰ ਦੁਨੀਆ ਕਿਤੇ ਹੋਰ ਕਿਤੇ ਦੁੱਖਾਂ ਨਾਲ ਗ੍ਰਸਤ ਦੁਨੀਆ ਬਹੁਤ ਸਾਰੀ ਹੈ ਹੀ ਹੈ ਨਾ, ਤੇ ਤੂੰ ਸ਼ੁਕਰਾਨੇ ਵਾਲਾ। ਅਸੀਂ ਅੱਜ ਵਿਚਾਰ ਕਰਦੇ ਸੀ ਆਪਣੇ ਜੀਵਨ ਨੂੰ ਜੈ ਪ੍ਰਸਾਦ ਲੈ ਕੇ ਆ ਜਾ। 36 ਅੰਮ੍ਰਿਤ ਖਾ ਗੁਰੂ ਨੇ ਇਤਰਾਜ਼ ਨਹੀਂ, ਕਹਿੰਦਾ ਜੈ ਪ੍ਰਸਾਦ 36 ਅੰਮ੍ਰਿਤ ਖਾਏ, ਜੈ ਪ੍ਰਸਾਦ ਸੁਖ ਸੇਠ ਚੋਵੀ ਜੈ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ। ਕਹਿੰਦਾ ਜੇ ਤੂੰ ਕਹਿ ਦਿੱਤਾ ਨਾ ਕਿ ਵੀ ਮੈਂ ਕੀਤਾ, ਮੈਂ ਇਹ ਵੀ ਮਿਲ ਗਿਆ, ਫਿਰ ਜਿਹੜਾ ਬੰਦਾ ਹੈ ਨਾ ਉਹ ਬੰਦਾ ਉਹ ਖੋੜ ਕਮਾ ਲੈਂਦਾ ਰੱਬ ਦੇ ਨਾਲ। ਹਾਂਜੀ ਜੀ ਵੀਰ ਜੀ। ਵੀਰ ਜੀ ਦਾ ਸਤੀਸ਼ ਅਰੋੜਾ ਜੀ ਦਾ ਦੂਜਾ ਹਿੱਸਾ ਵੀ ਸੀ ਜਿਹਦੇ ਵਿੱਚ ਉਹਨਾਂ ਨੇ ਦੁੱਧ ਦਾ ਜ਼ਿਕਰ ਕੀਤਾ ਤੇ ਬੜੀ ਖੁਸ਼ੀ ਹੈ ਵੀਰ ਜੀ ਕਿ ਦੁੱਧ ਭੁਪਿੰਦਰ ਵੀਰ ਜੀ ਕੁਝ ਵਿਚਾਰ ਦੇਣਾ ਚਾਹ ਰਹੇ ਨੇ। ਸਤਬੀਰ ਵੀਰ ਜੀ ਜੀ ਵੀਰ ਜੀ ਇੰਜ ਹੈ ਕਿ ਜੋ ਦੁੱਧ ਦਾ ਉਹ ਚੱਲ ਰਹੀ ਹੈ ਮੁਹਿੰਮ, ਉਹਦੀ ਇੱਕ ਕਾਪੀ ਮੈਨੂੰ ਸੈਂਡ ਕਰ ਦਿਓਗੇ ਮੇਰੇ WhatsApp ਤੇ, ਤਾਂ ਆਈ ਵਿਲ ਬੀ ਵੈਰੀ ਕਾਈਂਡ ਆਫ ਯੂ। ਵੀਰ ਜੀ ਆਲਰੇਡੀ ਸ਼ੇਅਰਡ ਇਨ ਗਰੁੱਪ। ਮੈਂ ਜਿਹੜੇ ਵੀ ਗਰੁੱਪ ਵਿੱਚ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਤੁਹਾਡੇ ਨੰਬਰ ਤੇ ਸ਼ੇਅਰ ਕਰ ਦੇਣਗੇ YouTube ਲਿੰਕ। ਸ਼ੁਕਰੀਆ ਜੀ, ਸ਼ੁਕਰੀਆ ਜੀ। ਸੁਖਵਿੰਦਰ ਵੀਰ ਜੀ ਆਪ ਜੀ ਕੋਈ ਵਿਚਾਰ ਦੇ ਰਹੇ ਸੀ? ਭੁਪਿੰਦਰ ਵੀਰ ਜੀ, ਭੁਪਿੰਦਰ ਵੀਰ ਜੀ ਕੈਰੀ ਔਨ। सतीश जी ਤੁਸੀਂ ਆਪਣਾ ਪਹਿਲਾ ਕੁਐਸਚਨ ਜਰਾ ਦੁਬਾਰਾ ਬੋਲੋਗੇ ਬਰੀਫ, ਬਿਲਕੁਲ ਛੋਟਾ ਜਿਹਾ। ਮੈਂ ਤੁਹਾਡੇ ਕੁਐਸਚਨ ਔਰ ਉਹਦੀ ਇੰਟੈਂਸ਼ਨ ਸਮਝਣਾ ਚਾਹੁੰਦਾ। ਕੁਐਸਚਨ ਦੁਬਾਰਾ ਉਹ ਹੈਗਾ ਕੁਐਸਚਨ ਹੈਗਾ ਸੀ ਸੁਖਮਨੀ ਸਾਹਿਬ ਵਿੱਚ ਹੈਗਾ ਸੀ 10 ਵਸਤੂ ਲੈ ਪਾਛੇ ਪਾਵੇ, ਇੱਕ ਬਸਤ ਕਾਰਨ ਵਿਖੋਟ ਗਵਾਵੇ। ਬਈ ਜਿਹਦੇ ਕੋਲ ਸਾਰੀਆਂ ਵਸਤੂ ਹੈਗੀਆਂ, ਕੁਝ ਚੀਜ਼ ਦੀ ਕਮੀ ਨਹੀਂ ਹੈਗੀ, ਕੋਈ ਚੀਜ਼ ਦੀ ਕਮੀ ਨਹੀਂ ਹੈਗੀ, ਤਾਂ ਉਹ ਫਿਰ ਉਹਦੇ ਉੱਤੇ ਕਿਵੇਂ ਢੁਕੇਗਾ? ਅੱਛਾ ਇਹ ਤੁਹਾਡਾ ਕੁਐਸਚਨ ਹੈ ਨਾ? ਹਾਂਜੀ ਵੀਰ ਜੀ। ਤਾਂ ਤੁਸੀਂ ਇਸ ਕੁਐਸਚਨ ਦੇ ਮੁਤਾਬਕ ਆਪਣੇ ਮਨ ਅੰਦਰ ਇਹ ਵਿਚਾਰ ਚਲਾ ਰਹੇ ਹੋ ਨਾ ਕਿ ਤੂੰ ਤੇਰੇ ਕੋਲ 10 ਚੀਜ਼ਾਂ ਤੇ ਹੈ। ਹਾਂਜੀ। ਤੇ ਤੂੰ 10 ਚੀਜ਼ਾਂ ਲੈਣ ਤੋਂ ਬਾਅਦ ਫਿਰ ਤੈਨੂੰ ਜਿਹੜੀ ਇੱਕ ਨਹੀਂ ਮਿਲੀ ਉਹਦੇ ਬਾਰੇ ਤੂੰ ਰੌਲਾ ਪਾ ਰਿਹਾ ਹੈ। ਤਾਂ ਜੇ ਜਿਸ ਰੱਬ ਨੇ ਤੈਨੂੰ 10 ਦਿੱਤੀਆਂ ਨੇ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ ਤੇ ਤੇਰੇ ਕੋਲੋਂ ਉਹ 11ਵੀਂ ਦੇਵੇ ਹੈ ਨਾ ਦੇਵੇ ਔਰ 10 ਨੂੰ ਹੀ ਖੋ ਸਕਦਾ ਹੈ। ਬਿਲਕੁਲ ਠੀਕ ਹੈ ਵੀਰ ਜੀ। ਤੁਸੀਂ ਇਹ ਵਿਚਾਰ ਅੰਦਰੋਂ ਸੋਚ ਰਹੇ ਹੋ ਨਾ, ਤਾਂ ਹੀ ਤੁਹਾਡਾ ਸਵਾਲ ਬੜਾ ਵਾਜਿਬ ਹੈ। ਹੁਣ ਸਾਰੀ ਦੁਨੀਆ ਤੇ ਸਾਰਿਆਂ ਕੋਲ ਇਹ ਦੁਨਿਆਵੀ ਪਦਾਰਥ ਨਹੀਂ ਹਨ। ਹਾਂਜੀ। ਤੇ ਜਿਹੜਾ ਅਮੀਰਾਂ ਦਾ ਬੱਚਾ ਹੈ ਉਹ ਤੇ ਕਹਿੰਦਾ चॉकलेट भी ले दो, टॉय भी ले दो, एक टॉय के बदले एक कोका कोला भी पिला दो और इसके अलावा मेरे को फलानी गेम भी ले दो। वो तो इंज करता है। ਜਿਹੜਾ ਗਰੀਬ ਦਾ ਬੱਚਾ ਉਹ ਤੇ ਮੰਮੀ ਪਾਪਾ ਨੂੰ ਕਹ ਰਿਹਾ ਪਾਪਾ ਮੰਮੀ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਉਹ ਤੇ ਕੁਝ ਨਹੀਂ ਨਾ ਮੰਗ ਰਿਹਾ। ਨਹੀਂ ਵੀਰ ਜੀ। ਅੱਛਾ ਅਸੀਂ ਨਾ ਬਾਣੀ ਨੂੰ ਯੂਨੀਵਰਸਲ ਟਰੁੱਥ ਸਮਝਦੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਇਹ ਟਰੁੱਥਫੁਲ ਲਿਵਿੰਗ ਦਾ ਮੈਸੇਜ ਸਾਰੀ ਦੁਨੀਆ ਵਾਸਤੇ ਹੈ। ਇਸ ਕਰਕੇ ਇਹਨੂੰ 7 ਗੁਰ ਕਹਿੰਦੇ ਨੇ। ਇਹ ਸੱਚਾ ਗੁਰ, ਸੱਚੀ ਟੈਕਨੀਕ ਸਾਰਿਆਂ ਤੇ ਐਪਲੀਕੇਬਲ ਜਿਹੜੀ ਹੋ ਸਕੇ, ਸਾਰਿਆਂ ਨੂੰ ਜਿਹੜੀ ਸੁੱਖ ਪਹੁੰਚਾ ਸਕੇ, ਉਹ ਵਾਲੀ ਟੈਕਨੀਕ ਦਿੰਦੇ ਨੇ ਬਿਨਾਂ ਵਿਤਕਰੇ। ਠੀਕ ਹੈ ਜੀ ਵੀਰ ਜੀ, ਠੀਕ ਹੈ ਜੀ। ਹਾਂਜੀ ਹੁਣ ਅਸੀਂ ਨਾ ਥੋੜਾ ਜਿਹਾ ਬਾਣੀ ਦੀ ਬਣਤਰ ਨੂੰ ਸਮਝਾਂਗੇ। ਪਹਿਲਾਂ ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਤੇ ਸਾਨੂੰ ਪਹਿਲਾਂ ਪੌੜੀ ਸਮਝਣੀ ਚਾਹੀਦੀ ਹੈ, ਫਿਰ ਸ਼ਲੋਕ ਸਮਝਣੇ ਚਾਹੀਦੇ ਨੇ। ਆਸਾ ਕੀ ਵਾਰ ਦੀ ਆਖਰੀ ਪੰਕਤੀ ਉਹਦਾ ਰਹਾਉ ਹੁੰਦੀ ਹੈ, ਪਹਿਲਾਂ ਉਹਨੂੰ ਸਮਝਣਾ ਚਾਹੀਦਾ। ਹੋ ਗਿਆ ਇੰਜ ਹੀ ਸ਼ਬਦਾਂ ਵਿਚਕਾਰ ਰਹਾਉ ਹੁੰਦਾ ਹੈ, ਉਹ ਬਾਣੀ ਦੀ ਬਣਤਰ ਹੁੰਦੀ ਹੈ। ਇਸ ਤੋਂ ਇਲਾਵਾ ਸੁਖਮਨੀ ਸਾਹਿਬ ਵਿੱਚ ਸਾਰੇ ਸੁਖਮਨੀ ਦਾ ਰਹਾਉ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੇ ਮਨ ਵਿਸ਼ਰਾਮੇ ਬਾਣੀ ਦੀ ਬਣਤਰ ਹੈ। ਇਸ ਤੋਂ ਇਲਾਵਾ ਈਚ ਅਸ਼ਟਪਦੀ ਦਾ ਆਪਣਾ ਰਹਾਉ ਵੀ ਹੈ ਜਿਹੜਾ ਉਹਦੇ ਸ਼ਲੋਕ ਅੰਦਰ ਹੈ। ਠੀਕ ਹੈ। ਅੱਛਾ ਸ਼ਲੋਕ ਕੀ ਹੈ? ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਕਿਹਨੂੰ ਕਹਿ ਰਹੇ ਨੇ? ਮੇਰੇ ਮਨ ਨੂੰ।
तेरे अंदर रब जी रहंदे ने, वो तेनू रतन जवाहर माणिक वर्गी अक्ल दे सकते ने, निर्मल कर्मा वाला साच दृढ़ा सकते ने। वो छड़ के लागे आन सुआए तू मन की मत वाले जमा वाले ख्यालों दे नाल इस शरीर दे भोगन वाले ख्यालों विच फसिया होया। देनहार प्रभ छोड़ के लागे आन सुआए, नानक कहूं ना सीझई बिना में पत जाए, तेरी हूं जम पत लुटणगे, तू सच नहीं ना दृढ़ कीता। ये उहदे चों ना रहाव चों ये एसेंस निकल के आया जिहड़ा सानू ये कहंदा है अष्टपदी। 10 वस्तु ले पाछे पावे, 10 वस्तु हुंदा है ए मेरे 10 द्वारे। ले पाछे पावे दा मतलब हुंदा है इन्हां दे स्वादां दे पिछे पिया रहिंदा है। पाछे दा मतलब हुंदा फॉलो करना, उन्हां दियां मंगां पूरियां करदे रहना। जे चंगी मंग होएगी तां असीं कहांगे राख संतन कै पाछे। पाछे दा मतलब उहदे पिछे थोड़ा ना खड़े हो जाना। जिथे संत दी दुनिया शरीरक संत जी मंदी है, उन्हां दे पिछे पिछे जाके थोड़ा ना खड़ी हो जाती है। राख संतन कै पाछे, आइडियल्स नू फॉलो करन दी मनु अक्ल दी। मैं आइडियल्स दे बदले वाइसिस फॉलो करदा हां। वाइसिस ऐ सारे मेरे अंग इन्हां दी भुख रखदे ने। हुण कहंदे ने 10 वस्तु ले पाछे पावे, इन शरीर के अंगों के स्वादों के पीछे चल रहा है। एक बस्त कारण, वो बस्त की है निज कर अंदर वसे रब जी दी सुमत, विजडम, नाम। एक बस कारण बिखोट गवावे। हुण एदे अगे ना इनू असी फिर सांझ करांगे। एक भी ना दे 10 भी हिरले। ये पता सी केड़ा वाला रब बनाया? क्रूअल रब बनाया। जेड़े असी क्रूअल मम्मी पापा हाँ। बच्चे ने टॉय भी ले लिया, चॉकलेट भी ले ली और फिर वो एक और चीज मांग रहा। असी कहंदे तू कहना नहीं ना मानेगा, ये भी तेरी हम छीन लेंगे। इंज करदे ने रब जी। असी जेड़े क्रूअल मम्मी पापा दा एटीट्यूड है बच्चे दे नाल मिसबिहेव दा, वो वाला एटीट्यूड इस पंक्ति ते जोड़ दिता रब जी दे नाल। असी रब जी नू ऐसा बना दिता कि रब जी चीज़ां देंदे ने, जे उन्हां दा कहना ना मनो, होर कोई चीज मंगो तो फिर वो बाकी चीज़ां भी खो लैंदे ने। हुण इत्थे पता ही कह रहे ने 10 वस्तु ले पाछे पावे। मैं फिर बेनती कर रहा सतीश जी अते सारी संगत जी, असी अपने मिसबिहेवियर नू रब जी ते नहीं थोपना। असी रब्बी गुण सीखना है। ठीक है सतीश जी? सतीश जी जी वीर जी। मेरे मन नू पहला रहाओ च पौड़ी और श्लोक ही समझाया, देनहार प्रभ छोड़ के लागे आन सुआए, अंदर दे रब नू छड़ के तू शरीर दे स्वादां ते होया। हुण अगे चल के कहंदे ने इस तरह तू ये नानक कहूं ना सीजे बिना में पत जाए, तू इस तरह स्टेबल अवस्था नहीं प्राप्त कर सकता, तेनू जम पत तेरी लुटणगे। हुण ओनू अगे समझांदे ने 10 वस्तु ले पाछे पावे, शरीर के स्वादों के चक्रों में रहता है। एक बस्त, ये बस्त विजडम है, विजडम एक बस्त कारण। अच्छा सतबीर जी तुसी मेरे नाल हो ना, खोट किन्नू कहंदे ने? खोट अवगुणा नू कह लो वीर जी। अवगुणा नू खोट कहंदे ने ना, इंप्योरिटीज कहंदे ने। असी गुरमति समझने तां वाइस कहंदे ने, अवगुण कहंदे ने ना। जी जी वीर जी कहंदे ने ना। इत्थे लफज लिखा है एक बस कारण बिखोट गवावे। खोट ना उल्टा है बिखोट। बिखोट है प्योर मत। तू निज कर दी मत लई नहीं, बिखोट गवावे। तू अपने अंदरों चंगे गुणा वाली, ईमानदारी वाली, प्योरिटीज वाली मत गवा लेना है। एक भी ना दे। अगर तू वो वाली बस्त निज कर अंतरात्मे से सतगुरु की मत लेके अपने अंगों को नहीं देगा, मन नू कह रहे ने एक भी ना दे। अगर तू नहीं देगा 10 भी हिर ले, फिर तो ये सारे तेरे को हिरेंगे ही, फिर तो ये तंग करेंगे ही, तेरे को ड्रैग करेंगे। जैसे रावण ने सीता को हिरा था ना,
ऐसे सारे तेरे को ड्रैग करेंगे, तू हिरन की तरह इधर उधर भागता रहेगा, कुत्ते की तरह इधर उधर भागता रहेगा, सांप की तरह जहर खोलता रहेगा, दो मुआ सांप बन जाएगा, कभी इधर कभी उधर, ड्युअलिटी वाला बगला बन जाएगा। 10 वीर ने ये सारे शरीर के चक्कर में रहा ना। मनु खिमा करना, मैं कई नौजवान मनु कहते ने भी तुसी विचकार हिंदी है इंग्लिश बोल देंदे हो, एक ही सेंटेंस ता सानू गल समझ आ जाती है, मैं वो थोड़ा यूज्ड हूं। एक भी ना दे ओए मेरे मन, तू एक बस्त देंदा नहीं है जिदे कारण तेरी बिखोट गई, जिदे कारण तेरे कोल सुचत जी चंगा गुणा गुण गए। जिसनू आप खुआए करता खुश ले चंग्याई, ये करता मेरा मन है, मेरा मन चंगे गुण छेती ना छोड़ देंदा है। एक भी ना दे, मैनू मनु ताड़ना करके कह रहे ने, अंतर आत्मे की बस्त तू लेता नहीं है, अगर वो तू अपने अंगों को नहीं देगा, एक भी ना दे 10 भी हिरले, ऐ तो सारे तेनू फूल करनगे ही करनगे, तेनू जमा ते रस्ते पा देने, बिन नामे पत जाए श्लोक इच क्या है, तो मूड़ा तो कहां करे, फिर क्या करेगा। हूं अगे कहते हैं जिस ठाकर से नहीं चाह रहा, ये कौन है, मन, सारे अंग, सारे अंगां नू पता है वी हैव टू फॉलो मन। सतबीर जी एम आई राइट हियर? जी वीर जी। क्योंकि मन इस शरीर का राजा है जी, मन इस शरीर का सुल्तान है, मन इस शरीर का खसम है, मन इस शरीर का साई है, पर इनू ये वाला घर चलाना नहीं आंदा, घर दा प्यो बनया होया है, इनू अक्ल नहीं है, चलानी नहीं आंदी, चलना है पिछे पैंदा है। जिस ठाकर से नहीं चाह रहा है, मन ठाकर है इस शरीर का, पर इहदे कोल चंगी वाली सुचज्जी मत नहीं है। जिस ठाकुर से नहीं जा रहा ताकू कीजिए साथ नमस्कार है, सारे मानते इनू फॉलो करते ही हन। हुण मन नू जे बस मिल जाए, जाके मन लागा प्रभ मीठा, मन वो बस ले लैंदा है, ओनू विजडम मिठी लगी ओने ले लई, सरब सुख ताहू मन उठा, ओदे मन अंदर माई मेरे मन को सुख आ गया। जिस जन अपना हुक्म मनाया, हुने मन अंदर दी बस लैके चंगे गुण सिखा के इन्हां सारिया अंगां नू ओ वाला गुण मनवांदा है। जिस जन अपना हुक्म, अपना मींस जेड़ा उन्हें सतगुरु जी को लिया, बस्त जेड़ी लई है ना, रतन जवाहर माणिक वर्गी बस्त, दात, गुरबाणी चों असी मत विच रतन जवाहर माणिक दी दात सीख रहे हैं, दुनियावी पदार्थां दियां दातां नहीं गल कर रहे हैं। जिस जन अपना हुक्म मनाया, वो सतगुरु दी मत दे हुक्म विच आप आ गया, उन्हां दी विजडम वाली बस्त ले ली, हुण ओदी बिखोट जेड़ी चली गई सी ना, वो वापस मिल गई, जो गवाच गई सी ना वो वापस मिल गई, दुर्मत चली गई, सुमत आ गई। जिस जन अपना हुक्म मनाया, उन्हें वाले अपने अंग सरब थोक नानक तिन पाया, ओनू सभे थोक प्राप्त हो गया और उन्हें अपने अंगां नू भी देना शुरू कर दिता। ये मम्मी पापा जिवें बच्चे कोलों समान खो लैंदे ने, रिवार्ड और पनिशमेंट वाली गल रब जी ते नहीं थोपनी, रब जी मिठ बोलड़ा ने, रब जी कदे भी दित्तियां चीजां खोंदे नहीं ने, रब जी ने तो सारी दुनिया नू दित्ती है, पर रब कॉन्सेप्ट गुरमति च है, रब मीन्स सतगुर, सतगुर मीन्स विजडम दा दाता, गुर प्रसाद, ग्रेस, कृपा, नदरे करम करने वाला, परवदगार, विधाता, एक कॉन्सेप्ट है गुरमत दा। वो वाले अंदर वसदे ने, उन्हां दी मत लेके मन मर जो जांदा, मन सारी सुमत देनी शुरू कर दिंदा। पहला मन कूड़ नाल रहिंदा सी, बिखोट गवावा हो चुका सी। सतीश जी इस एंगल तो असीं इहनूं विचारांगे ना, तां तुहाडा क्वेश्चन मटीरियल वर्ड तो हट के अपने ते अप्लाई करन वाले पासे आ जाएगा। जी जी वीर जी, बड़े अच्छे तरीके नाल आप जी ने समझाना कीता। बहुत बहुत शुक्राना भाई, बहुत बहुत शुक्राना वीर जी। थैंक यू जी। तजिंदर वीर जी, नेक्स्ट क्वेश्चन। वीर जी जसपाल वीर जी तो है, प्लीज अपनी ऑडियो ऑन कर लो। उसके बाद हरविंदर मारवाज वीर जी ने लिख के भेजे है विंदरी पेंडिंग क्वेश्चन।
पहले जसपाल वीर जी प्लीज अपना क्वेश्चन पुट हाँ कर जी, लो, हाँ जी, समा थोड़ा हो हाँ गया ऑन कर लिया। वाहिगुरु जी का खालसा, वाहिगुरु जी की फतेह। वीर जी है। ਇੱਥੇ जसपाल मेरा वीर जी थोड़ी ऑडियो जी वीर जी ऑडियो ऑन है ना, आ रही है ना आवाज? जी 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 वीर जी आ रही है, वीर जी प्लीज कैरी आ ऑन। रही है ना? हाँ जी, हाँ जी। ਇੱਥੇ ਜਿਸ ਤਰ੍ਹਾਂ ਕੁਝ ਸਮਾਂ ਤੋਂ ਸਾਡਾ ਵਿਚਾਰ ਚੱਲ ਰਿਹਾ ਹੈ ਰੱਬ ਦੇ ਉੱਤੇ ਕਿ ਸਾਡੇ ਅੰਦਰ ਹੈਗਾ ਰੱਬ, ਪਰਮਾਤਮਾ ਸਾਡੇ ਅੰਦਰ ਹੈ, ਗੁਰੂ ਜੀ ਸਾਡੇ ਅੰਦਰ ਹਨ। ਬਾਹਰ ਜਿਹੜਾ ਹੈਗਾ ਬਾਹਰ ਸਾਨੂੰ ਬਾਹਰ ਵੀ ਰੱਬ ਹੈਗਾ, ਮਗਰ ਸਾਨੂੰ ਬਾਹਰ ਰੱਬ ਦਿਸਦਾ ਨਹੀਂ। ਇਹ ਵਿਚਾਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸੀਗੀਆਂ ਤੇ ਇਹਦੇ ਨਾਲ ਹੀ ਕੋਈ ਗੱਲ ਸਾਂਝਾ ਕਰਦੇ ਹੋਏ ਮੈਂ ਇੱਕ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਵੀਰ ਜੀ ਕੋਈ ਆਦਮੀ ਜਾ ਰਿਹਾ ਉਹਦਾ ਰਸਤੇ ਵਿੱਚ ਐਕਸੀਡੈਂਟ ਹੋ ਜਾਂਦਾ, ਸਪੋਜ਼ ਕੀਤਾ ਵੀਰ ਜੀ ਤੁਸੀਂ ਵਿਚਾਰ ਕਰੋ, ਇੱਕ ਛੋਟੀ ਜੀ ਮੈਂ ਸਾਂਝ ਪਾਣਾ ਚਾਹਾਂਗਾ, ਅੰਦਰ ਬਾਹਰ ਦੋਏ ਇੱਕੋ ਜਾਨੋ। ਜੀ ਵੀਰ ਜੀ ਉਹਦੇ ਵਿੱਚ ਜੇ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਗਿਰ ਜਾਂਦਾ ਹੈ, ਕੋਈ ਆਦਮੀ ਆਂਦਾ ਹੈ ਉਹਨੂੰ ਚੁੱਕਦਾ ਹੈ, ਹਸਪੀਟਲ ਲੈ ਜਾਂਦਾ ਹੈ, ਉਹਦੀ ਜਾਨ ਬਚ ਜਾਂਦੀ ਹੈ ਤੇ ਉਹਦੇ ਘਰ ਵਾਲੇ ਆਂਦੇ ਨੇ ਤੇ ਉਹਨੂੰ ਪੁੱਛਦੇ ਹੈਗੇ ਕਿ ਤੁਸੀਂ ਕਿਸ ਤਰ੍ਹਾਂ ਬਚੇ, ਕੌਣ ਲੈ ਕੇ ਆਇਆ, ਕੀ ਹੋਇਆ? ਕਹਿੰਦਾ ਰੱਬ ਦਾ ਕੋਈ ਬੰਦਾ ਆਇਆ ਸੀਗਾ, ਉਹ ਮੈਨੂੰ ਇੱਥੇ ਛੱਡ ਗਿਆ ਤੇ ਮੇਰੀ ਜਾਨ ਬਚ ਗਈ ਕਿਉਂਕਿ ਮੈਂ ਟਾਈਮਲੀ ਇੱਥੇ ਪਹੁੰਚ ਗਿਆ। ਇੱਥੇ ਹੀ ਕੋਈ ਅੱਗੇ ਚ ਫਸਿਆ ਹੁੰਦਾ ਹੈ, ਕੋਈ ਡੁੱਬ ਰਿਹਾ ਹੁੰਦਾ ਹੈ। ਸਾਰਿਆਂ ਦੇ ਐਗਜ਼ਾਮਪਲ ਇਹੀ ਹੁੰਦੇ ਨੇ ਕਿ ਕੋਈ ਰੱਬ ਦਾ ਬੰਦਾ ਆਇਆ ਸੀਗਾ ਤੇ ਉਹ ਮੈਨੂੰ ਬਚਾ ਗਿਆ, ਉਹਨੇ ਮੈਨੂੰ ਬਚਾਇਆ ਜਾਂ ਉਹ ਮੈਨੂੰ ਛੱਡ ਗਿਆ ਜਾਂ ਡੁੱਬਦੇ ਹੋਏ ਬਚਾ ਗਿਆ। ਤੇ ਅਸੀਂ ਜਿਹੜਾ ਬਾਹਰਲਾ ਹੈਗਾ ਇਸ ਨੂੰ ਅਸੀਂ ਕਿਸ ਰੂਪ ਦੇ ਵਿੱਚ ਦੇਖਾਂਗੇ ਜਾਂ ਕਿਸ ਰੂਪ ਵਿੱਚ ਕਵਾਂਗੇ? ਮੇਰਾ ਮੇਨ ਇਹੋ ਮਕਸਦ ਹੈ ਕਿ ਰੱਬ ਤੇ ਸਾਹਮਣੇ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ ਹੈ। ਤੇ ਬਸ ਮੇਰਾ ਇਹੋ ਕੁਐਸਚਨ ਸੀਗਾ ਕਿ ਉਹਨੂੰ ਅਸੀਂ ਜੀ ਜੀ ਵੀਰ ਜੀ ਸੁਖਵਿੰਦਰ ਵੀਰ ਜੀ ਤੁਹਾਨੂੰ ਕੋਈ ਹੋਰ ਵਿਚਾਰ ਦੇਣਾ ਚਾਹੇ ਸੁਖਵਿੰਦਰ ਵੀਰ ਜੀ ਪਲੀਜ਼ ਥੋੜੀ ਜੀ ਸ਼ਾਰਟ ਵਿੱਚ ਵਿਚਾਰ ਰੱਖ ਕੇ ਨੈਕਸਟ ਕੁਐਸਚਨ ਲੈ ਲਈਏ। ਸੁਖਵਿੰਦਰ ਵੀਰ ਜੀ। ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਜੀ ਦਾ ਕਨਸੈਪਟ ਜਿਹੜਾ ਹੈ ਨਾ, ਉਹ ਸਤਿਗੁਰੂ ਜੀ ਦੀ ਸਿੱਖਿਆ ਹੀ ਹੈ। ਸਤਿਗੁਰੂ ਜੀ ਦਾ ਅਗਰ ਸਾਡੇ ਸੁਰਤ ਦਾ ਧਿਆਨ, ਅਗਰ ਸਾਡੇ ਵਿੱਚ ਸਾਡਾ ਧਿਆਨ ਹੈ ਨਾ, ਧਿਆਨ ਹੀ ਮਨੁੱਖ ਦੀ ਨਿਸ਼ਾਨੀ ਹੈ। ਕਿਉਂਕਿ ਜਿਸ ਇਨਸਾਨ ਦੇ ਵਿੱਚ ਧਿਆਨ ਨਹੀਂ ਹੁੰਦਾ ਉਸ ਨੂੰ ਸਮਾਜ ਵਿੱਚ ਨਹੀਂ ਰੱਖਦੇ ਅਸੀਂ ਲੋਕ ਨਾ। ਸਾਡਾ ਧਿਆਨ ਵਿੱਚ ਜੋ ਚੀਜ਼ ਚੱਲ ਰਹੀ ਹੈ ਨਾ, ਉਸੇ ਨੂੰ ਹੀ ਅਸੀਂ ਦੇਖ ਸਕਦੇ ਹਾਂ ਕਿ ਉਹ ਧਿਆਨ ਦੇ ਵਿੱਚ ਕੀ ਕਹਿੰਦੇ ਆ, ਸਾਡੀ ਸੁਰਤ ਕਿੱਥੇ ਟਿੱਕੀ ਹੋਈ ਹੈ। ਜਦੋਂ ਅਸੀਂ ਕਾਰ ਡਰਾਈਵ ਕਰਦੇ ਵੀ ਹਾਂ, ਇਹ ਡਿਸਾਈਡ ਕਰਨਾ ਹੁੰਦਾ, ਸਾਨੂੰ ਇਹ ਦੇਖਣਾ ਚਾਹੀਦਾ ਉਹਦਾ ਧਿਆਨ ਕਿੱਥੇ ਹੈ। ਜਦੋਂ ਵੀ ਅਸੀਂ ਕਿਤੇ ਕੋਈ ਐਕਸੀਡੈਂਟ ਕਰਦੇ ਜਾਂ ਨਹੀਂ, ਪਰ ਜਦੋਂ ਵੀ ਕਦੀ ਕੋਈ ਬਹੁਤ ਤੇਜ਼ ਬ੍ਰੇਕ ਮਾਰਦੇ ਹਾਂ, ਸਾਡੇ ਨਾਲ ਵਾਲਾ ਬੋਲਦਾ ਹੈ ਕੀ ਹੋਇਆ, ਕਿੱਥੇ ਸੀ ਧਿਆਨ? ਕਹਿੰਦਾ ਯਾਰ ਮੇਰਾ ਧਿਆਨ ਨਹੀਂ ਸੀ, ਮੈਂ ਇੱਕਦਮ ਬ੍ਰੇਕ ਮਾਰੀ। ਜਦੋਂ ਸਾਡਾ ਧਿਆਨ ਨਹੀਂ ਹੁੰਦਾ, ਜਦੋਂ ਸਾਡਾ ਧਿਆਨ ਭਟਕ ਜਾਂਦਾ, ਸਾਡਾ ਧਿਆਨ ਕਿਤੇ ਹੋਰ ਜਾਂਦਾ, ਮੋਸਟਲੀ ਸਾਡੇ ਐਕਸੀਡੈਂਟ ਤਾਂ ਹੀ ਹੁੰਦੇ ਨੇ। ਧਿਆਨ ਹੀ ਅਸੀਂ ਜਿਹੜੇ ਇਨਸਾਨ ਨੂੰ ਕਹਿ ਸਕਦੇ ਹਾਂ, ਧਿਆਨ ਜਿੱਥੇ ਸਾਡਾ ਧਿਆਨ ਹੋਏਗਾ ਉਹੀ ਸਾਡੀ ਅੱਖਾਂ ਉੱਥੇ ਦੇਖਦੇ ਨੇ, ਉੱਥੇ ਸਾਡੇ ਕੰਨ ਸੁਣਦੇ ਨੇ। ਸਾਡੇ ਧਿਆਨ ਕਰਕੇ ਹੀ ਅਸੀਂ ਗੱਡੀ ਚਲਾਉਂਦੇ ਹਾਂ ਪਰਫੈਕਟਲੀ, ਤੇ ਸਾਡੇ ਧਿਆਨ ਕਰਕੇ ਹੀ ਸਾਡੇ ਤੋਂ ਐਕਸੀਡੈਂਟ ਹੁੰਦੇ ਨੇ। ਸੋ ਅਸੀਂ ਜਦੋਂ ਧਿਆਨ ਵਾਲਾ ਕੀ ਕਹਿੰਦੇ, ਜਦੋਂ ਵੀ ਗੁਰਬਾਣੀ 'ਚ ਲਿਖਿਆ, ਗੁਰਬਾਣੀ ਮੈਂ ਕਹਿ ਰਿਹਾ, ਜਦੋਂ ਵੀ ਅਸੀਂ ਕਈ ਵਾਰ ਸੜਕਾਂ ਤੇ ਜਾਂਦੇ ਨਾ, ਉਹਦੇ ਪਿੱਛੇ ਵੀ ਬਹੁਤ ਸਾਰਾ ਲਿਖਿਆ ਹੁੰਦਾ, ਟਰੱਕਾਂ ਦੇ ਪਿੱਛੇ ਵੀ ਲਿਖਿਆ ਹੁੰਦਾ, ਉੱਥੇ ਵੀ ਸਾਨੂੰ ਇਹੀ ਲਿਖਿਆ ਹੁੰਦਾ, ਕਹਿੰਦੇ ਨੇ ਧਿਆਨ ਦੇ ਨਾਲ ਗੱਡੀ ਚਲਾਓ, ਸਮੇਂ ਦੇ ਨਾਲ ਕਾਹਲੀ ਨਾ ਕਰੋ, ਤੇਜ਼ੀ ਨਾ ਚਲਾਓ, ਕਾਹਲੀ ਨਾ ਕਰੋ, ਕਾਹਲੀ ਦੇ ਅੱਗੇ ਟੋਏ ਹੁੰਦੇ ਹਨ। ਆਖਿਆ ਸਾਨੂੰ ਕਈ ਵਾਰ ਜਾਂਦਾ। ਜਦੋਂ ਅਸੀਂ ਬੇਧਿਆਨੇ ਹੋ ਕੇ ਗੱਡੀ ਚਲਾਉਂਦੇ ਹਾਂ, ਬੇਧਿਆਨੇ ਹੋ ਕੇ ਸਾਡਾ ਧਿਆਨ ਕਿਤੇ ਹੋਰ ਹੁੰਦਾ, ਜਾਂ ਮੋਬਾਈਲ ਵਿੱਚ ਜਾਂ ਕਿਤੇ ਹੋਰ ਦੇਖ ਰਹੇ ਹੁੰਦੇ ਆ, ਤਾਂ ਸਾਡੇ ਕੋਲ ਬਹੁਤ ਜ਼ਿਆਦਾ ਚਾਂਸਿਸ ਹੈ ਗਲਤੀ ਹੋ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ ਤੇ ਉਹਦੇ ਨਾਲ ਹੀ ਸਾਡਾ ਨੁਕਸਾਨ ਹੁੰਦਾ। ਤਾਂ ਸਾਨੂੰ ਗੁਰਬਾਣੀ ਵਿੱਚ ਵੀ ਇਹੀ ਕਹਿੰਦੇ ਸਭ ਤੋਂ ਧਿਆਨ ਹੀ ਸਾਨੂੰ, ਇਸੇ ਲਈ ਗੁਰਬਾਣੀ ਜਿਹੜਾ ਸਿੱਖ ਆਖਦੀ ਹੈ ਉਹ ਵੀ ਧਿਆਨ ਨੂੰ ਹੀ ਆਖਦੀ ਹੈ, ਸੁਰਤ ਦੇ ਧੁਨ ਨੂੰ। ਸੁਰਤ ਦਾ ਧੁਨ ਹੀ ਸਭ ਕੁਝ ਹੈ। ਜਦੋਂ ਅਸੀਂ ਗੱਡੀ ਚਲਾਉਂਦੇ ਹਾਂ, ਧਿਆਨ ਹੀ ਸਾਡਾ ਗੱਡੀ ਚਲਾ ਰਿਹਾ ਹੁੰਦਾ, ਹੱਥ ਉਹੀ ਕੰਮ ਕਰ ਰਹੇ ਹੁੰਦੇ ਜਿੱਥੇ ਸਾਡਾ ਧਿਆਨ ਹੈ। ਜਦੋਂ ਸਾਡਾ ਧਿਆਨ ਹੁੰਦਾ, ਸਾਡਾ ਧਿਆਨ ਵਾਲੇ ਪਾਸੇ ਸਾਡੀਆਂ ਅੱਖਾਂ ਚਲੇ ਜਾਂਦੀਆਂ, ਕੰਨ ਚਲੇ ਜਾਂਦੀਆਂ, ਹੱਥ ਸਟੀਅਰਿੰਗ ਤੇ ਹੀ ਹੁੰਦੇ ਆ, ਲੇਕਿਨ ਧਿਆਨ ਕਿਤੇ ਹੋਰ ਜਾਂਦਾ ਹੈ, ਉਸ ਕੀ ਕਹਿੰਦੇ ਜਾ ਕੇ ਸਾਡੇ ਤੋਂ ਐਕਸੀਡੈਂਟ ਹੋ ਜਾਂਦਾ ਤੇ ਗਲਤ ਹੋ ਜਾਂਦਾ। ਸੋ ਸਾਨੂੰ ਆਪਣੇ ਧਿਆਨ ਤੇ ਹੀ ਧਿਆਨ ਕਰਕੇ ਚੱਲਣਾ ਚਾਹੀਦਾ ਵੀ ਧਿਆਨ ਹੀ ਸਭ ਕੁਝ ਹੈ। ਸਾਨੂੰ ਜਿਤਨਾ ਅਸੀਂ ਧਿਆਨ ਨਾਲ ਚਲਾਵਾਂਗੇ ਕੋਈ ਐਕਸੀਡੈਂਟ ਨਹੀਂ ਹੋਏ, ਮੋਸਟਲੀ ਨਹੀਂ ਹੋਣਗੇ। ਜਦੋਂ ਕਿਸੇ ਦੂਸਰੇ ਦਾ ਵੀ ਧਿਆਨ ਭਟਕ ਜਾਂਦਾ, ਦੂਸਰਾ ਗੱਡੀ ਚਲਾਉਣ ਵਾਲਾ, ਉਹ ਵੀ ਸਾਡੇ ਵਿੱਚ ਮਾਰ ਸਕਦਾ, ਉਹਦੇ ਵਿੱਚ ਵੀ ਕਸੂਰ ਕੀ ਹੁੰਦਾ, ਉਸਦੇ ਤੇ ਉਸਨੇ ਧਿਆਨ ਨਾਲ ਗੱਡੀ ਨਹੀਂ ਚਲਾਈ। ਹਾਂਜੀ, ਇੱਥੇ ਮੇਰਾ ਕੁਐਸਚਨ ਹੈ ਸੀ ਕਿ ਜਿਸ ਤਰ੍ਹਾਂ ਐਕਸੀਡੈਂਟ ਤੇ ਕੋਈ ਵੀ ਵਜ੍ਹਾ ਨਾਲ ਹੋ ਸਕਦਾ, ਹਾਂਜੀ,
ਮਗਰ ਕੋਈ ਬੰਦਾ ਆ ਕੇ ਉਹਨੂੰ ਬਚਾਉਂਦਾ ਹੈ, ਹਸਪੀਟਲ ਲੈ ਜਾਂਦਾ ਹੈ ਜਾਂ ਜਿੱਥੇ ਵੀ ਉਹਨੂੰ ਬਚਾ ਦਿੰਦਾ ਕਿਸੇ ਵੀ ਤਰੀਕੇ ਨਾਲ, ਤੇ ਜਦੋਂ ਉਹਨੂੰ ਹੋਸ਼ ਆਂਦਾ ਤੇ ਉਹ ਕਹਿੰਦਾ ਕਿ ਤੂੰ ਕਿਸ ਤਰ੍ਹਾਂ ਬਚਿਆ, ਤੈਨੂੰ ਕੌਣ ਛੱਡ ਕੇ ਗਿਆ, ਤੇ ਉਹ ਕਹਿੰਦਾ ਰੱਬ ਦਾ ਬੰਦਾ ਆਇਆ ਸੀ ਮੈਨੂੰ। ਤੇ ਜਿਹੜਾ ਉਹ ਬੰਦਾ ਹੈਗਾ ਸੀ ਉਹਨੂੰ ਕਿਸ ਰੂਪ ਵਿੱਚ ਦੇਖਾਂਗੇ? ਜਿਹੜਾ ਬੰਦਾ ਆਇਆ ਉਹਨੂੰ ਜਿਸ ਤਰ੍ਹਾਂ ਵੀ ਉਹਨੂੰ ਬਚਾਇਆ। ਹਾਂਜੀ, ਇਹ ਕੁਐਸਚਨ ਹੈ ਸੀ ਕਿ ਰੱਬ ਤੇ ਨਜ਼ਰ ਨਹੀਂ ਆਂਦਾ। ਹਾਂਜੀ, ਰੱਬ ਨਜ਼ਰ ਨਹੀਂ ਆਂਦਾ ਜੀ। ਉਹ ਰੱਬ ਦਾ ਬੰਦਾ ਕੀ ਹੈ? ਗੁਰਬਾਣੀ ਸਾਨੂੰ ਆਖਦੀ ਹੈ ਨਾ, ਕਹਿੰਦੀ ਜਿਹੜਾ ਧੌਲ ਧਰਮ ਹੈ ਨਾ, ਦਇਆ ਕਾ ਪੂਤ ਹੈ। ਰੱਬ ਦਇਆਲੂ ਹੈ। ਉਸ ਬੰਦੇ ਦੇ ਅੰਦਰ ਉਸ ਤੇ ਦਇਆ ਆਈ। ਉਸ ਬੰਦੇ ਨੇ ਉਹਨੂੰ ਦੇਖਿਆ ਵੀ ਇਹ ਬੰਦਾ ਐਕਸੀਡੈਂਟ ਹੋ ਕੇ ਇਹ ਸੜਕ ਤੇ ਡਿੱਗਿਆ ਪਿਆ, ਇਹਦਾ ਖੂਨ ਨਿਕਲ ਰਿਹਾ, ਅਗਰ ਇਹਦੇ ਬੋਡੀ ਚੋਂ ਸਾਰਾ ਖੂਨ ਨਿਕਲ ਗਿਆ ਤਾਂ ਇਹ ਮਰ ਜਾਏਗਾ। ਉਸ ਨੂੰ ਉਸ ਤੇ ਦਇਆ ਆਈ। ਦਇਆ ਆਈ ਮਤਲਬ ਰੱਬ ਆਇਆ। ਦਇਆ ਹੀ ਆਣੀ ਹੀ ਤਾਂ ਰੱਬ ਆਣਾ ਹੈ। ਰੱਬ ਦਇਆਲੂ ਹੈ, ਰੱਬ ਦਇਆ ਦਾ ਘਰ ਹੈ। ਦਇਆ ਸਾਡੇ ਚ ਆਉਂਦੀ ਹੈ, ਭਾਵ ਰੱਬ ਤਾਂ ਗੁਣਾ ਦਾ ਗੁਣ ਹੈ ਨਾ। ਰੱਬ ਦਇਆਲੂ ਹੈ। ਦਇਆ ਆਈ ਤਾਂ ਰੱਬ ਆਇਆ, ਦਇਆ ਗਈ, ਕਰੂਰਤਾ ਆਈ, ਕਪਟ ਆਇਆ ਤਾਂ ਸਮਝ ਲਓ ਜੰਮ ਆ ਗਿਆ। ਦਇਆ ਆਣੀ ਹੀ ਤਾਂ ਕੀ ਕਹਿੰਦੇ ਨਾ, ਧੌਲ ਧਰਮ। ਸਾਡੀ ਇਹ ਨਿਸ਼ਾਨੀ ਹੈ, ਸਾਡੇ ਧਰਮ ਦੀ ਇਹ ਨਿਸ਼ਾਨੀ ਹੈ ਕਿ ਸਾਡੇ ਅੰਦਰ ਦਇਆ ਹੈ। ਦਇਆ ਦਾ ਪੁੱਤਰ ਹੀ ਧਰਮ ਹੁੰਦਾ। ਜੇ ਸਾਡੇ ਚ ਦਇਆ ਆਈ ਤਾਂ ਹੀ ਤਾਂ ਅਸੀਂ ਇਹ ਧਰਮ ਵਾਲਾ ਕੀ ਕਹਿੰਦੇ ਦਿਆਲੂ ਕਰਮ ਕਰਾਂਗੇ ਨਾ। ਉਸ ਨੂੰ ਚੱਕ ਕੇ ਉਹਦੀ ਸੇਵਾ ਕਰਕੇ ਉਸ ਨੂੰ ਹਸਪੀਟਲ ਲੈ ਗਏ, ਫਿਰ ਬੱਚਿਆ ਗਿਆ। ਦਇਆ ਆਣੀ ਹੀ ਰੱਬ ਦਾ ਆਣਾ, ਭਾਵ ਦਇਆ ਵਾਲੀ ਮੱਤ ਆਣੀ ਹੀ ਰੱਬ ਵਾਲੀ ਮੱਤ ਆਣੀ ਹੈ। ਜਿਸ ਦੇ ਅੰਦਰ ਦਇਆ ਨਹੀਂ ਆਉਂਦੀ ਉਹ ਅੱਜ ਇੱਕ ਦੇਸ਼ ਦੂਜੇ ਦੇਸ਼ਾਂ ਦੇ ਨਾਲ ਲੜਦੇ ਪਏ ਨੇ। ਉਹ ਵੈਰ ਨਹੀਂ ਹੁੰਦੇ, ਉਹ ਨਿਰਵੈਰ ਨਹੀਂ ਹੁੰਦੇ, ਉਹ ਵੈਰੀ ਹੋ ਜਾਂਦੇ ਨੇ। ਦਇਆ ਕਰਕੇ ਜਦੋਂ ਸਾਨੂੰ ਦਇਆ ਆਏਗੀ ਕਿ ਅਸੀਂ ਸਾਰੀ ਦੁਨੀਆ ਤੇ ਸਾਨੂੰ ਜੇ ਦਇਆ ਆਏਗੀ ਤਾਂ ਅਸੀਂ ਸਾਰੀ ਦੁਨੀਆ ਵਿੱਚ ਸੱਚ ਦਾ ਪ੍ਰਚਾਰ ਕਰ ਲਾਂਗੇ, ਸੱਚ ਦਾ ਧਰਮ ਫੈਲਾ ਲਵਾਂਗੇ। ਦਇਆ ਆਣੀ ਹੀ ਸਮਝ ਲਓ ਰੱਬ ਆਣਾ ਹੈ। ਹਾਂਜੀ ਵੀਰ ਜੀ, ਇਹਦੇ ਸਿਰਫ ਇੱਕ ਲਾਈਨ ਹੋਰ ਐਡ ਕਰਨਾ ਚਾਹਾਂਗਾ। ਹਾਂਜੀ ਵੀਰ ਕਿ ਪਰਮਾਤਮਾ ਬੇਅੰਤ ਗੁਣ ਦਾ ਸਮੂਹ ਕਹਿ ਲਈਏ। ਹਾਂਜੀ, ਤੇ ਉਸ ਮਨੁੱਖ ਵਿੱਚ ਪਰਮਾਤਮਾ ਦਾ ਇੱਕ ਗੁਣ ਪ੍ਰਗਟ ਹੋਇਆ ਕਿ ਦਇਆ ਆ ਗਈ ਉਸ ਦੇ ਵਿੱਚ। ਹਾਂ, ਇੱਕ ਗੁਣ ਉਸ ਦੇ ਅੰਦਰੋਂ ਪ੍ਰਗਟ ਹੋਇਆ ਤੇ ਉਹਨੇ ਦਇਆ ਕਰ ਲਈ। ਤੇ ਪਰਮਾਤਮਾ ਦੇ ਸਾਰੇ ਗੁਣ ਜਦੋਂ ਪ੍ਰਗਟ ਹੋ ਜਾਣ ਕਿਸੇ ਵੀ ਹਿਰਦੇ ਵਿੱਚ ਤੇ ਉਹ ਪਰਮਾਤਮਾ ਦਾ ਰੂਪ ਬਣ ਜਾਂਦਾ। ਜੀ ਤਜਿੰਦਰ ਵੀਰ ਜੀ, ਇਹਦੇ ਵਿੱਚ ਨੈਕਸਟ ਕੁਐਸਚਨ ਹਰਵਿੰਦਰ ਵੀਰ ਜੀ ਦਾ ਜੀ। ਉਹਨਾਂ ਦੀ ਆਡੀਓ ਆਨ ਹੈ। ਆਡੀਓ ਔਨ ਕਰਕੇ ਪਲੀਜ਼ ਸਵਾਲ ਪੁੱਛ ਲਓ। ਉਹ ਤਦਬੀਰ ਵੀ ਜੀ ਤੁਸੀਂ ਕੁਐਸਚਨ ਪੁੱਟ ਆਨ ਕਰ ਲਿਓ। ਉਹਨਾਂ ਨੇ ਲਿਖ ਕੇ ਭੇਜਿਆ ਤੇ ਕਹਿ ਰਹੇ ਨੇ ਤੁਸੀਂ ਕੁਐਸਚਨ ਪੁੱਟ ਆਨ ਕਰ ਲਓ। ਉਹਨਾਂ ਨੇ ਵਿੰਦਰੀ ਭੈਣ ਜੀ ਨੂੰ ਕੁਐਸਚਨ ਕੀਤਾ ਹੈ। ਤੁਸੀਂ ਪੜੋ ਤਜਿੰਦਰ ਵੀਰ ਜੀ, ਕੀ ਕੁਐਸਚਨ ਹੈ ਉਹਨਾਂ ਦਾ? ਮੈਨੂੰ ਕਲੀਅਰ ਨਹੀਂ ਹੋਇਆ ਕੁਐਸਚਨ। ਯਾ ਵੀ ਜੀ, ਉਹਨਾਂ ਨੇ ਕਿਹਾ, ਉਹਨਾਂ ਨੇ ਜੋ ਲਿਖ ਕੇ ਭੇਜਿਆ ਵੀ ਜੀ ਮੈਂ ਉਹ ਦੱਸ ਰਿਹਾ। ਵਿੰਦਰੀ ਭੈਣ ਜੀ ਪਲੀਜ਼ ਆਪਣੀ ਆਡੀਓ ਔਨ ਕਰ ਲਓ। ਉਹ ਕਹਿ ਰਹੇ ਨੇ ਅੰਗ ਨੰਬਰ 1261 ਵਿੱਚ ਮਾਇਆ ਮਮਤਾ ਕਰਤੇ ਲਾਏ। ਵਾਟ ਇਜ਼ ਮਾਇਆ ਐਂਡ ਮਮਤਾ? ਅਸੀਂ ਦੇਖਦੇ ਹਾਂ ਕਿ ਮਦਰ ਆਪਣੇ ਬੱਚੇ ਨਾਲ ਬਹੁਤ ਪਿਆਰੇ ਆ, ਚਾਹੇ ਉਹ ਕਿਤਨਾ ਵੀ ਗਲਤ ਹੋਵੇ। ਪਰ ਤੁਸੀਂ ਬਹੁਤ ਅੱਛੇ ਉਪਰਾਲਾ ਕੀਤਾ ਹੈ। ਤੁਸੀਂ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜ ਕੇ ਉਹਨਾਂ ਸਿੱਖਿਆ ਦੇ ਰਹੇ ਹੋ। What is Mamta and why did Paramatma attach with mothers? Please, ठीक है, भूपिंदर जी। पहले मैं ਤੁਹਾਨੂੰ ਇੱਕ ਜਿਹੜੇ ਪਹਿਲੇ ਜਿਹੜਾ ਕੁਐਸਚਨ ਸੀ ਉਸमें ਥੋੜਾ ਕਲੀਅਰ ਕਰਦਾ ਇੱਕ ਪਹਿਲੇ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਜਿਸਨੇ ਆ ਕੇ ਉਹਨਾਂ ਨੂੰ ਬਚਾ ਕੇ ਲੈ ਗਿਆ ਤਾਂ ਉਹਨਾਂ ਨੂੰ ਇੱਕ ਰੱਬ ਦਾ ਰੂਪ ਨਜ਼ਰ ਆਇਆ। ਵੈਸੇ ਤਾਂ ਸਾਨੂੰ ਸਭ ਦੇ ਅੰਦਰ ਰੱਬ ਦਾ ਰੂਪ ਨਜ਼ਰ ਆਣਾ ਚਾਹੀਦਾ ਔਰ 24 ਘੰਟੇ। This is the ਸਿਧਾਂਤ that we have to see that oneness in everyone। ਪਰ ਅਸੀਂ ਖਾਲੀ ਤਦ ਹੀ ਦੇਖ ਸਕਾਂਗੇ ਅਗਰ ਪਹਿਲੇ ਸਾਨੂੰ ਆਪਣੇ ਅੰਦਰ ਨਜ਼ਰ ਆਵੇ। ਉਸ ਬੰਦੇ ਨੂੰ ਨਜ਼ਰ ਉਸ ਵੇਲੇ ਇਸ ਕਰਕੇ ਆਇਆ ਬਿਕੋਜ਼ ਹੀ ਵਾਸ ਸੈਲਫਿਸ਼ ਕਿ ਮੈਨੂੰ ਕਿਸੇ ਨੇ ਬਚਾ ਕੇ ਲੈ ਕੇ ਗਿਆ ਤਾਂ ਉਸ ਨੂੰ ਇੱਕ ਰੱਬ ਦਾ ਰੂਪ ਦੇ ਦਿੱਤਾ। that is just a temporary base, that is just a temporary base। ਬਟ ਵੈਸੇ ਸਾਨੂੰ 24 ਘੰਟੇ ਸਾਨੂੰ ਸਭ ਦੇ ਅੰਦਰ ਉਸ ਇੱਕ ਨੂੰ ਨਜ਼ਰ ਆਣਾ ਚਾਹੀਦਾ ਹੈ। ਪਰ ਉਹ ਤਦ ਹੀ ਨਜ਼ਰ ਆਏਗਾ ਕਿ ਪਹਿਲੇ ਸਾਡੇ ਅੰਦਰ ਸਾਨੂੰ ਆਪ ਨੂੰ ਨਜ਼ਰ ਆਵੇ। ਹੁਣ ਉਹ ਨਜ਼ਰ ਕਿੰਝ ਆਏਗਾ? ਜਦੋਂ ਵੀ ਸਾਡੇ ਰਿਲੇਸ਼ਨਸ਼ਿਪ, ਸਾਡੇ ਬਾਹਰ ਦੇ ਜੋ ਵਾਤਾਵਰਨ ਹੈ, ਜੋ ਸਾਡੇ ਲੋਕਾਂ ਦੇ ਰਿਲੇਸ਼ਨਸ਼ਿਪ ਇੰਟਰੈਕਸ਼ਨ ਹੈ, ਉਸ ਦੇ ਅੰਦਰ ਗੁਣ ਪ੍ਰਗਟ ਹੋਣਗੇ ਤੇ ਸਾਨੂੰ ਨਜ਼ਰ ਆਉਂਦਾ ਕਿ ਯੈਸ ਵੀ ਆਰ ਦੇयर, ਹੀ ਇਜ਼ ਦੇयर। ਕਿਉਂਕਿ ਗੁਣ ਹੀ ਵਾਹਿਗੁਰੂ ਹੈ, ਗੁਣ ਹੀ ਵਨਨੈਸ ਹੈ। ਸੋ ਜਿਸ ਬੰਦੇ ਨੇ ਉਸ ਬੰਦੇ ਨੂੰ ਦੇਖਿਆ ਕਿ ਉਹ ਮਨ ਚੁੱਕ ਕੇ ਲਾ ਕੇ ਗਿਆ, ਜਸਟ ਫॉर दैट मोमेंट he felt ਕਿ ਹਾਂਜੀ ਇੱਕ ਵਾਹਿਗੁਰੂ ਦਾ ਬੰਦਾ ਆਇਆ ਸੀ, ਮੈਂ ਲੈ ਗਿਆ। ਕਿਉਂਕਿ ਉਹਨਾਂ ਨੇ ਇੱਕ ਦਇਆ ਦੇਖੀ ਕਿ ਮੈਨੂੰ ਲੈ ਕੇ ਮੈਨੂੰ ਬਚਾ ਲਿੱਤਾ। that is just temporary,
that is just a temporary. But अगर इतू दे सीखना है तो सानू ये सीखना पड़ेगा कि सानू ये रूप हमेशा नजर आना चाहिए। हर बंदा इस गुरु दे इस एक दा बंदा है। Everyone, we should see the oneness in everyone, but before we see the one in everyone, we should see the one in ourselves. सानू पूरा गुणा दा भंडार साडे अंदर होना चाहिए, so that we can see, क्योंकि ये गुण ही वाहिगुरु दा रूप है, गुण ही ओम है, गुण ही अल्लाह है। So this is just a temporary base, but we have to drill this. हाँ जी ਜੀ ਨੈਕਸਟ ਕੁਐਸਚਨ ਵੀ ਤੁਹਾਨੂੰ ਹੀ ਸੀਗਾ, ਮਾਇਆ ਔਰ ਮਮਤਾ ਬਾਰੇ ਉਹਨਾਂ ਨੇ ਕੁਐਸਚਨ ਕੀਤਾ ਸੀਗਾ। देखो माया और ममता, हुन माया की है, जो भी चीज सानू एक तो तोड़दी है वो माया है। ਅਸੀਂ नहीं कह सकते कि कोई बच्चे भी साडे आदमी है, पैसा है, ये माया कोई, ये जदों सानू एक तो तोड़ देंदा है ते ਅਸੀਂ ਇਸ ਨੂੰ ਮਾਇਆ ਕਹਿੰਦੇ ਆ। ਮਮਤਾ इज व्हाट इट इज, साडे अंदर दा जेड़ा मोह है, मोह दा होना बहुत जरूरी है, क्योंकि मोह तो बगैर ਅਸੀਂ ਬੱਚੇ नहीं पाल सकते। बट देयर इज ऑलवेज अ लिमिट, एक साडा एक अंदर लिमिट है कि ਅਸੀਂ उस किधर तक करना है। एक बच्चे ਨੂੰ ਪਾਲਿਆ ਵੱਡਿਆ ਕੀਤਾ, ਉਸ ਨੂੰ ਜਦੋਂ ਉਹ ਦੇਖੇ ਆਪਣੇ ਜੋਗਾ ਹੋ ਗਏ, वी शुड लीव। बट ਸਾਡੀ ਮਮਤਾ ਜਿਹੜੀ ਸਾਡੀ मोह जो इतना है कि वो एक माया बन जाती है, क्योंकि साडे बच्चे ही माया बन जाते हैं, क्योंकि वी आर नॉट रेडी टू रिलीज दिस चिल्ड्रन। ਅਸੀਂ ਛੋੜਨ ਨੂੰ ਅਸੀਂ ਸੋਚਦੇ ਕਿ दे आर प्रॉपर्टीज, ਅਸੀਂ करके इस करके माया ममता ਦੀ ਗੱਲ ਇੱਥੇ ਕੀਤੀ ਗਈ। ਇਹ ਹੁਕਮ का शिष्ट पाए, ਇਹ सब उसकी खेड विच है, ਇਹ सब उसकी खेड विच हैगी है। सो वी हैव टू बी वेरी केयरफुल कि माया किस ਨੂੰ ਅਸੀਂ ਕਹਿ ਰਹੇ ਹਾਂ, ममता किस ਨੂੰ ਕਹਿ ਰਹੇ ਹਾਂ, ममता किस ਲੈਵਲ तक होनी चाहिए है। ਅਸੀਂ ममता ਨੂੰ ਅੱਜ ਵੱਡੇ, ਸਾਡੇ ਬੱਚੇ ਵੀ ਵੱਡੇ ਹੋ ਗਏ, एवरीथिंग इज देयर, पर ਅਸੀਂ ਆਪਣੀ ਜਾਇਦਾਦ ਸਮਝ ਕੇ ਅਸੀਂ ਉਹਨਾਂ ਨੂੰ ਹੋਲਡ ਕੀਤਾ, वी आर नॉट रेडी टू लेट देम गो। दिस शोज ममता, क्योंकि ममता ਜਿਹੜੀ ਹੈਗੀ ਹੈ, मोह ਜਿਹੜੀ ਹੈਗੀ ਹੈ, brings us to attachment. Attachment equals to love plus hurt. ਇਹ ਮਮਤਾ ਜਿਹੜੀ ਹੈ ਨਾ, मोह, ਇਹ will become attachment which equals to love plus hurt. ਬੱਚਾ ਥੋੜਾ ਜਿਹਾ ਵੀ ਕੁਝ ਕਹਿ ਦੇਵੇ ਨਾ ਤਾਂ ਅਸੀਂ ਬਕਪਰੂਪੇ ਹੋ ਜਾਂਦੇ ਹਾਂ। बट वी हैव टू बी डिटैच। सानू इस माया तो ममता तो दूर हटना पड़ेगा। हुण ये नहीं है कि तुसी क्रूड हो गए हो, दैट तुसी बहुत हार्ड हो गए, हार्ड हार्टेड। डिटैचमेंट मीन्स लव माइनस हर्ट, अनकंडीशनल, निष्काम। दिस इज हाउ वी हैव टू हैंडल। So these two words are very, very important in the Shabad. हाँ जी तजिंदर वीर जी अगे। जी सुखविंदर वीर जी। हो गया बस, वो माता जी ने एक्सप्लेन किया बहुत अच्छा सी। ਆਪਾਂ ਆਲਰੇਡੀ ਕਈ ਵਾਰ ਇਸ ਟੌਪਿਕ ਤੇ ਗੱਲ ਕਰ ਚੁੱਕੇ ਹੋਏ ਆ, माया ममता करता लाई ते माता जी ने बहुत अच्छा एक्सप्लेन हो चुका जी। हाँ हमिंदर वीर जी ਤਾਂ ਵੀ ਆ ਗਿਆ ਵੀਰ ਜੀ। ਹੁਣ ਅਸੀਂ ਫਤਿਹ ਦੀ ਸਾਂਝ ਕਰ ਲਈਏ, ਫਿਰ ਰਿਕਾਰਡਿੰਗ ਰੋਕ ਕੇ ਜਿਵੇਂ ਸੁਖਵਿੰਦਰ ਵੀਰ ਜੀ ਨੇ ਕੱਲ ਕਿਹਾ ਸੀ 5-10 ਮਿੰਟ ਦੀ ਵਿਚਾਰ ਕਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। एक मिनट तजिंदर वीर जी, या ਵੀਰ ਜੀ ਮੈਂ ਰਿਕਾਰਡਿੰਗ ਰੋਕਾਂ ਜਾਂ ਨਹੀਂ ਵੀਰ ਜੀ? कल